ਆਲਬੇਅਰ ਕਾਮੂ ਦਾ ਰਜਿੰਦਰ ਰਾਹੀ ਰਾਹੀਂ ਅਨੁਵਾਦਿਤ ਨਾਵਲ ਹੈ ਅਜਨਬੀ। ਭਾਗ ਪਹਿਲਾ, ਅੰਗ 1। ਮਾਂ ਜਿਸ ਦੁਨੀਆ ਨੂੰ ਸਦਾ ਲਈ ਛੱਡ ਗਈ ਹੈ, ਹੋ ਸਕਦਾ ਮੌਤ ਕੱਲ ਹੋਈ ਹੋਵੇ, ਠੀਕ ਤਰ੍ਹਾਂ ਨਹੀਂ ਦੱਸ ਸਕਦਾ। ਆਸ਼ਰਮ ਤੋਂ ਆਈ ਤਾਰ ਵਿੱਚ ਬਸ ਇੰਨਾ ਹੀ ਲਿਖਿਆ, ਤੇਰੀ ਮਾਂ ਪੂਰੀ ਹੋ ਗਈ ਹੈ, ਅੰਤਮ ਸੰਸਕਾਰ ਕੱਲ ਹੋਏਗਾ। ਡੂੰਗੀ ਹਮਦਰਦੀ ਸਹਿਤ। ਇਸ ਸੁਨੇਹੇ 'ਚ ਤਾਂ ਕਾਫੀ ਗੁੰਜਾਇਸ਼ ਹੈ, ਹੋ ਸਕਦਾ ਹੈ ਮੌਤ ਕੱਲ ਹੀ ਹੋਈ ਹੋਵੇ। ਮਾਰਿੰਗੋ ਦਾ ਬਿਰਧ ਆਸ਼ਰਮ ਅਲਜੀਅਰਸ ਸ਼ਹਿਰ ਤੋਂ ਕੋਈ 50 ਕੁ ਮੀਲ ਦੂਰ ਹੈ। 2 ਵਜੇ ਦੀ ਬੱਸ ਫੜਾਂ ਤਾਂ ਆਥਣ ਤੋਂ ਕਾਫੀ ਸਮਾਂ ਪਹਿਲਾਂ ਪਹੁੰਚ ਸਕਾਂਗਾ। ਲਾਸ਼ ਦੇ ਕੋਲ ਪੂਰੀ ਰਾਤ ਬੈਠਣ ਦੀ ਰੀਤ ਨਿਭਾ ਕੇ ਕੱਲ ਸ਼ਾਮ ਤੱਕ ਬੜੇ ਆਰਾਮ ਨਾਲ ਮੁੜ ਸਕਦਾ ਹਾਂ। ਆਪਣੇ ਸਾਹਿਬ ਤੋਂ 2 ਦਿਨ ਦੀ ਛੁੱਟੀ ਮੰਗ ਲਈ ਹੈ। ਅਜਿਹੇ ਮੌਕੇ ਤੇ ਉਹ ਨਾ ਵੀ ਕਿਵੇਂ ਕਰਦੇ। ਫਿਰ ਵੀ ਪਤਾ ਨਹੀਂ ਕਿਉਂ ਮੈਨੂੰ ਲੱਗਿਆ ਉਹ ਝੁੰਝਲਾ ਉੱਠੇ। ਮੈਂ ਬਿਨਾਂ ਸੋਚੇ ਸਮਝੇ ਬੋਲ ਪਿਆ, ਮਾਫ ਕਰਨਾ, ਇਹਦੇ 'ਚ ਦੇਖੋ ਮੇਰਾ ਤਾਂ ਕੋਈ ਕਸੂਰ ਨਹੀਂ। ਬਾਅਦ 'ਚ ਖਿਆਲ ਆਇਆ ਕਿ ਇਹ ਸਭ ਮੈਨੂੰ ਕਹਿਣਾ ਨਹੀਂ ਸੀ ਚਾਹੀਦਾ। ਮੈਨੂੰ ਮਾਫੀ ਮੰਗਣ ਦੀ ਕੀ ਲੋੜ ਸੀ। ਇਹ ਤਾਂ ਉਹਨਾਂ ਨੂੰ ਖੁਦ ਚਾਹੀਦਾ ਸੀ ਕਿ ਹਮਦਰਦੀ ਜਤਾਉਂਦੇ ਜਾਂ ਅਜਿਹੀ ਕੋਈ ਰਸਮੀ ਗੱਲਬਾਤ ਕਰਦੇ। ਪਰਸੋਂ ਸੋਗ ਵਾਲੇ ਕੱਪੜੇ ਵੇਖ ਕੇ ਸ਼ਾਇਦ ਹਮਦਰਦੀ ਵਜੋਂ ਕੁਝ ਕਹਿਣ। ਖੈਰ ਫਿਲਹਾਲ ਤਾਂ ਲੱਗਦਾ ਹੀ ਨਹੀਂ ਸੀ ਕਿ ਮਾਂ ਮਰ ਚੁੱਕੀ ਹੈ। ਅੰਤਿਮ ਸੰਸਕਾਰ ਹੋਣ ਤੋਂ ਬਾਅਦ ਪੱਕਾ ਪਤਾ ਲੱਗ ਜਾਏਗਾ ਜਾਂ ਕਹੋ ਪੂਰੀ ਸਰਕਾਰੀ ਮੋਹਰ ਲੱਗ ਜਾਏਗੀ। ਮੈਂ 2 ਵਜੇ ਦੀ ਬੱਸ ਫੜੀ। ਕੜਕਦੀ ਦੁਪਹਿਰ ਦਾ ਵੇਲਾ ਸੀ। ਰੋਜ਼ ਵਾਂਗ ਮੈਂ ਅੱਜ ਵੀ ਸੇਲੇਸਤੇ ਦੇ ਰੈਸਟੋਰੈਂਟ 'ਚ ਰੋਟੀ ਖਾਧੀ। ਅੱਜ ਸਾਰੇ ਮੈਨੂੰ ਬੜੇ ਦਿਆਲੂ ਲੱਗੇ। ਸੇਲੇਸਤੇ ਬੋਲਿਆ, ਮਾਂ ਵਰਗਾ ਕੋਈ ਨਹੀਂ ਹੋ ਸਕਦਾ। ਜਦੋਂ ਮੈਂ ਬਾਹਰ ਆਇਆ ਤਾਂ ਸਾਰੇ ਮੈਨੂੰ ਬੂਹੇ ਤੱਕ ਛੱਡਣ ਆਏ। ਆਉਂਦੇ ਆਉਂਦੇ ਤਾਂ ਇੱਕਦਮ ਕਾਲ ਮੱਚ ਗਈ। ਉਸੇ ਵੇਲੇ ਮੈਨੂੰ ਕਾਲੀ ਟਾਈ ਤੇ ਬਾਂਹ ਉੱਪਰ ਬੰਨਣ ਵਾਲਾ ਕਾਲਾ ਮੁਹਰਮੀ ਕੱਪੜਾ ਲੈਣ ਲਈ ਇਮਾਨੂਏਲ ਦੇ ਘਰ ਜਾਣਾ ਪਿਆ। ਉਹਦੇ ਚਾਚਾ ਜੀ ਵੀ ਕੁਝ ਮਹੀਨੇ ਪਹਿਲਾਂ ਹੀ ਰੱਬ ਨੂੰ ਪਿਆਰੇ ਹੋਏ ਸਨ, ਤਾਂ ਉਸ ਕੋਲ ਇਹ ਸਭ ਕੁਝ ਪਿਆ ਸੀ। ਬਸ ਭੱਜ ਦੌੜ ਕੇ ਫੜੀ। ਇੱਕ ਪਾਸੇ ਤਾਂ ਇਹ ਦੌੜ ਭੱਜ, ਅੱਖਾਂ ਅੰਨੀਆਂ ਕਰਦੀ ਤਪਸ਼, ਦੂਜਾ ਪੈਟਰੋਲ ਦਾ ਮੁਸ਼ਕ ਮਾਰਦਾ ਧੂੰਆਂ ਤੇ ਰਸਤੇ ਦੇ ਡਿੱਕੋ ਡੋਲੇ, ਤੇ ਫਿਰ ਉੱਪਰੋਂ ਉਹ ਨੱਠ ਭੱਜ। ਸ਼ਾਇਦ ਇਸੇ ਕਰਕੇ ਮੈਂ ਬਹਿੰਦਾ ਹੀ ਸੁਸਤਾਉਣ ਲੱਗਾ। ਖੈਰ ਮੇਰਾ ਜ਼ਿਆਦਾ ਸਫ਼ਰ ਸੁੱਤੇ ਹੀ ਨਿਕਲ ਗਿਆ। ਅੱਖ ਖੁੱਲੀ ਤਾਂ ਦੇਖਿਆ ਮੈਂ ਇੱਕ ਸਿਪਾਹੀ ਉੱਤੇ ਝੁਕਿਆ ਹੋਇਆ ਸੀ। ਉਹਨੇ ਖਿਸਿਆਣੀ ਹਾਸੀ ਹੱਸਦਿਆਂ ਪੁੱਛਿਆ, ਕੀ ਤੁਸੀਂ ਦੂਰੋਂ ਬੱਸ 'ਚ ਸਫ਼ਰ ਕਰਦੇ ਆ ਰਹੇ ਹੋ? ਮੇਰਾ ਕੋਈ ਗੱਲ ਕਰਨ ਨੂੰ ਦਿਲ ਨਹੀਂ ਸੀ ਕਰਦਾ, ਇਸ ਲਈ ਸਿਰਫ ਸਿਰ ਹਿਲਾ ਕੇ ਗੱਲਬਾਤ ਠੱਪ ਕਰ ਦਿੱਤੀ। ਪਿੰਡ ਤੋਂ ਆਸ਼ਰਮ ਦਾ ਫਾਸਲਾ 2 ਕੁ ਮੀਲ ਤੋਂ ਜ਼ਿਆਦਾ ਹੋਏਗਾ। ਮੈਂ ਪੈਦਲ ਹੀ ਪਹੁੰਚ ਗਿਆ। ਸਿੱਧਾ ਜਾ ਕੇ ਮਾਂ ਨੂੰ ਵੇਖਣਾ ਚਾਹੁੰਦਾ ਸੀ, ਪਰ ਚੌਕੀਦਾਰ ਬੋਲਿਆ ਕਿ ਪਹਿਲਾਂ ਵਾਰਡਨ ਨੂੰ ਮਿਲਣਾ ਪਏਗਾ। ਵਾਰਡਨ ਰੁੱਝਿਆ ਹੋਇਆ ਸੀ। ਥੋੜੀ ਦੇਰ ਉਡੀਕ ਕਰਨੀ ਪਈ। ਉਨੀ ਦੇਰ ਤੱਕ ਚੌਕੀਦਾਰ ਮੇਰੇ ਨਾਲ ਯੱਕੜ ਮਾਰੀ ਗਿਆ। ਫਿਰ ਮੈਨੂੰ ਦਫ਼ਤਰ ਲੈ ਗਿਆ। ਵਾਰਡਨ ਚਿੱਟੇ ਵਾਲਾਂ ਵਾਲਾ ਗਿੱਠਾ ਜਿਹਾ ਆਦਮੀ ਸੀ। ਉਹਦੇ ਕੋਟ ਦੇ ਕਾਜ ਵਿੱਚ ਲੀਜ਼ਨ ਆਫ ਆਨਰ ਦਾ ਪ੍ਰਤੀਕ ਇੱਕ ਛੋਟਾ ਗੁਲਾਬ ਲੱਗਿਆ ਹੋਇਆ ਸੀ। ਇਹ ਸਨਮਾਨ ਚਿੰਨ੍ਹ ਨੈਪੋਲੀਅਨ ਪਹਿਲੇ ਨੇ 1802 ਈਸਵੀ 'ਚ ਕਿਸੇ ਫੌਜੀ ਜਾਂ ਸਧਾਰਨ ਵਿਅਕਤੀ ਦੇ ਜੀਵਨ ਵਿਚਲੀਆਂ ਅਹਿਮ ਸੇਵਾਵਾਂ ਦੇ ਬਦਲੇ ਦੇਣਾ ਸ਼ੁਰੂ ਕੀਤਾ ਸੀ। ਵਾਰਡਨ ਆਪਣੀਆਂ ਸ਼ਬਨਮੀ ਨੀਲੀਆਂ ਅੱਖਾਂ ਨਾਲ ਮੈਨੂੰ ਕਾਫੀ ਦੇਰ ਦੇਖਦਾ ਰਿਹਾ। ਫਿਰ ਅਸੀਂ ਹੱਥ ਮਿਲਾਏ। ਮੇਰੇ ਹੱਥ ਨੂੰ ਉਹਨੇ ਇੰਨੀ ਦੇਰ ਘੁੱਟੀ ਰੱਖਿਆ ਕਿ ਮੈਨੂੰ ਬੇਚੈਨੀ ਹੋਣ ਲੱਗੀ। ਮੇਰੇ ਮੇਜ਼ ਉੱਪਰ ਰੱਖੇ ਰਜਿਸਟਰ ਨੂੰ ਉਲਟਾ ਪੁਲਟਾ ਕੇ ਬੋਲਿਆ, ਮਦਾਮ ਮਿਊਰ ਸਾਲਟ 3 ਸਾਲ ਪਹਿਲਾਂ ਇਸ ਆਸ਼ਰਮ 'ਚ ਆਈ ਸੀ। ਉਹਨਾਂ ਕੋਲ ਕਮਾਈ ਦਾ ਕੋਈ ਨਿੱਜੀ ਵਸੀਲਾ ਨਹੀਂ ਸੀ। ਮੈਨੂੰ ਇੰਝ ਜਾਪਿਆ ਜਿਵੇਂ ਉਹ ਮੈਨੂੰ ਕਿਸੇ ਗੱਲ ਦਾ ਕਸੂਰਵਾਰ ਦੱਸ ਰਿਹਾ ਹੋਵੇ। ਇਸ ਲਈ ਮੈਂ ਸਫਾਈ ਦੇਣੀ ਸ਼ੁਰੂ ਕਰ ਦਿੱਤੀ। ਤਾਂ ਉਹਨੇ ਵਿੱਚੋਂ ਹੀ ਟੋਕ ਕੇ ਕਿਹਾ, ਪੁੱਤਰ ਤੂੰ ਆਪਣੀ ਸਫਾਈ ਕਿਉਂ ਦੇ ਰਿਹਾ ਹੈ? ਮੈਂ ਤਾਂ ਖੁਦ ਉਹਨਾਂ ਦਾ ਸਾਰਾ ਪਿਛਲਾ ਰਿਕਾਰਡ ਦੇਖਿਆ। ਤੂੰ ਤਾਂ ਖੁਦ ਇਸ ਹਾਲਤ 'ਚ ਨਹੀਂ ਸੀ ਕਿ ਆਪਣੀ ਮਾਂ ਦੀ ਸਾਂਭ ਸੰਭਾਲ ਦਾ ਬੋਝਾ ਚੁੱਕ ਸਕਦਾ। ਆਪਣੀ ਦੇਖਭਾਲ ਲਈ ਉਹਨਾਂ ਨੂੰ ਹਰ ਵੇਲੇ ਇੱਕ ਆਦਮੀ ਦੀ ਲੋੜ ਸੀ, ਤੇ ਮੇਰੇ ਕੋਲੋਂ ਇਹ ਲੁਕਿਆ ਤਾਂ ਹੈ ਨਹੀਂ ਕਿ ਤੇਰੇ ਵਰਗੇ ਨੌਕਰੀ ਕਰਨ ਵਾਲੇ ਮੁੰਡੇ ਨੂੰ ਕਿੰਨੀ ਕੁ ਤਨਖਾਹ ਮਿਲਦੀ ਹੋਏਗੀ। ਖੈਰ ਮੈਨੂੰ ਤਸੱਲੀ ਹੈ ਕਿ ਉਹ ਆਸ਼ਰਮ 'ਚ ਕਾਫੀ ਖੁਸ਼ ਸੀ। ਮੈਂ ਕਿਹਾ, ਜੀ ਹਾਂ ਸਾਹਿਬ, ਮੇਰਾ ਵੀ ਇਹੀ ਯਕੀਨ ਹੈ। ਇਸ ਤੇ ਉਹ ਬੋਲਿਆ, ਆਪਣੇ ਹਮ ਉਮਰ ਦੇ ਕਈ ਬਜ਼ੁਰਗਾਂ ਨਾਲ ਉਹਦੀ ਚੰਗੀ ਬਣਦੀ ਸੀ। ਲੋਕ ਆਪਣੀ ਉਮਰ ਦੇ ਲੋਕਾਂ ਵਿੱਚ ਹੀ ਜ਼ਿਆਦਾ ਖੁਸ਼ ਰਹਿੰਦੇ ਹਨ। ਤੂੰ ਤਾਂ ਖੁਦ ਅਜੇ ਕਾਫੀ ਛੋਟਾ ਹੈ। ਉਹਨਾਂ ਦੇ ਸਾਥੀ ਦੀ ਘਾਟ ਥੋੜੇ ਪੂਰੀ ਕਰ ਸਕਦਾ ਸੀ। ਗੱਲ ਠੀਕ ਸੀ। ਜਿਨ੍ਹਾਂ ਦਿਨਾਂ 'ਚ ਅਸੀਂ ਇਕੱਠੇ ਰਹਿੰਦੇ ਸੀ, ਮਾਂ ਸਿਰਫ ਮੈਨੂੰ ਦੇਖਦੀ ਰਹਿੰਦੀ ਸੀ।
ਸਾਡੇ 'ਚ ਗੱਲਬਾਤ ਸ਼ਾਇਦ ਹੀ ਕਦੇ ਹੋਈ ਹੋਵੇ। ਆਸ਼ਰਮ ਵਿੱਚ ਪਹਿਲੇ ਕੁਝ ਹਫ਼ਤੇ ਤੋਂ ਕਾਫੀ ਰੋਈ, ਪਰ ਇਹ ਸਭ ਰੋਣਾ ਧੋਣਾ ਦਿਲ ਨਾ ਲੱਗਣ ਕਰਕੇ ਸੀ। 1-2 ਮਹੀਨਿਆਂ ਬਾਅਦ ਤਾਂ ਇਹ ਹਾਲਤ ਹੋ ਗਈ ਕਿ ਉਹਨੂੰ ਆਸ਼ਰਮ ਛੱਡਣ ਲਈ ਕਹਿਣਾ ਤਾਂ ਰੋਣ ਲੱਗ ਜਾਣਾ। ਇਹ ਵੀ ਉਹਨੂੰ ਵੱਡੀ ਸਜ਼ਾ ਦੇਣੀ ਸੀ। ਇਹੀ ਵਜ੍ਹਾ ਸੀ ਕਿ ਪਿਛਲੇ ਵਰੇ ਮੈਂ ਉਹਨੂੰ ਮਿਲਣ ਬਹੁਤ ਘੱਟ ਗਿਆ ਸੀ। ਦੂਸਰਾ, ਉੱਥੇ ਜਾਣ ਦਾ ਭਾਵ ਇਹ ਵੀ ਸੀ ਕਿ ਆਪਣਾ ਇੱਕ ਐਤਵਾਰ ਖਰਾਬ ਕਰਨਾ। ਬੱਸ ਫੜੋ, ਟਿਕਟ ਖਰੀਦੋ, ਸਫ਼ਰ 'ਚ ਦੋਹਾਂ ਪਾਸਿਆਂ ਤੋਂ 2-2 ਘੰਟੇ ਬੈਠ ਮਿੱਟੀ ਫੱਕੋ, ਆਉਣ ਤੇ ਜਾਣ 'ਚ ਪੂਰੇ 2-2 ਘੰਟੇ। ਖੈਰ, ਇਸ ਸਾਰੀ ਪਰੇਸ਼ਾਨੀ ਦਾ ਤਾਂ ਜ਼ਿਕਰ ਹੀ ਛੱਡੋ। ਮੈਂ ਧਿਆਨ ਹੀ ਨਹੀਂ ਦਿੱਤਾ ਕਿ ਵਾਰਡਨ ਕੀ ਬੋਲੀ ਜਾ ਰਿਹਾ। ਅਖੀਰ 'ਚ ਬੋਲਿਆ, ਅੱਛਾ, ਤਾਂ ਹੁਣ ਮੇਰਾ ਖਿਆਲ ਹੈ ਕਿ ਤੁਸੀਂ ਮਾਂ ਨੂੰ ਦੇਖਣਾ ਚਾਹੋਗੇ। ਮੈਂ ਕੋਈ ਜਵਾਬ ਨਹੀਂ ਦਿੱਤਾ ਤੇ ਉੱਠ ਕੇ ਖੜਾ ਹੋ ਗਿਆ। ਉਹ ਅੱਗੇ ਬੂਹੇ ਵੱਲ ਵਧਿਆ। ਫਿਰ ਪੌੜੀਆਂ ਉਤਰਦੇ ਹੋਏ ਉਹਨੇ ਸਮਝਾਇਆ, ਤੇਰੀ ਮਾਂ ਦੀ ਲਾਸ਼ ਮੁਰਦਾ ਘਰ 'ਚ ਰਖਵਾ ਦਿੱਤੀ ਹੈ ਤਾਂ ਕਿ ਦੂਸਰੇ ਬਜ਼ੁਰਗਾਂ ਦਾ ਮਨ ਖਰਾਬ ਨਾ ਹੋਵੇ। ਮੇਰਾ ਮਤਲਬ ਸਮਝ ਗਏ ਨਾ? ਇੱਥੇ ਤਾਂ ਜਿਸ ਵੇਲੇ ਵੀ ਕੋਈ ਮੌਤ ਹੁੰਦੀ ਹੈ ਤਾਂ ਦੂਜੇ ਬਜ਼ੁਰਗ 2-4 ਦਿਨ ਸਖਤ ਬੇਚੈਨੀ ਦੀ ਹਾਲਤ 'ਚ ਰਹਿੰਦੇ ਹਨ। ਅਸੀਂ ਦਲਾਨ ਪਾਰ ਕੀਤਾ। ਇੱਥੇ ਛੋਟੀਆਂ-ਛੋਟੀਆਂ ਢਾਣੀਆਂ 'ਚ ਬੈਠੇ ਬਜ਼ੁਰਗ ਆਪਸ 'ਚ ਗੱਲਾਂ ਕਰ ਰਹੇ ਸਨ। ਸਾਨੂੰ ਆਉਂਦਿਆਂ ਵੇਖ ਚੁੱਪ ਹੋ ਗਏ। ਅਸੀਂ ਅੱਗੇ ਨਿਕਲੇ ਤਾਂ ਪਿੱਛੋਂ ਫਿਰ ਗੱਲਬਾਤ ਸ਼ੁਰੂ ਹੋ ਗਈ। ਉਹਨਾਂ ਦੀਆਂ ਆਵਾਜ਼ਾਂ ਤੋਂ ਮੈਨੂੰ ਪਿੰਜਰੇ 'ਚ ਬੰਦ ਪਹਾੜੀ ਤੋਤਿਆਂ ਦਾ ਚੇਤਾ ਆਇਆ, ਪਰ ਇਹ ਆਵਾਜ਼ ਉਹਨਾਂ ਪੰਛੀਆਂ ਵਾਂਗ ਇੰਨੀ ਉੱਚੀ ਜਾਂ ਤਿੱਖੀ ਨਹੀਂ ਸੀ। ਇੱਕ ਛੋਟੇ ਤੇ ਘੱਟ ਉਚਾਈ ਵਾਲੇ ਮਕਾਨ ਦੇ ਬੂਹੇ ਸਾਹਮਣੇ ਆ ਕੇ ਵਾਰਡਨ ਰੁਕ ਗਿਆ। ਅੱਛਾ ਬਈ, ਮੈਂ ਇੱਥੋਂ ਇਜਾਜ਼ਤ ਚਾਹੁੰਦਾ। ਕਿਸੇ ਕੰਮ ਲਈ ਲੋੜ ਪਵੇ ਤਾਂ ਮੈਂ ਦਫ਼ਤਰ 'ਚ ਹੀ ਹਾਂ। ਅੰਤਿਮ ਸੰਸਕਾਰ ਕੱਲ ਸਵੇਰੇ ਕਰਨ ਦਾ ਇਰਾਦਾ ਹੈ। ਉਦੋਂ ਤੱਕ ਤੂੰ ਆਪਣੀ ਮਾਂ ਦੇ ਤਾਬੂਤ ਕੋਲ ਬੈਠ ਪੂਰੀ ਰਾਤ ਗੁਜ਼ਾਰ ਸਕਦਾ ਹੈ। ਸ਼ਾਇਦ ਤੁਹਾਡਾ ਆਪਣਾ ਖਿਆਲ ਵੀ ਇਹੀ ਹੋਏਗਾ। ਹਾਂ, ਇੱਕ ਗੱਲ ਹੋਰ, ਤੁਹਾਡੀ ਮਾਂ ਦੇ ਸੰਗੀ ਸਾਥੀਆਂ ਨੇ ਦੱਸੀ ਹੈ। ਉਹਨਾਂ ਦੀ ਦਿਲੀ ਇੱਛਾ ਸੀ ਕਿ ਉਹਨਾਂ ਨੂੰ ਚਰਚ ਦੇ ਅਸੂਲਾਂ ਅਨੁਸਾਰ ਹੀ ਦਫਨਾਇਆ ਜਾਏ। ਇਸ ਲਈ ਮੈਂ ਸਾਰਾ ਪ੍ਰਬੰਧ ਕਰ ਦਿੱਤਾ ਹੈ, ਪਰ ਸੋਚਿਆ ਤੈਨੂੰ ਵੀ ਖਬਰ ਦੇ ਦੇਵਾਂ। ਮੈਂ ਕਿਹਾ, ਧੰਨਵਾਦ। ਜਿੱਥੋਂ ਤੱਕ ਮੈਨੂੰ ਆਪਣੀ ਮਾਂ ਦਾ ਪਤਾ ਹੈ, ਉਹ ਕੱਟੜ ਨਾਸਤਿਕ ਤਾਂ ਨਹੀਂ ਸੀ, ਪਰ ਇਸ ਧਰਮ ਕਰਮ ਵੱਲ ਉਹਨਾਂ ਆਪਣੀ ਜ਼ਿੰਦਗੀ 'ਚ ਕੋਈ ਧਿਆਨ ਨਹੀਂ ਦਿੱਤਾ। ਮੈਂ ਮੁਰਦਾ ਘਰ 'ਚ ਕਦਮ ਰੱਖਿਆ। ਕਮਰਾ ਪੂਰੀ ਤਰ੍ਹਾਂ ਲਿਸ਼ਕਿਆ ਪੁਸ਼ਕਿਆ ਤੇ ਸਾਫ਼ ਸੁਥਰਾ ਸੀ। ਕਿਤੇ ਵੀ ਕੋਈ ਦਾਗ ਨਹੀਂ ਸੀ। ਕੰਧਾਂ ਤੇ ਕਲੀ ਕੀਤੀ ਸੀ। ਇੱਕ ਬਹੁਤ ਵੱਡਾ ਰੋਸ਼ਨਦਾਨ ਸੀ। ਕੁਝ ਕੁਰਸੀਆਂ ਤੇ ਸਟੂਲ ਆਪਣੀ ਆਪਣੀ ਥਾਂ ਟਿਕੇ ਸਨ। 2 ਸਟੂਲ ਕਮਰੇ ਦੇ ਵਿਚਕਾਰ ਪਏ ਸਨ, ਜਿਨ੍ਹਾਂ ਉੱਪਰ ਤਾਬੂਤ ਰੱਖਿਆ ਹੋਇਆ ਸੀ। ਉੱਪਰ ਢੱਕਣ ਲੱਗਾ ਹੋਇਆ ਸੀ, ਪਰ ਪੇਚ ਥੋੜੇ ਕੱਸ ਕੇ ਛੱਡੇ ਹੋਏ ਸਨ। ਨਿਕਲ ਧਾਤ ਦੀ ਚਮਕ ਵਾਲੇ ਪੇਚਾਂ ਦੀਆਂ ਟੋਪੀਆਂ ਭੂਰੇ ਰੰਗ ਦੇ ਤਖਤੇ ਦੇ ਉੱਪਰ ਉਭਰੀਆਂ ਹੋਈਆਂ ਸਨ। ਇੱਕ ਅਰਬੀ ਔਰਤ, ਮੈਨੂੰ ਲੱਗਿਆ ਸ਼ਾਇਦ ਉਹ ਨਰਸ ਸੀ, ਅਰਥੀ ਦੇ ਸਰਾਣੇ ਬੈਠੀ ਸੀ। ਉਹਨੇ ਨੀਲੀ ਕੁੜਤੀ ਪਾਈ ਹੋਈ ਸੀ ਤੇ ਵਾਲਾਂ ਉੱਪਰ ਸ਼ੋਖ ਰੰਗ ਦਾ ਰੁਮਾਲ ਬੰਨਿਆ ਹੋਇਆ ਸੀ। ਪਿੱਛੇ ਚੌਕੀਦਾਰ ਵੀ ਆ ਪਹੁੰਚਿਆ। ਉਹਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ। ਜ਼ਰੂਰ ਨੱਠਾ ਆਇਆ ਹੋਣਾ। ਅਜੇ ਤਾਂ ਅਸੀਂ ਢੱਕਣ ਇੰਜ ਹੀ ਰੱਖ ਦਿੱਤਾ। ਵਾਰਡਨ ਸਾਹਿਬ ਦਾ ਹੁਕਮ ਸੀ ਕਿ ਤੁਸੀਂ ਆਓ ਤਾਂ ਮਾਂ ਦਾ ਮੂੰਹ ਦਿਖਾਉਣ ਲਈ ਪੇਚ ਖੋਲ ਦੇਵਾਂ। ਉਹ ਤਾਬੂਤ ਵੱਲ ਵਧਿਆ ਤੇ ਮੈਂ ਉਹਨੂੰ ਰੋਕ ਦਿੱਤਾ। ਨਹੀਂ, ਤਕਲੀਫ ਕਰਨ ਦੀ ਲੋੜ ਨਹੀਂ ਹੈ। ਕੀ ਕਿਹਾ? ਉਹ ਬਹੁਤ ਹੈਰਾਨ ਹੋ ਕੇ ਬੋਲਿਆ, ਤੁਸੀਂ ਨਹੀਂ ਚਾਹੁੰਦੇ ਕਿ ਮੈਂ? ਨਹੀਂ, ਮੈਂ ਜਵਾਬ ਦਿੱਤਾ। ਪੇਚਕਸ ਤਾਂ ਉਹਨੇ ਮੋੜ ਕੇ ਜੇਬ 'ਚ ਰੱਖ ਲਿਆ, ਪਰ ਉਹਦੀਆਂ ਅੱਡੀਆਂ ਅੱਖਾਂ ਮੇਰੇ ਤੇ ਟਿਕੀਆਂ ਰਹੀਆਂ। ਫਿਰ ਮੈਨੂੰ ਲੱਗਿਆ ਕਿ ਮੈਨੂੰ ਇੰਜ ਮਨਾ ਨਹੀਂ ਸੀ ਕਰਨਾ ਚਾਹੀਦਾ, ਅਤੇ ਮੈਂ ਕੁਝ ਬੇਚੈਨੀ ਮਹਿਸੂਸ ਕੀਤੀ। ਕੁਝ ਪਲ ਮੇਰੇ ਵੱਲ ਦੇਖਦਿਆਂ ਉਹਨੇ ਪੁੱਛਿਆ, ਕਿਉਂ? ਉਹਦੀ ਆਵਾਜ਼ 'ਚ ਸ਼ਿਕਾਇਤੀ ਲਹਿਜਾ ਨਹੀਂ ਸੀ, ਸਿਰਫ ਜਾਣਨ ਦੀ ਇੱਛਾ ਸੀ। ਭਾਈ, ਇਸ ਕਿਉਂ ਦਾ ਜਵਾਬ ਤਾਂ ਬੜਾ ਔਖਾ ਹੈ, ਮੈਂ ਕਿਹਾ। ਉਹ ਆਪਣੀਆਂ ਕੁੰਡੀਆਂ ਮੁੱਛਾਂ ਤੇ ਹੱਥ ਫੇਰਦਾ ਰਿਹਾ। ਫਿਰ ਬਿਨਾਂ ਮੇਰੇ ਵੱਲ ਤੱਕਦਿਆਂ ਉਹਨੇ ਨਰਮਾਈ ਨਾਲ ਪੁੱਛਿਆ, ਅੱਛਾ, ਹੁਣ ਮੈਂ ਸਮਝ ਗਿਆ। ਆਦਮੀ ਦੇਖਣ ਨੂੰ ਚੰਗਾ ਲੱਗਦਾ ਸੀ। ਨੀਲੀਆਂ ਅੱਖਾਂ ਤੇ ਫੁੱਲੀਆਂ ਲਾਲ ਗੱਲਾਂ। ਮੇਰੇ ਲਈ ਉਹਨੇ ਤਾਬੂਤ ਦੇ ਨੇੜੇ ਇੱਕ ਕੁਰਸੀ ਖਿੱਚ ਦਿੱਤੀ ਤੇ ਆਪ ਉਹਦੇ ਪਿੱਛੇ ਬੈਠ ਗਿਆ। ਨਰਸ ਉੱਠ ਕੇ ਬੂਹੇ ਵੱਲ ਜਾਣ ਲੱਗੀ। ਚੌਕੀਦਾਰ ਦੇ ਕੋਲੋਂ ਲੰਘੀ ਤਾਂ ਉਹ ਮੇਰੇ ਕੰਨ 'ਚ ਬੁੜਬੜਾਇਆ, ਇਸ ਵਿਚਾਰੀ ਦੇ ਰਸੌਲੀ ਨਿਕਲ ਆਈ ਹੈ। ਹੁਣ ਮੈਂ ਉਹਨੂੰ ਹੋਰ ਗੌਰ ਨਾਲ ਦੇਖਿਆ। ਅੱਖਾਂ ਦੇ ਬਿਲਕੁਲ ਹੇਠਾਂ ਸਿਰ ਦੁਆਲੇ ਉਹਦੇ ਪੱਟੀ ਬੰਨੀ ਹੋਈ ਸੀ। ਨੱਕ ਦੀ ਨੋਕ ਦੇ ਆਲੇ ਦੁਆਲੇ ਦਾ ਹਿੱਸਾ ਦੱਬ ਕੇ ਚੌੜਾ ਹੋ ਗਿਆ ਸੀ ਤੇ ਚਿਹਰੇ ਉੱਪਰ ਬੱਧੀ ਪੱਟੀ ਤੋਂ ਸਿਵਾ ਹੋਰ ਕੁਝ ਨਹੀਂ ਸੀ ਦਿਸਦਾ। ਉਹਦੇ ਜਾਂਦਿਆਂ ਹੀ ਚੌਕੀਦਾਰ ਵੀ ਉੱਠ ਖੜਾ ਹੋਇਆ। ਹੁਣ ਤੁਸੀਂ ਇੱਥੇ ਇਕੱਲਿਆਂ ਹੀ ਬੈਠੋ। ਪਤਾ ਨਹੀਂ ਜਵਾਬ 'ਚ ਮੈਂ ਉਹਨੂੰ ਇਸ਼ਾਰਾ ਕੀ ਕੀਤਾ ਕਿ ਬਾਹਰ ਜਾਣ ਦੀ ਬਜਾਏ ਉਹ ਮੇਰੀ ਕੁਰਸੀ ਦੇ ਪਿੱਛੇ ਆ ਕੇ ਖੜਾ ਹੋ ਗਿਆ।
ਇਸ ਹਿਲ-ਜੁਲ ਨਾਲ ਮੈਨੂੰ ਬੇਚੈਨੀ ਹੋਣ ਲੱਗੀ। ਦਿਨ ਢਲ ਰਿਹਾ ਸੀ ਤੇ ਸਾਰੇ ਕਮਰੇ ਵਿੱਚ ਸੰਝ ਦੀ ਕੂਲੀ ਰੌਸ਼ਨੀ ਪਸਰੀ ਹੋਈ ਸੀ। ਉਨੀਂਦਰੇ ਕਰਕੇ ਮੇਰੀ ਅੱਖ ਹੀ ਨਹੀਂ ਖੁੱਲ ਰਹੀ ਸੀ। ਬਿਨਾਂ ਸਿਰ ਘੁਮਾਏ ਮੈਂ ਚੌਕੀਦਾਰ ਨੂੰ ਪੁੱਛਿਆ, ਇਸ ਆਸ਼ਰਮ 'ਚ ਤੂੰ ਕਿੰਨੇ ਚਿਰ ਤੋਂ ਹੈ? 5 ਸਾਲ ਤੋਂ। ਇੱਕਦਮ ਅਜਿਹਾ ਗਿਣਿਆ ਮਿਣਿਆ ਜਵਾਬ ਸੁਣ ਕੇ ਮੈਨੂੰ ਲੱਗਿਆ ਜਿਵੇਂ ਉਹ ਮੇਰੇ ਸਵਾਲ ਦੀ ਉਡੀਕ ਹੀ ਕਰ ਰਿਹਾ ਸੀ। ਹੁਣ ਤਾਂ ਬਸ ਉਹਦੀ ਟੇਪ ਦੀ ਰੀਲ ਹੀ ਚਾਲੂ ਹੋ ਗਈ। 10 ਸਾਲ ਪਹਿਲਾਂ ਜੇਕਰ ਕੋਈ ਉਹਨੂੰ ਦੱਸਦਾ ਕਿ ਤੁਹਾਡੀ ਜ਼ਿੰਦਗੀ ਮਾਰੇਂਗੋ ਦੇ ਆਸ਼ਰਮ 'ਚ ਚੌਕੀਦਾਰ ਕਰਕੇ ਬਤੀਤ ਹੋ ਜਾਏਗੀ ਤਾਂ ਉਹ ਕਦੀ ਵੀ ਯਕੀਨ ਨਾ ਕਰਦਾ। ਉਹਨੇ ਦੱਸਿਆ ਕਿ ਉਮਰ 64 ਸਾਲ ਹੈ ਤੇ ਪੈਰਿਸ ਦਾ ਰਹਿਣ ਵਾਲਾ ਹੈ। ਜਿਉਂ ਹੀ ਉਹਨੇ ਇਹ ਦੱਸਿਆ ਤਾਂ ਮੈਂ ਬਿਨਾਂ ਸੋਚੇ ਸਮਝੇ ਬੋਲਿਆ, ਅੱਛਾ ਤਾਂ ਤੂੰ ਇੱਥੋਂ ਦਾ ਰਹਿਣ ਵਾਲਾ ਨਹੀਂ ਹੈ। ਫਿਰ ਯਾਦ ਆਇਆ ਵਾਰਡਨ ਦੇ ਕੋਲ ਜਾਣ ਤੋਂ ਪਹਿਲਾਂ ਉਹਨੇ ਮਾਂ ਬਾਰੇ ਕੁਝ ਦੱਸਿਆ ਸੀ। ਉਹ ਬੋਲਿਆ, ਇਸ ਖਿੱਤੇ ਦੀ ਖਾਸ ਤੌਰ ਤੇ ਇਹਨਾਂ ਹੇਠਲੇ ਮੈਦਾਨਾਂ ਦੀ ਗਰਮੀ ਅਜਿਹੀ ਹੈ ਕਿ ਮਾਂ ਨੂੰ ਜਲਦੀ ਦਫਨਾਉਣਾ ਚੰਗਾ ਹੈ। ਪੈਰਿਸ ਦੀ ਗੱਲ ਕੁਝ ਹੋਰ ਹੈ। ਉੱਥੇ ਤਾਂ 3 ਦਿਨ, ਕਦੇ ਤਾਂ 4-4 ਦਿਨ ਵੀ ਲਾਸ਼ ਨੂੰ ਰੱਖ ਲੈਂਦੇ ਹਨ ਤੇ ਕੁਝ ਨਹੀਂ ਵਿਗੜਦਾ। ਪਰ ਉਹ ਦੱਸਦਾ ਰਿਹਾ ਕਿ ਆਪਣੀ ਜ਼ਿੰਦਗੀ ਦੇ ਸਭ ਤੋਂ ਹੁਸੀਨ ਦਿਨ ਉਹਨੇ ਪੈਰਿਸ 'ਚ ਬਿਤਾਏ ਸਨ। ਹੁਣ ਤਾਂ ਉਹ ਭੁਲਾਇਆ ਵੀ ਨਹੀਂ ਭੁੱਲਦੇ। ਕਹਿਣ ਲੱਗਾ, ਇੱਥੇ ਤਾਂ ਸਮਝ ਲਓ ਸਾਰੇ ਕੰਮ ਕਾਹਲੀ 'ਚ ਹੁੰਦੇ ਹਨ। ਅਜੇ ਕਿਸੇ ਦੇ ਮਰਨ ਦੀ ਖਬਰ ਹੀ ਸੁਣੀ ਹੁੰਦੀ ਹੈ ਕਿ ਲਓ ਸਾਹਿਬ ਦਫਨਾਉਣ ਲਈ ਘੱਲ ਦਿੱਤਾ ਜਾਂਦਾ ਹੈ। ਬਸ ਵਿੱਚ ਹੀ ਉਹਦੀ ਘਰਵਾਲੀ ਬੋਲ ਪਈ, ਇਸ ਵਿਚਾਰੀ ਨੂੰ ਇਹ ਸਭ ਦੱਸਣ ਦੀ ਸਾਨੂੰ ਕੀ ਲੋੜ? ਬੁੱਢਾ ਕੱਚਾ ਜਿਹਾ ਹੋ ਮਾਫੀ ਮੰਗਣ ਲੱਗਾ। ਮੈਂ ਕਿਹਾ, ਨਹੀਂ ਕੋਈ ਗੱਲ ਨਹੀਂ, ਮੈਨੂੰ ਸੱਚਮੁੱਚ ਉਹਦੀਆਂ ਕਈਆਂ ਗੱਲਾਂ ਦਿਲਚਸਪ ਲੱਗ ਰਹੀਆਂ ਸਨ। ਮੈਂ ਇੱਧਰ ਪਹਿਲਾਂ ਧਿਆਨ ਹੀ ਨਹੀਂ ਦਿੱਤਾ ਸੀ। ਉਹਨੇ ਫਿਰ ਦੱਸਣਾ ਸ਼ੁਰੂ ਕੀਤਾ ਕਿ ਆਸ਼ਰਮ ਵਿੱਚ ਉਹ ਤਾਂ ਸਧਾਰਨ ਵਸਨੀਕ ਦੇ ਤੌਰ ਤੇ ਆਇਆ ਸੀ ਕਿਉਂਕਿ ਕੱਦ ਕਾਠ 'ਚ ਚੰਗਾ ਭਲਾ ਸੀ। ਤਾਂ ਜਦੋਂ ਚੌਕੀਦਾਰੀ ਦੀ ਜਗ੍ਹਾ ਖਾਲੀ ਹੋਈ ਤਾਂ ਅਰਜ਼ੀ ਦੇ ਦਿੱਤੀ, ਨੌਕਰੀ ਮਿਲ ਗਈ। ਮੈਂ ਕਿਹਾ, ਤਾਂ ਕੀ ਹੋਇਆ? ਹੈ ਤਾਂ ਤੂੰ ਅਜੇ ਵੀ ਬਾਕੀ ਦੇ ਆਸ਼ਰਮ ਵਾਸੀਆਂ ਵਾਂਗ ਹੀ। ਪਰ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ। ਉਹ ਆਪਣੇ ਆਪ ਨੂੰ ਕੁਝ ਅਫਸਰਨੁਮਾ ਸਮਝਦਾ ਸੀ। ਆਪਣੇ ਤੋਂ ਘੱਟ ਉਮਰ ਵਾਲੇ ਆਸ਼ਰਮ ਵਾਸੀਆਂ ਦੀ ਗੱਲ ਤੁਰਦੀ ਤਾਂ ਉਹਨਾਂ ਦਾ ਜ਼ਿਕਰ ਉਹ ਲੋਕ ਜਾਂ ਕਦੇ-ਕਦਾਈ ਉਹਨਾਂ ਬੁੱਢਿਆਂ ਦੇ ਲਈ ਕਹਿ ਕੇ ਕਰਦਾ। ਉਹਦੀ ਇਸ ਆਦਤ ਤੋਂ ਪਹਿਲਾਂ ਮੈਂ ਖਿਜਿਆ ਵੀ ਸੀ। ਖੈਰ ਹੁਣ ਉਹਦਾ ਨਜ਼ਰੀਆ ਮੇਰੀ ਸਮਝ 'ਚ ਆ ਗਿਆ। ਚੌਕੀਦਾਰ ਦੇ ਰੂਪ 'ਚ ਹੀ ਸਹੀ, ਉਹਦੀ ਆਪਣੀ ਹੋਂਦ ਬਾਕੀ ਲੋਕਾਂ ਉੱਪਰ ਕੁਝ ਰੋਬ ਦਾਵ ਵਾਲੀ ਤਾਂ ਸੀ ਹੀ। ਉਦੋਂ ਤੱਕ ਨਰਸ ਵਾਪਸ ਮੁੜ ਆਈ। ਰਾਤ ਕੁਝ ਇੰਨੀ ਕਾਹਲੀ ਨਾਲ ਪਈ ਕਿ ਜਿਵੇਂ ਰੌਸ਼ਨਦਾਨ ਦੇ ਪਾਰ ਦਾ ਅਸਮਾਨ ਅਚਾਨਕ ਕਾਲਖ ਵਾਂਗ ਹੋ ਗਿਆ। ਚੌਕੀਦਾਰ ਨੇ ਬੱਤੀਆਂ ਜਗਾ ਦਿੱਤੀਆਂ। ਬੱਤੀਆਂ ਦੀ ਲੋ ਨਾਲ ਅੱਖਾਂ ਅੱਗੇ ਇੱਕਦਮ ਹਨੇਰਾ ਛਾ ਗਿਆ। ਉਹਨੇ ਸਲਾਹ ਦਿੱਤੀ ਕਿ ਮੈਂ ਆਸ਼ਰਮ ਦੇ ਲੰਗਰ 'ਚੋਂ ਰੋਟੀ ਖਾ ਲਵਾਂ, ਪਰ ਮੈਨੂੰ ਭੁੱਖ ਨਹੀਂ ਸੀ। ਫਿਰ ਉਹਨੇ ਕਿਹਾ, ਜੇਕਰ ਤੂੰ ਚਾਹੇ ਤਾਂ ਤੇਰੇ ਲਈ ਗਲਾਸ ਬਿਨਾਂ ਦੁੱਧ ਦੀ ਕੌਫੀ ਲੈ ਆਵਾਂ। ਕਾਲੀ ਕੌਫੀ ਮੇਰੀ ਖਾਸ ਪਸੰਦ ਹੈ ਤਾਂ ਕਹਿ ਦਿੱਤਾ, ਧੰਨਵਾਦ। ਕੁਝ ਮਿੰਟਾਂ 'ਚੋਂ ਇੱਕ ਟਰੇ ਚੁੱਕ ਲਿਆਇਆ। ਕਾਫੀ ਪੀਣ ਤੋਂ ਬਾਅਦ ਮੇਰੀ ਸਿਗਰਟ ਪੀਣ ਦੀ ਇੱਛਾ ਜਾਗੀ, ਪਰ ਮਨ ਸ਼ਸ਼ੋਪੰਚ ਸੀ। ਇਸ ਮੌਕੇ ਤੇ ਮੈਂ ਮਾਂ ਦੀ ਹਾਜ਼ਰੀ 'ਚ ਸਿਗਰਟ ਪੀਵਾਂ ਜਾਂ ਨਾ। ਜਦੋਂ ਇੱਕ ਵਾਰ ਫਿਰ ਸੋਚਿਆ ਤਾਂ ਕੋਈ ਹਰਜ਼ ਨਹੀਂ ਲੱਗਿਆ। ਇੱਕ ਸਿਗਰਟ ਦੀ ਸੁਲ੍ਹਾ ਚੌਕੀਦਾਰ ਨੂੰ ਵੀ ਮਾਰੀ। ਅਸੀਂ ਦੋਨੋਂ ਸਿਗਰਟ ਪੀਂਦੇ ਰਹੇ। ਥੋੜੀ ਦੇਰ ਬਾਅਦ ਉਹਨੇ ਫਿਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਤੁਹਾਡੀ ਮਾਂ ਦੇ ਦੂਜੇ ਸੰਗੀ ਸਾਥੀ ਵੀ ਥੋੜੀ ਦੇਰ ਤੱਕ ਇੱਥੇ ਆ ਜਾਣਗੇ। ਉਹ ਲੋਕ ਵੀ ਤੁਹਾਡੇ ਨਾਲ ਬੈਠ ਕੇ ਪੂਰੀ ਰਾਤ ਗੁਜ਼ਾਰਨਗੇ। ਇਹ ਇੱਥੋਂ ਦੀ ਰੀਤ ਹੈ। ਜਦੋਂ ਵੀ ਕੋਈ ਮਰਦਾ ਹੈ, ਸਾਰੇ ਲੋਕ ਲਾਸ਼ ਸਰਾਣੇ ਬੈਠ ਕੇ ਪੂਰੀ ਰਾਤ ਜਾਗ ਕੇ ਪ੍ਰਾਰਥਨਾ ਕਰਦੇ ਹਨ। ਅੱਛਾ, ਮੈਂ ਜਾ ਕੇ ਉਹਨਾਂ ਲਈ ਕੁਝ ਹੋਰ ਕੁਰਸੀਆਂ ਤੇ ਕਾਫੀ ਵਰਤਾਉਣ ਲਈ ਵਾਲੇ ਭਾਂਡੇ ਲੈ ਆਵਾਂ। ਚਿੱਟੀਆਂ ਕੰਧਾਂ ਉੱਪਰ ਪੈਂਦੀ ਲੋ ਦੀ ਚਮਕ ਮੇਰੀਆਂ ਅੱਖਾਂ ਵਿੱਚ ਚੁਭ ਰਹੀ ਸੀ। ਮੈਂ ਪੁੱਛਿਆ, ਇਹਨਾਂ 'ਚੋਂ ਇੱਕ ਬੱਤੀ ਤਾਂ ਬੁਝਾ ਦਿਓ। ਉਹਨੇ ਦੱਸਿਆ, ਇਹ ਸੰਭਵ ਨਹੀਂ ਹੈ। ਸਾਰੀਆਂ ਬੱਤੀਆਂ ਇਸ ਢੰਗ ਨਾਲ ਲਾਈਆਂ ਗਈਆਂ ਹਨ ਕਿ ਜਾਂ ਤਾਂ ਸਾਰੀਆਂ ਹੀ ਜਗਦੀਆਂ ਹਨ ਜਾਂ ਸਾਰੀਆਂ ਬੁਝ ਜਾਂਦੀਆਂ ਹਨ। ਉਹ ਬਾਹਰ ਜਾ ਕੇ ਕੁਰਸੀਆਂ ਲੈ ਆਇਆ। ਉਹਨਾਂ ਨੂੰ ਤਾਬੂਤ ਦੇ ਚਾਰੋਂ ਪਾਸੇ ਲਗਾ ਕੇ ਉਹਨੇ ਇੱਕ ਕੁਰਸੀ ਉੱਪਰ ਕਾਫੀ ਦੀ ਕੇਤਲੀ ਤੇ 10-12 ਪਿਆਲੀਆਂ ਰੱਖ ਦਿੱਤੀਆਂ। ਇਸ ਤੋਂ ਬਾਅਦ ਬਿਲਕੁਲ ਮੇਰੇ ਸਾਹਮਣੇ ਵੱਲ ਮਾਂ ਕੋਲ ਬੈਠ ਗਿਆ। ਨਰਸ ਕਮਰੇ ਦੇ ਦੂਸਰੇ ਸਿਰੇ ਮੇਰੇ ਵੱਲ ਪਿੱਠ ਕਰੀ ਬੈਠੀ ਸੀ। ਕੀ ਕਰ ਰਹੀ ਹੈ ਇਹ ਤਾਂ ਦਿਸਦਾ ਨਹੀਂ ਸੀ, ਪਰ ਉਹਦੀਆਂ ਬਾਹਾਂ ਹਿੱਲਣ ਦੇ ਤਰੀਕੇ ਤੋਂ ਅੰਦਾਜ਼ਾ ਲੱਗਾ ਕਿ ਉਹ ਸਲਾਈਆਂ ਨਾਲ ਕੁਝ ਬੁਣ ਰਹੀ ਹੈ। ਮੈਨੂੰ ਬੜਾ ਆਰਾਮ ਮਿਲ ਰਿਹਾ ਸੀ। ਕੌਫੀ ਨੇ ਤਨ ਮਨ ਨੂੰ ਆਨੰਦਿਤ ਕਰ ਦਿੱਤਾ ਸੀ। ਖੁੱਲੇ ਬੂਹੇ ਤੋਂ ਫੁੱਲਾਂ ਦੀ ਭਿੰਨੀ ਖੁਸ਼ਬੂ ਤੇ ਰਾਤ ਦੀ ਠੰਡੀ ਹਵਾ ਦੇ ਬੁੱਲੇ ਆ ਰਹੇ ਸਨ। ਸ਼ਾਇਦ ਘੜੀ ਕੋ ਮੇਰੀ ਅੱਖ ਵੀ ਲੱਗ ਗਈ ਹੋਵੇ। ਅਜੀਬ ਜੀ ਕੋਈ ਆਵਾਜ਼ ਸਰ ਕਰਦੀ ਕੰਨਾਂ 'ਚੋਂ ਲੰਘੀ ਤਾਂ ਮੈਂ ਜ਼ਰਾ ਉੱਠਿਆ।
ਬੰਦ ਅੱਖਾਂ ਵਿੱਚ ਹੀ ਮੈਨੂੰ ਇੰਜ ਜਾਪਿਆ ਰੌਸ਼ਨੀ ਪਹਿਲਾਂ ਤੋਂ ਵੀ ਤੇਜ਼ ਹੋ ਗਈ ਹੈ। ਕਿਸੇ ਪਰਛਾਵੇਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਮਾਂ ਦੇ ਸੰਗੀ ਸਾਥੀ ਬੁੱਢੇ ਬੁੱਢੀਆਂ ਆਉਣ ਲੱਗੇ ਸਨ। ਉਹਨਾਂ ਲੰਘਦਿਆਂ ਨੂੰ ਮੈਂ ਗਿਣਿਆ 1 2 3 10। ਉਹਨਾਂ ਲੋਕਾਂ ਦੇ ਬੈਠਣ ਸਮੇਂ ਕਿਸੇ ਕੁਰਸੀ ਦੀ ਚੀਂ ਚੀਂ ਕਰਨ ਦੀ ਆਵਾਜ਼ ਵੀ ਨਹੀਂ ਆਈ। ਉਸ ਦਿਨ ਉਹਨਾਂ ਲੋਕਾਂ ਨੂੰ ਮੈਂ ਜਿੰਨਾ ਸਾਫ਼-ਸਾਫ਼ ਦੇਖਿਆ, ਸ਼ਾਇਦ ਜ਼ਿੰਦਗੀ 'ਚ ਕਦੇ ਕਿਸੇ ਚੀਜ਼ ਨੂੰ ਇੰਨਾ ਸਾਫ਼ ਨਹੀਂ ਦੇਖਿਆ। ਉਹਨਾਂ ਦੇ ਚਿਹਰੇ, ਮੋਹਰੇ, ਕੱਪੜੇ, ਲੀੜੇ, ਇੱਕ ਕਿਣਕਾ ਵੀ ਮੇਰੀਆਂ ਅੱਖਾਂ ਤੋਂ ਓਹਲੇ ਨਾ ਹੋਇਆ। ਮੈਨੂੰ ਉਹਨਾਂ ਦੀ ਇੱਕ ਵੀ ਆਵਾਜ਼ ਸੁਣਾਈ ਨਹੀਂ ਦਿੱਤੀ ਸੀ। ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹ ਸੱਚਮੁੱਚ ਇੱਥੇ ਹਨ ਵੀ ਜਾਂ ਨਹੀਂ। ਤਕਰੀਬਨ ਸਾਰੀਆਂ ਔਰਤਾਂ ਨੇ ਲੰਬੇ-ਲੰਬੇ ਚੋਗੇ ਪਾਏ ਸਨ ਤੇ ਸੂਤਲੀਆਂ ਨੂੰ ਕੱਸ-ਕੱਸ ਕੇ ਲੱਕ ਨਾਲ ਇੰਜ ਬੰਨਿਆ ਸੀ ਕਿ ਉਹਨਾਂ ਦੇ ਵੱਡੇ-ਵੱਡੇ ਢਿੱਡ ਹੋਰ ਵੀ ਜ਼ਿਆਦਾ ਬਾਹਰ ਨਿਕਲ ਆਏ ਸਨ। ਕਿੰਨੇ ਵੱਡੇ-ਵੱਡੇ ਬੰਦੇ ਹੁੰਦੇ ਹਨ। ਤੀਵੀਆਂ ਦੇ ਢਿੱਡ ਇਸ ਪਾਸੇ ਮੈਂ ਕਦੇ ਧਿਆਨ ਹੀ ਨਹੀਂ ਸੀ ਦਿੱਤਾ। ਹਾਂ ਸੱਚ, ਆਦਮੀ ਜ਼ਿਆਦਾਤਰ ਅਮਲੀਆਂ ਤੇ ਵਿਭਚਾਰੀਆਂ ਵਾਂਗ ਮਰੀਅਲ ਜਿਹੇ ਸਨ, ਜਿਨ੍ਹਾਂ ਦੇ ਹੱਥਾਂ 'ਚ ਸੋਟੇ ਫੜੇ ਹੋਏ ਸਨ। ਉਹਨਾਂ ਦੇ ਚਿਹਰੇ ਦੀ ਸਭ ਤੋਂ ਅਹਿਮ ਗੱਲ ਮੈਨੂੰ ਇਹ ਲੱਗੀ ਕਿ ਉਹਨਾਂ ਦੀਆਂ ਅੱਖਾਂ ਮੈਨੂੰ ਦਿਸਦੀਆਂ ਹੀ ਨਹੀਂ ਸਨ। ਝੁਰੜੀਆਂ ਦੇ ਝੁਰਮਟ 'ਚ ਸਿਰਫ ਇੱਕ ਤੇਜ਼ ਰਹਿਤ ਤੇ ਮਰੀ ਮੁੱਕੀ ਰੌਸ਼ਨੀ ਜਿਹੀ ਨਜ਼ਰ ਆਉਂਦੀ ਸੀ। ਬੈਠਣ ਤੋਂ ਬਾਅਦ ਉਹਨਾਂ ਨੇ ਮੇਰੇ ਵੱਲ ਤੱਕਣਾ ਸ਼ੁਰੂ ਕੀਤਾ। ਉਹਨਾਂ ਦੀਆਂ ਧੌਣਾਂ ਕੁੱਤੇ ਦੀ ਪੂਛ ਵਾਂਗ ਇੱਧਰ ਉੱਧਰ ਘੁੰਮ ਰਹੀਆਂ ਸਨ ਤੇ ਬਿਨਾਂ ਦੰਦਾਂ ਵਾਲੇ ਮਸੂੜਿਆਂ ਨਾਲ ਉਹ ਆਪਣੇ ਬੁੱਲ੍ਹਾਂ ਨੂੰ ਲਗਾਤਾਰ ਚੂਸੀ ਜਾ ਰਹੇ ਸਨ। ਮੈਂ ਅੰਦਾਜ਼ਾ ਨਹੀਂ ਲਾ ਰਿਹਾ ਸੀ ਕਿ ਮੈਨੂੰ ਪਹਿਲੀ ਵਾਰ ਵੇਖ ਕੇ ਲੋਕ ਮੇਰੀ ਆਓ ਭਗਤ ਵਿੱਚ ਕੁਝ ਕਹਿਣਾ ਚਾਹੁੰਦੇ ਸਨ ਜਾਂ ਉਹਨਾਂ ਦੀਆਂ ਹਰਕਤਾਂ ਬੁਢਾਪੇ ਦੀ ਕਮਜ਼ੋਰੀ ਕਰਕੇ ਸਨ। ਮੈਂ ਤਾਂ ਇਹ ਵੀ ਮੰਨਣ ਨੂੰ ਤਿਆਰ ਬੈਠਾ ਸੀ ਕਿ ਇਹ ਲੋਕ ਆਪਣੇ ਤਰੀਕੇ ਨਾਲ ਮੇਰਾ ਸਵਾਗਤ ਹੀ ਕਰ ਰਹੇ ਹਨ, ਪਰ ਚੌਕੀਦਾਰ ਨੂੰ ਘੇਰਾ ਪਾ ਕੇ ਉਹਨਾਂ ਦਾ ਬੈਠ ਜਾਣਾ, ਗੰਭੀਰਤਾ ਨਾਲ ਮੈਨੂੰ ਇੱਕ ਟੱਕ ਦੇਖਣਾ ਤੇ ਸਿਰ ਹਿਲਾਈ ਜਾਣਾ ਦੇਖ ਕੇ ਬੜਾ ਅਜੀਬ ਜਿਹਾ ਲੱਗਦਾ ਸੀ। ਉਸੇ ਵੇਲੇ ਦਿਮਾਗ 'ਚ ਇੱਕ ਬੇਤੁਕੀ ਜਿਹੀ ਗੱਲ ਆਈ। ਇੰਜ ਲੱਗਿਆ ਜਿਵੇਂ ਇਹ ਸਾਰੇ ਮੇਰਾ ਇਨਸਾਫ ਕਰਨ ਬੈਠੇ ਹਨ। ਕੁਝ ਸਮੇਂ ਬਾਅਦ ਔਰਤਾਂ ਵਿੱਚੋਂ ਇੱਕ ਨੇ ਰੋਣਾ ਸ਼ੁਰੂ ਕਰ ਦਿੱਤਾ। ਉਹ ਦੂਸਰੀ ਕਤਾਰ 'ਚ ਸੀ ਤੇ ਇੱਕ ਔਰਤ ਦੇ ਓਹਲੇ ਹੋਣ ਕਰਕੇ ਉਹਦਾ ਚਿਹਰਾ ਸਾਫ਼ ਨਹੀਂ ਸੀ ਦਿਸਦਾ। ਉਹਦੇ ਮੂੰਹ 'ਚੋਂ ਰੁਕ-ਰੁਕ ਕੇ ਦਬੇ ਘੁੱਟੇ ਹਟਕੋਰੇ ਨਿਕਲ ਰਹੇ ਸਨ। ਇੰਜ ਲੱਗਦਾ ਸੀ ਕਿ ਹਟਕੋਰੇ ਕਦੇ ਬੰਦ ਨਹੀਂ ਹੋਣਗੇ। ਬਾਕੀਆਂ ਦਾ ਜਿਵੇਂ ਉਸ ਵੱਲ ਧਿਆਨ ਹੀ ਨਹੀਂ ਸੀ। ਸਾਰੇ ਦੇ ਸਾਰੇ ਆਪਣੀਆਂ ਕੁਰਸੀਆਂ ਤੇ ਦਬੇ ਘੁੱਟੇ ਗੁੰਮ-ਸੁੰਮ ਬੈਠੇ ਸਨ ਤੇ ਤਾਬੂਤ ਵੱਲ ਜਾਂ ਆਪਣੀਆਂ ਸੋਟੀਆਂ ਵੱਲ ਜਾਂ ਜੋ ਵੀ ਸਾਹਮਣੇ ਪਿਆ ਸੀ ਬਸ ਉਸੇ ਨੂੰ ਟਿਕ-ਟਿਕੀ ਲਗਾ ਦੇਖੀ ਜਾ ਰਹੇ ਸਨ। ਔਰਤ ਰੋਂਦੀ ਰਹੀ। ਮੈਨੂੰ ਬੜੀ ਹੈਰਾਨੀ ਹੋਈ। ਇਸ ਔਰਤ ਨੂੰ ਤਾਂ ਮੈਂ ਜਾਣਦਾ ਵੀ ਨਹੀਂ। ਦਿਲ ਕੀਤਾ ਚੁੱਪ ਕਰਾ ਦੇਵਾਂ, ਪਰ ਉਸ ਨਾਲ ਗੱਲ ਕਰਨ ਦਾ ਹੌਸਲਾ ਨਹੀਂ ਪਿਆ। ਕੁਝ ਦੇਰ ਬਾਅਦ ਚੌਕੀਦਾਰ ਝੁੱਕ ਕੇ ਉਹਦੇ ਕੰਨ 'ਚ ਬੁੜਬੁੜਾਇਆ। ਜਵਾਬ 'ਚ ਔਰਤ ਨੇ ਸਿਰ ਘੁਮਾਇਆ ਤੇ ਮੂੰਹ ਵਿੱਚ ਹੀ ਕੁਝ ਬੋਲੀ, ਜਿਹਦਾ ਪਤਾ ਨਹੀਂ ਲੱਗਿਆ, ਪਰ ਰੋਣਾ ਲਗਾਤਾਰ ਜਾਰੀ ਰਿਹਾ। ਚੌਕੀਦਾਰ ਉੱਠਿਆ, ਆਪਣੀ ਕੁਰਸੀ ਖਿੱਚ ਕੇ ਮੇਰੇ ਕੋਲ ਲੈ ਆਇਆ। ਪਹਿਲਾਂ ਤਾਂ ਉਹ ਚੁੱਪਚਾਪ ਬੈਠਾ ਰਿਹਾ, ਫਿਰ ਬਿਨਾਂ ਮੇਰੇ ਵੱਲ ਵੇਖੇ ਦੱਸਣ ਲੱਗਾ, ਇਹਦਾ ਤੁਹਾਡੀ ਮਾਂ ਨਾਲ ਕਾਫੀ ਮੋਹ ਸੀ। ਕਹਿੰਦੀ ਹੈ ਦੁਨੀਆ 'ਚ ਸਿਰਫ ਤੁਹਾਡੀ ਮਾਂ ਹੀ ਇਹਦੀ ਸਕੀ ਸੀ, ਪਰ ਹੁਣ ਕੋਈ ਵੀ ਨਹੀਂ ਰਿਹਾ ਤੇ ਉਹ ਬਿਲਕੁਲ ਹੀ ਇਕੱਲੀ ਹੈ। ਮੈਂ ਕੀ ਕਹਿੰਦਾ, ਫਿਰ ਕਾਫੀ ਦੇਰ ਚੁੱਪ ਛਾਈ ਰਹੀ। ਹੁਣ ਉਸ ਔਰਤ ਦਾ ਡੁਸਕਣਾ ਕਾਫੀ ਘੱਟ ਹੋ ਗਿਆ ਸੀ। ਕੁਛ ਦੇਰ ਨੱਕ ਦੇ ਸੁੜ ਕੇ ਮਾਰਨ ਤੋਂ ਬਾਅਦ ਉਹਨੇ ਨੱਕ ਸਾਫ਼ ਕੀਤਾ ਤੇ ਫਿਰ ਸ਼ਾਂਤ ਚਿੱਤ ਹੋ ਕੇ ਬੈਠ ਗਈ। ਮੈਨੂੰ ਨੀਂਦ ਤਾਂ ਨਹੀਂ, ਪਰ ਥਕਾਵਟ ਮਹਿਸੂਸ ਹੋ ਰਹੀ ਸੀ। ਲੱਤਾਂ ਬੁਰੀ ਤਰ੍ਹਾਂ ਦਰਦ ਕਰਦੀਆਂ ਸਨ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਚੁਫੇਰਲੀ ਖਾਮੋਸ਼ੀ ਮੈਨੂੰ ਨਿਗਲ ਰਹੀ ਹੈ। ਸਾਰੇ ਪਾਸੇ ਚੁੱਪ ਛਾਈ ਹੋਈ ਸੀ ਤੇ ਜੇਕਰ ਕੁਝ ਕੰਨੀ ਪੈਂਦਾ ਸੀ ਤਾਂ ਰੁਕ-ਰੁਕ ਕੇ ਆਉਂਦੀ ਇੱਕ ਆਵਾਜ਼। ਪਹਿਲਾਂ ਤਾਂ ਮੈਂ ਬੌਂਦਲਿਆ ਕਿ ਇਹ ਕਿਹੋ ਜਿਹੀ ਆਵਾਜ਼ ਹੈ, ਪਰ ਧਿਆਨ ਨਾਲ ਸੁਣਿਆ, ਸਮਝ ਆ ਗਈ। ਬੈਠੇ-ਬੈਠੇ ਬੁੱਢੇ ਆਪਣੀਆਂ ਅੰਦਰ ਧਸੀਆਂ ਗੱਲਾਂ ਵਿੱਚੋਂ ਚੁਸਕ ਦੀ ਅਜੀਬ ਜਿਹੀ ਆਵਾਜ਼ ਕੱਢ ਰਹੇ ਸਨ, ਜਿਹਨੂੰ ਸੁਣ ਕੇ ਪਹਿਲਾਂ ਤਾਂ ਮੈਂ ਚਕਰਾ ਹੀ ਗਿਆ ਸੀ। ਸਾਰੇ ਦੇ ਸਾਰੇ ਆਪਣੇ ਆਪ 'ਚ ਇੰਨੇ ਮਸਤ ਸਨ ਕਿ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਇਲਮ ਤੱਕ ਨਹੀਂ ਸੀ ਕਿ ਉਹ ਅਜਿਹਾ ਕੁਝ ਕਰ ਰਹੇ ਹਨ। ਮੈਨੂੰ ਤਾਂ ਜਾਪਿਆ ਕਿ ਵਿਚਕਾਰ ਰੱਖੀ ਲਾਸ਼ ਨਾਲ ਵੀ ਉਹਨਾਂ ਦਾ ਕੋਈ ਸਰੋਕਾਰ ਨਹੀਂ ਸੀ, ਪਰ ਹੁਣ ਸੋਚਦਾ ਕਿ ਮੇਰਾ ਵਹਿਮ ਸੀ। ਚੌਕੀਦਾਰ ਨੇ ਕੱਲੇ ਨੂੰ ਕਾਫੀ ਵਰਤਾਈ ਤਾਂ ਅਸੀਂ ਪੀ ਲਈ। ਇਸ ਤੋਂ ਬਾਅਦ ਕੀ ਹੋਇਆ ਮੈਨੂੰ ਚੇਤੇ ਨਹੀਂ ਆਉਂਦਾ। ਜਿਵੇਂ ਕਿਵੇਂ ਰਾਤ ਲੰਘ ਗਈ। ਬਸ ਇੱਕ ਹੀ ਗੱਲ ਦਾ ਖਿਆਲ ਹੈ, ਰਾਤ ਨੂੰ ਅੱਖ ਖੁੱਲੀ ਤਾਂ ਦੇਖਿਆ ਇੱਕ ਨੂੰ ਛੱਡ ਕੇ ਬਾਕੀ ਸਾਰੇ ਬੁੱਢੇ ਆਪਣੀਆਂ ਕੁਰਸੀਆਂ ਉੱਤੇ ਵਿੰਗੇ ਟੇਢੇ ਹੋਏ ਸੌਂ ਰਹੇ ਸਨ। ਉਹ ਇਕੱਲਾ ਬੁੱਢਾ ਆਪਣੇ ਸੋਟੇ ਨੂੰ ਦੋਹਾਂ ਹੱਥਾਂ 'ਚ ਜਕੜੀ ਬੈਠਾ ਉਸ ਉੱਪਰ ਆਪਣੀ ਠੋਡੀ ਟਿਕਾ ਮੈਨੂੰ ਇੱਕ ਟੱਕ ਘੂਰੀ ਜਾ ਰਿਹਾ ਸੀ, ਜਾਂ ਸਮਝੋ ਮੇਰੇ ਜਾਗਣ ਦੀ ਉਡੀਕ ਕਰ ਰਿਹਾ ਸੀ।
ਪਰ ਫਿਰ ਮੈਨੂੰ ਉਸੇ ਵੇਲੇ ਝਪਕੀ ਆ ਗਈ। ਕੁਝ ਸਮੇਂ ਬਾਅਦ ਫਿਰ ਅੱਖ ਖੁੱਲ ਗਈ। ਲੱਤਾਂ ਦਾ ਦਰਦ ਵੱਧ ਗਿਆ ਸੀ, ਝੁੰਝੁਣੀਆਂ ਪੈਦਾ ਹੋ ਰਹੀਆਂ ਸਨ। ਉੱਪਰ ਰੌਸ਼ਨਦਾਨ ਵਿੱਚੋਂ ਪੌ ਫਟਾਲੇ ਦੀਆਂ ਕਿਰਨਾਂ ਅੰਦਰ ਆਉਣ ਲੱਗੀਆਂ। 1-2 ਮਿੰਟ ਬਾਅਦ ਇੱਕ ਬੁੱਢੇ ਦੀ ਵੀ ਅੱਖ ਖੁੱਲ ਗਈ ਤੇ ਉਹਨੇ ਖਾਉਂ ਖਾਉਂ ਕਰਕੇ ਮੁੜ-ਮੁੜ ਖੰਘਣਾ ਸ਼ੁਰੂ ਕਰ ਦਿੱਤਾ। ਕੋਲ ਰੱਖੇ ਚਕੋਰ ਖਾਨੇਦਾਰ ਕੱਪੜੇ ਵਿੱਚ ਮੁੜ-ਮੁੜ ਥੁੱਕ ਲੈਂਦਾ ਸੀ ਤੇ ਉਹਦੇ ਇੰਜ ਬਾਰ-ਬਾਰ ਥੁੱਕਣ ਤੋਂ ਲੱਗਦਾ ਜਿਵੇਂ ਹੁਣੇ ਉਹਨੇ ਉਲਟੀ ਕੀਤੀ। ਇਸ ਖੰਘਣ ਥੁੱਕਣ ਨਾਲ ਬਾਕੀਆਂ ਦੀ ਵੀ ਨੀਂਦ ਟੁੱਟ ਗਈ। ਚੌਕੀਦਾਰ ਨੇ ਆ ਕੇ ਦੱਸਿਆ ਕਿ ਤੁਰਨ ਦਾ ਸਮਾਂ ਹੋ ਗਿਆ। ਸਾਰੇ ਉੱਠ ਖੜੇ ਹੋਏ। ਰਾਤ ਦੇ ਦੁਖਦਾਇਕ ਨੀਂਦਰੇ ਤੋਂ ਬਾਅਦ ਸਾਰਿਆਂ ਦੇ ਚਿਹਰੇ ਸੁਆਹ ਵਾਂਗ ਬੁਝੇ ਲੱਗ ਰਹੇ ਸਨ। ਉਂਝ ਤਾਂ ਅਸੀਂ ਆਪਸ 'ਚ ਕੋਈ ਵੀ ਗੱਲ ਨਹੀਂ ਕੀਤੀ, ਪਰ ਜਦੋਂ ਇੱਕ ਕਰਕੇ ਸਾਰਿਆਂ ਨੇ ਮੇਰੇ ਨਾਲ ਹੱਥ ਮਿਲਾਏ ਤਾਂ ਇਸ ਗੱਲ ਦੀ ਬੜੀ ਹੈਰਾਨੀ ਹੋਈ। ਇੰਜ ਜਾਪਿਆ ਜਿਵੇਂ ਸਾਰੀ ਰਾਤ ਇਕੱਠਿਆਂ ਬੈਠ ਕੇ ਕੱਟਣ ਕਰਕੇ ਸਾਡੇ ਸਾਰਿਆਂ ਵਿਚਕਾਰ ਇੱਕ ਨੇੜਤਾ ਤੇ ਆਪਣੇਪਨ ਦਾ ਰਿਸ਼ਤਾ ਪੈਦਾ ਹੋ ਗਿਆ। ਬੇਸ਼ੱਕ ਅਸੀਂ ਆਪਸ 'ਚ ਕੋਈ ਗੱਲ ਵੀ ਨਹੀਂ ਕੀਤੀ। ਮੇਰਾ ਤਾਂ ਬੁਰਾ ਹਾਲ ਸੀ। ਚੌਕੀਦਾਰ ਮੈਨੂੰ ਆਪਣੇ ਕਮਰੇ ਅੰਦਰ ਲੈ ਆਇਆ। ਇੱਥੇ ਮੈਂ ਹੱਥ ਮੂੰਹ ਧੋ ਕੇ ਕੱਪੜੇ ਠੀਕ ਕੀਤੇ। ਉਹਦੀ ਦਿੱਤੀ ਥੋੜੀ ਜਿਹੀ ਚਿੱਟੀ ਕੌਫੀ ਪੀ ਕੇ ਲੱਗਿਆ ਸਰੀਰ 'ਚ ਜਾਨ ਪੈ ਗਈ। ਬਾਹਰ ਆ ਕੇ ਦੇਖਿਆ ਸੂਰਜ ਚੜ੍ਹ ਆਇਆ। ਮਾਰਿੰਗੋ ਤੇ ਸਮੁੰਦਰ ਦੇ ਵਿਚਕਾਰ ਦੀਆਂ ਪਹਾੜੀਆਂ ਦੇ ਉੱਪਰ ਅਸਮਾਨ ਵਿੱਚ ਸਿੰਦੂਰ ਖਿਲ ਰਿਹਾ ਹੋਇਆ। ਸੁਬਾਹ ਦੀ ਵਗਦੀ ਠੰਡੀ ਸੁਹਾਵਣੀ ਹਵਾ ਨਾਲ ਲੱਗਦਾ ਸੀ ਅੱਜ ਦਾ ਦਿਨ ਚੰਗਾ ਨਿਕਲੇਗਾ। ਪਿੰਡਾਂ ਤੇ ਖੇਤਾਂ ਵੱਲ ਆਇਆ ਤਾਂ ਜਿਵੇਂ ਮੁੱਦਤਾਂ ਹੋ ਗਈਆਂ। ਸੋਚਣ ਲੱਗਾ ਕਿ ਮਾਂ ਦਾ ਦੁੱਖ ਨਾ ਹੁੰਦਾ ਇਸ ਸਮੇਂ ਇੱਥੇ ਘੁੰਮਣ ਫਿਰਨ ਦਾ ਕਿੰਨਾ ਆਨੰਦ ਆਉਂਦਾ। ਖੈਰ ਇਸ ਸਮੇਂ ਤਾਂ ਮੈਂ ਚੌਕ 'ਚ ਇੱਕ ਦੇ ਕੱਦ ਦਰਖਤ ਹੇਠਾਂ ਖੜਾ ਉਡੀਕ ਕਰ ਰਿਹਾ ਸੀ। ਠੰਡੀ ਯਖ ਧਰਤੀ ਤੋਂ ਨਿਕਲਦੀ ਰਸ ਭਿੰਨੀ ਖੁਸ਼ਬੂ ਨੂੰ ਸਾਹਾਂ 'ਚ ਸਮੇਟਦਿਆਂ ਇੰਜ ਲੱਗਿਆ ਕਿ ਹੁਣ ਉਹ ਨੀਂਦਰੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਹੁਣ ਮੈਂ ਦਫ਼ਤਰ ਦੇ ਲੋਕਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਤਾਂ ਲੋਕ ਸੌਂ ਕੇ ਉੱਠ ਗਏ ਹੋਣਗੇ ਤੇ ਕੰਮ ਨੂੰ ਜਾਣ ਦੀਆਂ ਤਿਆਰੀਆਂ ਕਰਦੇ ਹੋਣਗੇ। ਮੇਰੇ ਲਈ ਇਹ ਪਲ ਦਿਨ ਦਾ ਸਭ ਤੋਂ ਭੈੜਾ ਸਮਾਂ ਹੁੰਦਾ ਹੈ। 10-12 ਮਿੰਟ ਮੈਂ ਇੰਝ ਹੀ ਸੋਚਦਾ ਰਿਹਾ ਕਿ ਇਮਾਰਤ ਅੰਦਰ ਵੱਜੀ ਘੰਟੀ ਨਾਲ ਖਿਆਲਾਂ ਦੀ ਲੜੀ ਟੁੱਟ ਗਈ। ਬਾਰੀਆਂ ਵਿੱਚੋਂ ਲੋਕ ਚੱਲਦੇ ਫਿਰਦੇ ਦਿਖਾਈ ਦੇਣ ਲੱਗੇ, ਪਰ ਇਸ ਤੋਂ ਛੇਤੀ ਬਾਅਦ ਹੀ ਸ਼ਾਂਤੀ ਹੋ ਗਈ। ਸੂਰਜ ਥੋੜਾ ਹੋਰ ਉੱਗ ਆਇਆ ਸੀ ਤੇ ਮੇਰੇ ਪੈਰਾਂ ਦੀਆਂ ਤਲੀਆਂ ਗਰਮ ਹੋਣ ਲੱਗੀਆਂ। ਚੌਕੀਦਾਰ ਚੌਕ ਪਾਰ ਕਰਕੇ ਆਇਆ ਤੇ ਬੋਲਿਆ, ਵਾਰਡਨ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਹਨ। ਮੈਂ ਦਫ਼ਤਰ 'ਚ ਗਿਆ ਤਾਂ ਵਾਰਡਨ ਨੇ ਕੁਝ ਹੋਰ ਕਾਗਜ਼ਾਂ ਉੱਪਰ ਦਸਤਖਤ ਕਰਵਾਏ। ਦੇਖਿਆ ਹੁਣ ਉਹਦੇ ਕੱਪੜੇ ਕਾਲੇ ਰੰਗ ਦੇ ਸਨ। ਪੈਂਟ ਦਾ ਕੱਪੜਾ ਬਰੀਕ ਧਾਰੀਆਂ ਵਾਲਾ ਸੀ। ਟੈਲੀਫੋਨ ਦਾ ਰਿਸੀਵਰ ਹੱਥ 'ਚ ਫੜੀ ਮੈਨੂੰ ਦੇਖ ਕੇ ਬੋਲਿਆ, ਹੁਣੇ ਅੰਡਰਟੇਕਰ ਸੰਸਕਾਰ ਪ੍ਰਬੰਧਕ ਦੇ ਲੋਕ ਆ ਗਏ ਹਨ। ਉਹ ਤਾਬੂਤ ਬੰਦ ਕਰਨ ਲਈ ਮੁਰਦਾ ਘਰ ਜਾਣ ਵਾਲੇ ਹਨ। ਤੁਸੀਂ ਕਹੋ ਤਾਂ ਉਹਨਾਂ ਨੂੰ ਜ਼ਰਾ ਰੋਕ ਦੇਵਾਂ। ਮਾਂ ਦੇ ਆਖਰੀ ਦਰਸ਼ਨ ਤਾਂ ਕਰਨੇ ਹਨ। ਜੀ ਨਹੀਂ। ਆਵਾਜ਼ ਹੌਲੀ ਕਰਕੇ ਉਹਨੇ ਰਿਸੀਵਰ 'ਚ ਕਿਹਾ, ਫਿਰ ਠੀਕ ਹੈ, ਤੁਸੀਂ ਆਦਮੀਆਂ ਨੂੰ ਸਿੱਧੇ ਉੱਥੇ ਭੇਜ ਦਿਓ। ਟੈਲੀਫੋਨ ਰੱਖ ਕੇ ਵਾਰਡਨ ਨੂੰ ਦੱਸਿਆ ਕਿ ਉਹ ਵੀ ਜਨਾਜ਼ੇ 'ਚ ਸ਼ਾਮਲ ਹੋਏਗਾ। ਮੈਂ ਧੰਨਵਾਦ ਕੀਤਾ। ਡੈਸਕ ਦੇ ਸਾਹਮਣੇ ਬੈਠਿਆਂ ਹੀ ਉਹਨੇ ਆਪਣੀ ਲੱਤ ਉੱਪਰ ਲੱਤ ਰੱਖ ਲਈ ਤੇ ਪਿੱਠ ਪਿੱਛੇ ਟਿਕਾ ਲਈ। ਫਿਰ ਉਹਨੇ ਕਿਹਾ ਕਿ ਡਿਊਟੀ ਵਾਲੀ ਨਰਸ ਤੋਂ ਇਲਾਵਾ ਸੋਗ ਮਨਾਉਣ ਵਾਲੇ ਮੈਂ ਤੇ ਉਹ ਕੇਵਲ 2 ਜਣੇ ਹੀ ਹੋਣਗੇ, ਕਿਉਂ ਜੋ ਆਸ਼ਰਮ ਦੇ ਨਿਯਮਾਂ ਅਨੁਸਾਰ ਇੱਥੇ ਰਹਿਣ ਵਾਲਿਆਂ ਨੂੰ ਜਨਾਜ਼ੇ 'ਚ ਸ਼ਾਮਲ ਹੋਣ ਦੀ ਮਨਾਹੀ ਹੈ। ਹਾਂ, ਜੇਕਰ ਉਹਨਾਂ ਵਿੱਚੋਂ ਕਿਸੇ ਦੀ ਇੱਛਾ ਹੋਵੇ ਤਾਂ ਅੰਤਿਮ ਸੰਸਕਾਰ ਤੋਂ ਪਹਿਲਾਂ ਰਾਤ ਅਰਥੀ ਕੋਲ ਬੈਠ ਸਕਦੇ ਹਨ। ਇਹਦੇ 'ਚ ਕੋਈ ਬੜੀ ਗੱਲ ਨਹੀਂ ਹੈ। ਉਹਨੇ ਸਮਝਾਇਆ, ਇਹਨਾਂ ਲੋਕਾਂ ਦੇ ਭਲੇ ਲਈ ਹੀ ਹੈ। ਮਾਨਸਿਕ ਦੁੱਖ ਤੋਂ ਬਚਾਅ ਹੋ ਜਾਂਦਾ ਹੈ। ਪਰ ਇਸ ਵਾਰ ਮੈਂ ਤੇਰੀ ਮਾਂ ਦੇ ਇੱਕ ਪੁਰਾਣੇ ਸਾਥੀ ਨੂੰ ਨਾਲ ਚੱਲਣ ਦੀ ਆਗਿਆ ਦੇ ਦਿੱਤੀ ਹੈ। ਉਹਦਾ ਨਾਮ ਤੋਮਸ ਪੀਰੇ ਹੈ। ਵਾਰਡਨ ਦੇ ਚਿਹਰੇ ਉੱਪਰ ਥੋੜੀ ਮੁਸਕਰਾਹਟ ਆ ਗਈ। ਇਹ ਕਹਾਣੀ ਵੀ ਇੱਕ ਤਰ੍ਹਾਂ ਨਾਲ ਦੁਖਦਾਇਕ ਹੈ। ਤੇਰੀ ਮਾਂ ਤੇ ਇਹ ਸਾਹਿਬ ਬੜੇ ਘੁਲ ਮਿਲ ਗਏ ਸਨ। ਆਪਣੇ ਇਸ ਨਵੀਂ ਮੰਗੇਤਰ ਕਰਕੇ ਦੂਜੇ ਬੁੱਢੇ ਲੋਕ ਪੀਰੇ ਨੂੰ ਛੇੜਿਆ ਕਰਦੇ ਸਨ। ਪੁੱਛਦੇ, ਵਿਆਹ ਕਦੋਂ ਕਰ ਰਹੇ ਹੋ? ਪੀਰੇ ਹੱਸ ਕੇ ਗੱਲ ਗੋਲਮੋਲ ਕਰ ਦਿੰਦਾ। ਸੋ ਇੱਕ ਤਰੀਕੇ ਨਾਲ ਇਹ ਮਜ਼ਾਕ ਪੱਕ ਹੀ ਗਿਆ ਸੀ। ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਤੇਰੀ ਮਾਂ ਦੇ ਰਹਿਣ ਨਾਲ ਇਹਦੇ ਦਿਲ ਤੇ ਕੀ ਬੀਤਦੀ ਹੋਏਗੀ। ਤੇਰੀ ਮਾਂ ਦੇ ਨਾ ਰਹਿਣ ਨਾਲ ਇਹਦੇ ਦਿਲ ਤੇ ਕੀ ਬੀਤਦੀ ਹੋਏਗੀ। ਫਿਰ ਮੈਨੂੰ ਖੁਦ ਲੱਗਿਆ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਦੀ ਇਹਦੀ ਅਰਜ਼ ਨਾ ਮੰਨਣਾ ਬੇਇਨਸਾਫੀ ਹੋਏਗੀ। ਹਾਂ, ਡਾਕਟਰ ਦੀ ਸਲਾਹ ਮੰਨ ਕੇ ਮੈਂ ਪਿਛਲੀ ਰਾਤ ਇਹਨੂੰ ਲਾਸ਼ ਕੋਲ ਰਾਤ ਭਰ ਜਾਗ ਕੇ ਬੈਠਣ ਤੋਂ ਮਨਾ ਕਰ ਦਿੱਤਾ ਸੀ।
ਕੁਝ ਸਮਾਂ ਬਿਨਾਂ ਕੁਝ ਬੋਲੇ ਅਸੀਂ ਚੁੱਪਚਾਪ ਬੈਠੇ ਰਹੇ। ਫਿਰ ਵਾਰਡਨ ਉੱਠ ਕੇ ਖਿੜਕੀ ਕੋਲ ਗਿਆ ਤੇ ਬੋਲਿਆ, ਉਹ ਮਾਰਿੰਗੋ ਦੇ ਪਾਦਰੀ ਸਾਹਿਬ ਤਾਂ ਆ ਰਹੇ ਹਨ। ਉਸ ਸਮੇਂ ਤੋਂ ਕੁਝ ਪਹਿਲਾਂ ਹੀ ਆ ਗਏ। ਚਰਚ ਪਿੰਡ ਵਿੱਚ ਹੈ ਤੇ ਉੱਥੇ ਤੱਕ ਪਹੁੰਚਦੇ ਪਹੁੰਚਦੇ ਪੌਣਾ ਕੁ ਘੰਟਾ ਲੱਗ ਜਾਏਗਾ। ਇਹ ਦੱਸ ਕੇ ਵਾਰਡਨ ਹੇਠਾਂ ਚਲਾ ਗਿਆ ਤੇ ਮੈਂ ਵੀ ਪਿੱਛੇ ਪਿੱਛੇ ਪੌੜੀਆਂ ਉਤਰ ਗਿਆ। ਪਾਦਰੀ ਮੁਰਦਾ ਘਰ ਦੇ ਸਾਹਮਣੇ ਖੜਾ ਉਡੀਕ ਕਰ ਰਿਹਾ ਸੀ। ਨਾਲ ਹੀ 2 ਸਹਾਇਕ ਵੀ ਸਨ। ਇੱਕ ਦੇ ਹੱਥ 'ਚ ਧੂਫਦਾਨੀ ਸੀ। ਸਾਨੂੰ ਦੇਖਿਆ ਤਾਂ ਉਹ ਇੱਕਦਮ ਸਾਵਧਾਨ ਹੋ ਗਿਆ। ਮੈਨੂੰ ਪੁੱਤਰ ਪੁੱਤਰ ਕਹਿ ਕੇ 2-4 ਗੱਲਾਂ ਕੀਤੀਆਂ। ਫਿਰ ਅੱਗੇ ਮੁਰਦਾ ਘਰ ਵੱਲ ਚੱਲ ਪਿਆ। ਅੰਦਰ ਵੜਦੇ ਹੀ ਮੈਂ ਦੇਖਿਆ ਕਿ ਤਾਬੂਤ ਦੇ ਪਿੱਛੇ 4 ਆਦਮੀ ਕਾਲੇ ਕੱਪੜੇ ਪਾਈ ਖੜੇ ਹਨ। ਪੇਚ ਕੱਸੇ ਜਾ ਚੁੱਕੇ ਹਨ। ਉਸ ਵੇਲੇ ਵਾਰਡਨ ਨੂੰ ਕਹਿੰਦੇ ਸੁਣਿਆ ਕਿ ਤਾਬੂਤ ਲਿਜਾਣ ਵਾਲੀ ਗੱਡੀ ਆ ਚੁੱਕੀ ਹੈ। ਪਾਦਰੀ ਨੇ ਅਰਦਾਸਾਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਸਾਰੇ ਲੋਕ ਚੱਲ ਪਏ। ਕਾਲੇ ਰੰਗ ਦੀ ਇੱਕ ਪੱਟੀ ਨੂੰ ਫੜ ਕੇ ਉਹ 4 ਆਦਮੀ ਤਾਬੂਤ ਦੇ ਨੇੜੇ ਆ ਗਏ। ਉਹਨਾਂ ਦੇ ਪਿੱਛੇ ਪਿੱਛੇ ਕਤਾਰ 'ਚ ਪਾਦਰੀ, ਅਰਦਾਸ ਪਿੱਛੇ ਬੋਲਣ ਵਾਲੇ ਮੁੰਡੇ ਤੇ ਫਿਰ ਮੈਂ। ਇੱਕ ਔਰਤ ਦਰਵਾਜ਼ੇ ਨਾਲ ਲੱਗ ਕੇ ਖੜੀ ਸੀ। ਇਹਨੂੰ ਮੈਂ ਪਹਿਲਾਂ ਨਹੀਂ ਦੇਖਿਆ ਸੀ। ਵਾਰਡਨ ਨੇ ਮੈਨੂੰ ਦੱਸਿਆ ਇਹ ਹੈ ਸਿਸਟਰ। ਉਹਦਾ ਨਾਂ ਮੇਰੇ ਪੱਲੇ ਨਹੀਂ ਪਿਆ, ਪਰ ਮੈਂ ਸਮਝ ਗਿਆ ਕਿ ਇਹ ਇਸੇ ਆਸ਼ਰਮ ਦੀ ਦੇਖਭਾਲ ਕਰਨ ਵਾਲੀ ਸਿਸਟਰ ਹੈ। ਤਾਬੂਤ ਨੂੰ ਰਸਤਾ ਦੇਣ ਲਈ ਅਸੀਂ ਸਾਰੇ ਦਰਵਾਜ਼ੇ ਤੋਂ ਪਰਾਂ ਹਟ ਕੇ ਖੜੇ ਹੋ ਗਏ। ਤਾਬੂਤ ਨਿਕਲ ਗਿਆ ਤਾਂ ਲੈ ਕੇ ਜਾਣ ਵਾਲਿਆਂ ਦੇ ਪਿੱਛੇ ਪਿੱਛੇ ਚੱਲ ਪਿਆ। ਭੀੜੀ ਜੀ ਗਲੀ ਲੰਘ ਕੇ ਸਾਹਮਣੇ ਵਾਲੇ ਫਾਟਕ ਤੇ ਆ ਗਏ। ਇੱਥੇ ਤਾਬੂਤ ਲਿਜਾਣ ਲਈ ਗੱਡੀ ਤਿਆਰ ਖੜੀ ਸੀ। ਗੱਡੀ ਦੇ ਇੱਕ ਪਾਸੇ ਅਜੀਬੋ-ਗਰੀਬ ਕੱਪੜੇ ਪਾਈ ਇੱਕ ਛੋਟਾ ਜਿਹਾ ਆਦਮੀ ਖੜਾ ਸੀ। ਬਾਅਦ 'ਚ ਪਤਾ ਲੱਗਾ ਇਹ ਸਾਹਿਬ ਅੰਤਿਮ ਸੰਸਕਾਰ ਦਾ ਪੂਰਾ ਪ੍ਰਬੰਧ ਕਰਨ ਵਾਲੇ ਹਨ। ਇੱਕ ਕਿਸਮ ਦੇ ਪੁਰੋਹਿਤ ਹੀ ਸਮਝੋ। ਇਹਦੇ ਨਾਲ ਹੀ ਬੜੇ ਬੇਵਸ ਜੱਕੋ ਤੱਕੀ 'ਚ ਦੇਖਦੇ ਮੇਰੀ ਮਾਂ ਦੇ ਨਜ਼ਦੀਕੀ ਮਿੱਤਰ ਸ੍ਰੀਮਾਨ ਪੀਰੇ ਖੜੇ ਸਨ। ਉਹਦੇ ਸਿਰ ਉੱਪਰ ਵੱਡਾ ਹੈਟ ਸੀ ਜਿਹਦੇ ਕਿਨਾਰੇ ਕਿਸੇ ਬਰਤਨ ਵਾਂਗ ਚੌੜੇ ਤੇ ਵੱਡੇ ਜਾਪਦੇ ਸਨ। ਉਹਦੀ ਪਤਲੂਨ ਇੰਨੀ ਢਿੱਲੀ ਸੀ ਕਿ ਪੈਰਾਂ ਵਿੱਚ ਹੀ ਪੈ ਰਹੀ ਸੀ। ਇਹਦੇ ਨਾਲ ਉਹਦੀ ਕਮੀਜ਼ ਦੇ ਚੌੜੇ ਕਾਲਰਾਂ ਉੱਪਰ ਬੰਨੀ ਨਿੱਕੀ ਜਿਹੀ ਟਾਈ ਨਿਰੀ ਮੱਖੀ ਵਾਂਗ ਜਾਪਦੀ ਸੀ। ਜਿਉਂ ਹੀ ਤਾਬੂਤ ਦਰਵਾਜ਼ੇ ਤੋਂ ਬਾਹਰ ਕੱਢਿਆ ਕਿ ਉਹਨੇ ਤੁਰੰਤ ਟੋਪ ਉਤਾਰ ਲਿਆ। ਪਕੌੜੇ ਵਾਂਗ ਫੁੱਲੇ ਨੱਕ ਦੇ ਹੇਠਾਂ ਬੁੱਲ ਹਿੱਲ ਰਹੇ ਸਨ, ਪਰ ਸਭ ਤੋਂ ਜ਼ਿਆਦਾ ਧਿਆਨ ਉਹਦੇ ਕੰਨਾਂ ਵੱਲ ਖਿੱਚਿਆ ਗਿਆ। ਪੀਲੀ ਜ਼ਰਦ ਪੁੜਪੁੜੀ ਦੇ ਹੇਠਾਂ ਲਾਲ ਲਾਖ ਦੀਆਂ ਮੋਹਰਾਂ ਵਾਂਗ ਨਿਕਲੇ ਕੰਨ ਤੇ ਉਹਨਾਂ ਦੇ ਚਾਰੇ ਪਾਸੇ ਖੂੰਜਿਆਂ ਉੱਪਰ ਚਿੱਟੇ ਰੇਸ਼ਮੀ ਵਾਲਾਂ ਦੇ ਗੁੱਛਿਆਂ ਦਾ ਗੋਟਾ ਲੱਗਿਆ ਹੋਇਆ ਸੀ। ਅੰਡਰਟੇਕਰ ਦੇ ਸੇਵਕਾਂ ਨੇ ਇਸ਼ਾਰਿਆਂ ਨਾਲ ਸਾਨੂੰ ਆਪਣੀ ਆਪਣੀ ਥਾਂ ਕਰ ਦਿੱਤਾ। ਭਾਵ ਗੱਡੀ ਦੇ ਸਾਹਮਣੇ ਪਾਦਰੀ, ਇੱਧਰ ਉੱਧਰ ਕਾਲੇ ਕੱਪੜੇ ਪਾਈ 4 ਆਦਮੀ, ਗੱਡੀ ਦੇ ਪਿੱਛੇ ਪਿੱਛੇ ਮੈਂ ਤੇ ਵਾਰਡਨ, ਸਭ ਤੋਂ ਪਿੱਛੇ ਸ੍ਰੀਮਾਨ ਪੀਰੇ ਤੇ ਨਰਸ। ਅਸਮਾਨੋਂ ਧੁੱਪ ਵਰ ਰਹੀ ਸੀ ਤੇ ਗਰਮੀ ਤੇਜ਼ੀ ਨਾਲ ਵੱਧ ਰਹੀ ਸੀ। ਤਪਸ਼ ਦੀਆਂ ਪਹਿਲੀਆਂ ਕਿਰਨਾਂ ਮੈਨੂੰ ਆਪਣੀ ਪਿੱਠ ਉੱਪਰ ਇੰਜ ਲੱਗੀਆਂ ਜਿਵੇਂ ਗਰਮ ਜੀਭ ਨਾਲ ਕੋਈ ਚੱਟ ਰਿਹਾ ਹੋਵੇ। ਕਾਲੇ ਕੱਪੜਿਆਂ ਕਰਕੇ ਹਾਲਤ ਹੋਰ ਵੀ ਬਦਤਰ ਸੀ। ਪਤਾ ਨਹੀਂ ਤੁਰਨ ਤੋਂ ਪਹਿਲਾਂ ਇੰਨੀ ਦੇਰ ਕਿਉਂ ਲਾ ਦਿੱਤੀ। ਸ੍ਰੀਮਾਨ ਪੀਰੇ ਨੇ ਹੁਣ ਫੇਰ ਟੋਪ ਲਾ ਕੇ ਹੱਥ 'ਚ ਫੜ ਲਿਆ। ਵਾਰਡਨ ਨੇ ਜਦੋਂ ਉਹਨਾਂ ਬਾਰੇ ਹੋਰ ਵੀ ਦੱਸਣਾ ਸ਼ੁਰੂ ਕੀਤਾ ਤਾਂ ਮੈਂ ਜ਼ਰਾ ਤਿਰਛਾ ਜਿਹਾ ਮੁੜ ਕੇ ਉਹਦੇ ਵੱਲ ਦੇਖਣ ਲੱਗ ਗਿਆ। ਯਾਦ ਹੈ, ਵਾਰਡਨ ਕਹਿ ਰਿਹਾ ਸੀ ਕਿ ਸ਼ਾਮ ਦੇ ਠੰਡੇ ਸਮੇਂ ਮੇਰੀ ਮਾਂ ਤੇ ਸ੍ਰੀਮਾਨ ਪੀਰੇ ਟਹਿਲਦੇ ਕਾਫੀ ਦੂਰ ਨਿਕਲ ਜਾਂਦੇ ਸਨ ਤੇ ਕਦੇ-ਕਦੇ ਪਿੰਡ ਤੱਕ ਆ ਜਾਂਦੇ। ਹਾਂ ਸੱਚ, ਨਰਸ ਵੀ ਉਹਨਾਂ ਦੇ ਨਾਲ ਹੀ ਹੁੰਦੀ ਸੀ। ਹੁਣ ਮੈਂ ਉਸ ਖੁੱਲੇ ਡੁੱਲੇ ਚੌਗਿਰਦੇ ਤੇ ਪੇਂਡੂ ਇਲਾਕੇ ਵੱਲ ਨਿਗਾਹ ਘੁਮਾਈ। ਤਪਦੀ ਲਾਲ ਜ਼ਮੀਨ ਥਾਂ-ਥਾਂ ਸੰਘਣੀ ਹਰਿਆਵਲ ਨਾਲ ਭਰੀ ਪਈ ਤੇ ਕਿਤੇ-ਕਿਤੇ ਟਾਵੇਂ-ਟਾਵੇਂ ਮਕਾਨ ਖੜੇ ਹਨ। ਤੇਜ਼ ਧੁੱਪ 'ਚ ਮਕਾਨ ਦਾ ਹਰ ਕੋਨਾ ਤੇ ਹਰ ਮੋੜ ਸਾਫ਼ ਦਿਸਦਾ ਹੈ। ਇਸ ਸਾਰੇ ਦ੍ਰਿਸ਼ ਨੂੰ ਦੇਖ ਕੇ ਮਾਂ ਦੇ ਦਿਲ ਦੀ ਗੱਲ ਮੈਨੂੰ ਸਮਝ ਆਉਣ ਲੱਗੀ। ਇਸ ਖੇਤਰ 'ਚ ਸੰਝ ਵੇਲੇ ਜ਼ਰੂਰ ਹੀ ਨਿਰੀ ਸੋਗ ਭਰੀ ਤੇ ਨੀਰਸ ਕਿਸਮ ਦੀ ਸ਼ਾਂਤੀ ਛਾਈ ਰਹਿੰਦੀ ਹੋਏਗੀ। ਇਸ ਸਮੇਂ ਸਵੇਰ ਦੀ ਇਸ ਖੁੱਲੀ ਸਾਫ਼ ਧੁੱਪ ਵਿੱਚ ਵੀ ਜਦੋਂ ਗਰਮੀ ਦੀ ਤਪਸ਼ ਵਿੱਚ ਸਭ ਕੁਝ ਚਮਕ ਰਿਹਾ ਹੈ, ਤਾਂ ਵੀ ਇਸ ਇਲਾਕੇ ਦੀ ਖੁੱਲੀ ਜੂਹ ਨੂੰ ਵੇਖ ਕੇ ਲੱਗਦਾ ਹੈ ਜਿਵੇਂ ਇੱਥੇ ਕੁਝ ਨਾ ਕੁਝ ਗੈਰ ਮਨੁੱਖੀ ਹੈ, ਕੁਝ ਹੈ ਜੋ ਮਨ ਨੂੰ ਨਿਰਾਸ਼ ਕਰਦਾ ਹੈ। ਆਖਰ ਕਾਫਲਾ ਤੁਰਿਆ। ਜਦ ਪਹਿਲੀ ਵਾਰ ਮੈਂ ਦੇਖਿਆ ਕਿ ਪੀਰੇ ਥੋੜਾ ਡਗਮਗਾ ਕੇ ਤੁਰਦੇ ਹਨ। ਗੱਡੀ ਦੀ ਚਾਲ ਜ਼ਰਾ ਤੇਜ਼ ਹੋਈ ਤਾਂ ਪੀਰੇ ਪਿੱਛੇ ਰਹਿ ਗਏ। ਗੱਡੀ ਦੇ ਨਾਲ ਚੱਲਣ ਵਾਲਾ ਇੱਕ ਆਦਮੀ ਵੀ ਪਿੱਛੇ ਰਹਿੰਦਾ ਮੇਰੇ ਬਰਾਬਰ ਆ ਗਿਆ। ਮੈਨੂੰ ਇਹ ਵੇਖ ਕੇ ਹੈਰਾਨੀ ਹੁੰਦੀ ਸੀ ਕਿ ਅਸਮਾਨ 'ਚ ਸੂਰਜ ਨੂੰ ਜਿਵੇਂ ਖੰਭ ਲੱਗ ਗਏ ਹੋਣ। ਹੁਣ ਇੱਥੇ ਤਦ ਮੈਂ ਧਿਆਨ ਦਿੱਤਾ ਕਾਫੀ ਦੇਰ ਤੋਂ ਹਵਾ 'ਚ ਝੁਲਸਦੀ ਘਾਹ ਦੀ ਸਰਸਰ ਤੇ ਉੱਡਦੇ ਕੀਟ ਪਤੰਗਾਂ ਦੀ ਭਿਣਭਣਾਹਟ ਗੂੰਜ ਰਹੀ ਹੈ। ਪਸੀਨੇ ਨਾਲ ਮੇਰਾ ਚਿਹਰਾ ਚਿਪਚਿਪਾ ਹੋ ਗਿਆ ਸੀ। ਟੋਪ ਨਾ ਹੋਣ ਕਰਕੇ ਮੈਂ ਰੁਮਾਲ ਨੂੰ ਹੀ ਪੱਖੀ ਵਾਂਗ ਝੱਲਣ ਲੱਗਾ।
ਤਾਬੂਤ ਚੱਕਣ ਵਾਲਿਆਂ ਵਿੱਚੋਂ ਇੱਕ ਆਦਮੀ ਨੇ ਮੁੜ ਕੇ ਮੈਨੂੰ ਕੁਝ ਕਿਹਾ। ਮੈਂ ਉਹਦੀ ਗੱਲ ਸਮਝ ਨਾ ਸਕਿਆ। ਫਿਰ ਉਸੇ ਵੇਲੇ ਉਹਨੇ ਸੱਜੇ ਹੱਥ ਨਾਲ ਟੋਪ ਨੂੰ ਤਿਰਛਾ ਕਰਕੇ ਫੜਿਆ ਤੇ ਖੱਬੇ ਹੱਥ ਫੜੇ ਰੁਮਾਲ ਨਾਲ ਗੰਜੇ ਸਿਰ ਦਾ ਪਸੀਨਾ ਪੂੰਝਿਆ। ਮੈਂ ਪੁੱਛਿਆ ਕਿ ਤੁਸੀਂ ਕੁਝ ਕਹਿ ਰਹੇ ਸੀ? ਉਹਨੇ ਅਸਮਾਨ ਵੱਲ ਇਸ਼ਾਰਾ ਕਰਕੇ ਕਿਹਾ, ਅੱਜ ਕਹਿਰ ਦੀ ਧੁੱਪ ਹੈ ਕਿ ਨਹੀਂ? ਜੀ ਹਾਂ, ਮੈਂ ਕਿਹਾ। ਕੁਝ ਰੁਕ ਕੇ ਉਹਨੇ ਪੁੱਛਿਆ, ਅਸੀਂ ਤੁਹਾਡੀ ਮਾਂ ਨੂੰ ਹੀ ਤਾਂ ਦਫਨਾਉਣ ਲੈ ਕੇ ਜਾ ਰਹੇ ਹਾਂ ਨਾ? ਜੀ ਹਾਂ, ਮੈਂ ਫਿਰ ਬੋਲਿਆ। ਕਿੰਨੀ ਉਮਰ ਸੀ? ਬਸ ਇਹੀ ਸਮਝੋ ਕਿ ਕਿਸੇ ਤਰ੍ਹਾਂ ਚਲਦੀ ਫਿਰਦੀ ਸੀ, ਪਰ ਸੱਚ ਤਾਂ ਇਹ ਸੀ ਕਿ ਉਹਨਾਂ ਦੀ ਠੀਕ ਉਮਰ ਮੈਨੂੰ ਵੀ ਨਹੀਂ ਪਤਾ। ਇਸ ਤੋਂ ਪਿੱਛੋਂ ਚੁੱਪ ਹੋ ਗਿਆ। ਘੁੰਮ ਕੇ ਦੇਖਿਆ, ਪੀਰੇ ਤਕਰੀਬਨ 50 ਕੁ ਗਜ਼ ਪਿੱਛੇ ਟਿਚਕ ਮਾਰਦੇ ਤੁਰਦੇ ਆ ਰਹੇ ਸਨ। ਉਹ ਕਾਫਲੇ ਨਾਲ ਰਲਣ ਦੀ ਕੋਸ਼ਿਸ਼ ਵਿੱਚ ਟੋਪ ਨਾਲ ਹਵਾ ਝੱਲਦੇ ਤੁਰੇ ਆ ਰਹੇ ਸਨ। ਮੈਂ ਇੱਕ ਨਿਗਾਹ ਵਾਰਡਨ ਉੱਤੇ ਵੀ ਮਾਰੀ। ਉਹ ਚਿਹਰੇ ਤੇ ਬਿਨਾਂ ਕੋਈ ਹਾਵ ਭਾਵ ਲਿਆਏ ਬੜੇ ਨੱਪੇ ਤੁਲੇ ਤੇ ਮਜ਼ਬੂਤ ਕਦਮਾਂ ਨਾਲ ਤੁਰਦਾ ਆ ਰਿਹਾ ਸੀ। ਮੱਥੇ ਉੱਪਰ ਮੁੜਕੇ ਦੀਆਂ ਬੂੰਦਾਂ ਟਪਕ ਰਹੀਆਂ ਸਨ। ਉਹਨਾਂ ਨੂੰ ਵੀ ਉਹਨੇ ਪੂੰਝਿਆ ਨਹੀਂ ਸੀ। ਮੈਨੂੰ ਲੱਗਿਆ ਸਾਡਾ ਇਹ ਛੋਟਾ ਜਿਹਾ ਕਾਫਲਾ ਕੁਝ ਜ਼ਿਆਦਾ ਹੀ ਤੇਜ਼ ਦਿਖਾਈ ਦੇ ਰਿਹਾ। ਜਿੱਥੋਂ ਤੱਕ ਵੀ ਨਜ਼ਰ ਘੁੰਮਦੀ ਸੀ ਉੱਥੇ ਧੁੱਪ ਵਿੱਚ ਨਿਖਰੇ ਖੇਤ ਦਿਖਾਈ ਦੇ ਰਹੇ ਸਨ। ਅਸਮਾਨ 'ਚ ਇੰਨੀ ਤਪਸ਼ ਸੀ ਕਿ ਅੱਖ ਭਰ ਕੇ ਵੀ ਨਹੀਂ ਦੇਖਿਆ ਜਾਂਦਾ ਸੀ। ਹੁਣ ਅਸੀਂ ਉਸ ਸੜਕ ਉੱਤੇ ਆ ਗਏ ਸੀ ਜਿੱਥੇ ਤਾਜ਼ੀ ਲੁੱਕ ਪਈ ਸੀ। ਇੱਥੇ ਧਰਤੀ ਉੱਪਰ ਕਹਿਰ ਦੀ ਗਰਮੀ ਪੈ ਰਹੀ ਸੀ। ਕਦਮ ਰੱਖਦੇ ਪੈਰ ਸੜਕ ਤੇ ਚਿੰਬੜ ਜਾਂਦਾ ਤੇ ਚੁੱਕਦੇ ਪਿੱਛੇ ਤੇੜ ਵਰਗਾ ਕਾਲਾ ਚਮਕਦਾਰ ਨਿਸ਼ਾਨ ਪੈ ਜਾਂਦਾ। ਤਾਬੂਤ ਵਾਲੀ ਗੱਡੀ ਦੇ ਕੋਚਵਾਨ ਦਾ ਲਿਸ਼ਕਦਾ ਕਾਲਾ ਟੋਪ ਵੀ ਇਸੇ ਚਿਪ ਕਰਦੀ ਲੁੱਕ ਵਰਗਾ ਲੱਗਦਾ ਸੀ। ਸਾਰਾ ਆਲਾ ਦੁਆਲਾ ਇੱਕ ਭਿਆਨਕ ਸੁਪਨਾ ਜਾਪਦਾ ਸੀ। ਅਸਮਾਨ ਦੀ ਤਪਸ਼ ਭਰੀ ਧੁੱਪ, ਚਾਰੇ ਪਾਸੇ ਫੈਲਿਆ ਕਾਲਾਪਨ ਅਰਥਾਤ ਗੱਡੀ ਦਾ ਲਿਸ਼ ਕਰਦਾ ਕਾਲਾ ਰੰਗ, ਸੇਵਕਾਂ ਦੇ ਕੱਪੜਿਆਂ ਦਾ ਤੇਜ਼ ਰਹਿਤ ਕਾਲਾਪਨ, ਸੜਕ ਉੱਪਰਲੀ ਤਾਜ਼ਾ ਲੁੱਕ ਦੀ ਕਾਲਕ, ਇਸ ਸਭ ਨੂੰ ਦੇਖ ਕੇ ਬੜਾ ਅਜੀਬ ਜਿਹਾ ਅਨੁਭਵ ਹੁੰਦਾ ਸੀ, ਜਿਵੇਂ ਸਭ ਸੱਚ ਨਾ ਹੋਵੇ, ਇੱਕ ਸੁਪਨਾ ਹੋਵੇ। ਇਹਦੇ ਨਾਲ ਉੱਪਰੋਂ ਕਈ ਤਰ੍ਹਾਂ ਦੀ ਬਦਬੂ, ਗਰਮ ਚਮੜੇ ਦੀ ਬਦਬੂ, ਤਾਬੂਤ ਗੱਡੀ ਦੇ ਘੋੜੇ ਦੀ ਲਿੱਦ ਦਾ ਮੁਸ਼ਕ, ਨਾਲ ਹੀ ਉੱਠਦਾ ਧੂਫ ਦਾ ਧੂੰਆਂ, ਰਾਤ ਦੀ ਉਖੜੀ ਨੀਂਦ ਦੀ ਖੁਮਾਰੀ ਤੇ ਸਾਰੇ ਵਾਤਾਵਰਨ ਕਰਕੇ ਮੈਨੂੰ ਲੱਗਦਾ ਸੀ ਜਿਵੇਂ ਮੇਰੀਆਂ ਅੱਖਾਂ ਤੇ ਵਿਚਾਰ ਸ਼ਕਤੀ ਕਮਜ਼ੋਰ ਹੁੰਦੀ ਜਾ ਰਹੀ ਹੈ। ਮੈਂ ਦੁਬਾਰਾ ਪਿੱਛੇ ਮੁੜ ਕੇ ਤੱਕਿਆ। ਇਸ ਵਾਰ ਪੀਰੇ ਬਹੁਤ ਪਿੱਛੇ ਰਹਿ ਗਏ ਦਿਸੇ। ਗਰਮੀ ਦੀ ਤਪਸ਼ ਕਰਕੇ ਕਿਤੇ ਨਜ਼ਰ ਹੀ ਨਹੀਂ ਆਏ। ਇੱਕ ਵਾਰ ਦਿਸੇ, ਫਿਰ ਅਚਾਨਕ ਲੋਪ ਹੋ ਗਏ। ਆਖਿਰ ਗਏ ਕਿੱਥੇ? ਕੁਛ ਦੇਰ ਸਿਰ ਖਪਾਉਣ ਤੋਂ ਬਾਅਦ ਮੈਂ ਅੰਦਾਜ਼ਾ ਲਾਇਆ ਕਿ ਉਹ ਸੜਕ ਛੱਡ ਕੇ ਖੇਤਾਂ ਦੇ ਰਸਤੇ ਪੈ ਗਏ ਹਨ। ਫਿਰ ਦੇਖਿਆ ਸੜਕ ਕੁਝ ਦੂਰ ਅਗਾਂਹ ਜਾ ਕੇ ਮੁੜ ਜਾਂਦੀ ਹੈ। ਅੱਛਾ, ਤਾਂ ਪੀਰੇ ਨੇ ਸਾਨੂੰ ਫੜਨ ਲਈ ਇਹ ਪਗਡੰਡੀ ਵਾਲਾ ਰਸਤਾ ਚੁਣਿਆ। ਉਹ ਇੱਥੇ ਆਲੇ ਦੁਆਲੇ ਦੇ ਸਾਰੇ ਥਾਵਾਂ ਤੋਂ ਜਾਣੂ ਸਨ। ਸੜਕ ਉੱਪਰ ਅਸੀਂ ਜਿਉਂ ਹੀ ਮੁੜੇ ਉਹ ਸਾਡੇ ਨਾਲ ਆ ਰਲੇ, ਪਰ ਹੌਲੀ ਫੇਰ ਪਿਛਾਂ ਰਹਿਣ ਲੱਗੇ। ਅੱਗੇ ਜਾ ਕੇ ਉਹਨਾਂ ਨੇ ਫੇਰ ਇਸੇ ਤਰ੍ਹਾਂ ਇੱਕ ਪਗਡੰਡੀ ਫੜੀ। ਅੱਧੇ ਘੰਟੇ 'ਚ ਇਹ ਕਈ ਵਾਰ ਵਾਪਰਿਆ ਤਾਂ ਜਲਦੀ ਉਹਨਾਂ ਦੀ ਇਸ ਹਰਕਤ 'ਚ ਮੇਰੀ ਰੁਚੀ ਖਤਮ ਹੋ ਗਈ। ਮੇਰੀਆਂ ਪੁੜਪੁੜੀਆਂ 'ਚ ਦਰਦ ਹੋ ਰਿਹਾ ਸੀ ਤੇ ਜਿਵੇਂ ਮੈਂ ਆਪਣੇ ਆਪ ਨੂੰ ਧੂ ਰਿਹਾ ਸੀ। ਇਸ ਤੋਂ ਬਾਅਦ ਦਾ ਸਾਰਾ ਕੰਮ ਬੜੀ ਕਾਹਲ 'ਚ ਤੇ ਕੁਝ ਅਜਿਹੇ ਮਸ਼ੀਨੀ ਢੰਗ ਨਾਲ ਹੋਇਆ ਕਿ ਮੈਨੂੰ ਹੁਣ ਕੋਈ ਵੀ ਗੱਲ ਚੇਤੇ ਨਹੀਂ। ਹਾਂ, ਜੇਕਰ ਯਾਦ ਹੈ ਤਾਂ ਸਿਰਫ ਇੰਨਾ ਕਿ ਜਦੋਂ ਅਸੀਂ ਪਿੰਡ ਦੀ ਜੂਹ 'ਚ ਦਾਖਲ ਹੋਏ ਤਾਂ ਨਰਸ ਨੇ ਮੈਨੂੰ ਕੁਝ ਕਿਹਾ ਸੀ। ਉਹਦੀ ਆਵਾਜ਼ ਸੁਣ ਕੇ ਮੈਂ ਚੌਂਕ ਪਿਆ। ਚਿਹਰੇ ਨਾਲ ਇਸ ਆਵਾਜ਼ ਦਾ ਕੋਈ ਮੇਲ ਨਹੀਂ ਸੀ। ਆਵਾਜ਼ ਬੜੀ ਮਿੱਠੀ ਤੇ ਕੰਬਣੀ ਭਰੀ ਸੀ। ਉਹ ਕਹਿ ਰਹੀ ਸੀ, ਜੇਕਰ ਬਹੁਤ ਹੌਲੀ ਚੱਲੀਏ ਤਾਂ ਲੂ ਲੱਗਣ ਦਾ ਖਤਰਾ ਤੇ ਤੇਜ਼ ਚੱਲੀਏ ਤਾਂ ਸਰੀਰ ਪਸੀਨੇ ਨਾਲ ਗੁੜਚ, ਫਿਰ ਚਰਚ ਦੀ ਠੰਡੀ ਹਵਾ ਲੱਗਣ ਸਾਰੀ ਜ਼ੁਕਾਮ ਦਾ ਹਮਲਾ। ਉਹਦੀ ਗੱਲ ਮੈਂ ਸਮਝ ਗਿਆ। ਮਤਲਬ ਸੀ ਕਿ ਆਦਮੀ ਨੂੰ ਇੱਕ ਨਾ ਇੱਕ ਚੀਜ਼ ਤਾਂ ਭੁਗਤਣੀ ਪਏਗੀ। ਮਾਂ ਦੇ ਅੰਤਿਮ ਸੰਸਕਾਰ ਵੇਲੇ ਵਾਲੇ ਸਮੇਂ ਦੀਆਂ ਕੁਝ ਹੋਰ ਗੱਲਾਂ ਵੀ ਹੁਣ ਤੱਕ ਚੇਤੇ ਆ ਰਹੀਆਂ ਹਨ। ਜਿਵੇਂ ਪਿੰਡ ਦੇ ਬਿਲਕੁਲ ਬਾਹਰ ਜਦੋਂ ਆਖਰੀ ਵਾਰ ਇੱਕ ਬੁੱਢਾ ਸਾਨੂੰ ਮਿਲਿਆ ਤਾਂ ਉਸ ਵੇਲੇ ਉਹਦਾ ਬੇਚੈਨ ਚਿਹਰਾ, ਸ਼ਾਇਦ ਥਕਾਵਟ ਜਾਂ ਦੁੱਖ ਨਾਲ ਜਾਂ ਸ਼ਾਇਦ ਦੋਨਾਂ ਕਰਕੇ, ਉਹਦੀਆਂ ਅੱਖਾਂ 'ਚੋਂ ਪਰਲ ਹੰਝੂ ਵਗ ਰਹੇ ਸਨ, ਪਰ ਚਿਹਰੇ ਦੀਆਂ ਝੁਰੜੀਆਂ ਕਰਕੇ ਹੰਝੂ ਹੇਠਾਂ ਨਹੀਂ ਸਨ ਟਪਕਦੇ ਤੇ ਝੁਰੜੀਆਂ ਵਿੱਚ ਇੱਧਰ ਉੱਧਰ ਫੈਲ ਜਾਂਦੇ ਸਨ। ਇਹਦੇ ਨਾਲ ਉਹ ਥਕਾਵਟ ਨਾਲ ਚਕਨਾਚੂਰ ਬੁੱਢਾ ਚਿਹਰਾ ਗਿੱਲਾ ਚਮਕਦਾ ਦਿਸਦਾ ਸੀ। ਫਿਰ ਚਰਚ ਦੀ ਸ਼ਕਲ ਤੇ ਆਲੇ ਦੁਆਲੇ ਦਾ ਵਾਤਾਵਰਨ, ਸੜਕ ਉੱਪਰ ਤੁਰਦੇ ਫਿਰਦੇ ਪਿੰਡ ਵਾਲੇ ਕਬਰਾਂ ਉੱਪਰ ਖਿੜੇ ਹੋਏ ਲਾਲ ਸੁਰਖ ਰੰਗ ਦੇ ਫੁੱਲ, ਕੱਪੜੇ ਦੀ ਗੁੱਡੀ ਵਾਂਗ ਪੀਰੇ ਦਾ ਬੇਹੋਸ਼ੀ 'ਚ ਲੁੜਕ ਜਾਣਾ, ਮਾਂ ਦੇ ਤਾਬੂਤ ਉੱਪਰ ਮੁੱਠੀਆਂ ਭਰ ਪੈਂਦੀ ਮਟਮੈਲੀ ਮਿੱਟੀ ਦਾ ਡਿੱਗਣਾ, ਉਸ ਮਿੱਟੀ 'ਚ ਰਲੇ
ਚਿੱਟੀਆਂ ਜੜ੍ਹਾਂ ਦੇ ਤਿਣਕੇ, ਫਿਰ ਹੋਰ ਲੋਕਾਂ ਦੀ ਭੀੜ, ਆਵਾਜ਼ਾਂ, ਕੈਫੇ ਦੇ ਬਾਹਰ ਖਲੋ ਕੇ ਬੱਸ ਦੀ ਉਡੀਕ ਕਰਨਾ, ਇੰਜਣ ਦੀ ਘਰੜ ਅਲਜ਼ੀਅਰਸ ਦੀਆਂ ਰੋਸ਼ਨ ਸੜਕਾਂ ਉੱਪਰ ਆਪਣੀ ਬੱਸ ਰਾਹੀਂ ਪ੍ਰਵੇਸ਼ ਕਰਨ ਦੇ ਨਾਲ ਹੀ ਖੁਸ਼ੀ ਦੀ ਝੁੰਝਣੀ ਮਹਿਸੂਸ ਕਰਦੇ ਹੋਏ ਘਰ ਪਹੁੰਚ ਕੇ ਸਭ ਤੋਂ ਪਹਿਲਾਂ ਬਿਸਤਰ ਉੱਪਰ ਜਾ ਲਿਟਣਾ ਤੇ 12 ਘੰਟੇ ਲੰਮੀਆਂ ਤਾਣ ਕੇ ਸੌਣ ਦੀ ਕਲਪਨਾ ਕਰਨਾ, ਇਹ ਸਭ ਮੈਨੂੰ ਅੱਜ ਵੀ ਚੇਤੇ ਹੈ। ਅੰਗ ਦੂਸਰਾ। ਨੀਂਦ ਖੁੱਲਣ ਤੇ ਸਮਝ ਆਇਆ ਕਿ ਸਾਹਿਬ ਦਾ ਮੂੰਹ ਮੇਰੇ 2 ਦਿਨਾਂ ਦੀ ਛੁੱਟੀ ਮੰਗਣ ਤੇ ਕਿਉਂ ਉਤਰ ਗਿਆ ਸੀ। ਅੱਜ ਸ਼ਨਿਚਰਵਾਰ ਸੀ। ਉਸ ਵੇਲੇ ਤਾਂ ਇਹ ਗੱਲ ਹੀ ਮੇਰੇ ਦਿਮਾਗ 'ਚ ਨਹੀਂ ਸੀ। ਇਹ ਤਾਂ ਹੁਣ ਬਿਸਤਰੇ 'ਚੋਂ ਨਿਕਲਣ ਸਮੇਂ ਮੈਨੂੰ ਖਿਆਲ ਆਇਆ। ਸਾਹਿਬ ਦੇ ਮਨ 'ਚ ਆਇਆ ਹੋਏਗਾ ਕਿ ਇਸ ਤਰ੍ਹਾਂ ਤਾਂ ਮੈਂ ਪੂਰੇ 4 ਦਿਨਾਂ ਦੀ ਛੁੱਟੀ ਉਡਾ ਲੈ ਜਾਵਾਂਗਾ। ਇਹ ਗੱਲ ਉਹਨਾਂ ਨੂੰ ਹਜ਼ਮ ਹੀ ਕਿਉਂ ਹੁੰਦੀ। ਖੈਰ, ਪਹਿਲੀ ਗੱਲ ਤਾਂ ਇਹ ਹੈ ਕਿ ਮਾਂ ਨੂੰ ਅੱਜ ਦੀ ਬਜਾਏ ਕੱਲ੍ਹ ਦਫਨਾਇਆ ਗਿਆ। ਇਹਦੇ 'ਚ ਮੇਰਾ ਕੀ ਕਸੂਰ। ਦੂਜੇ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਤਾਂ ਮੈਨੂੰ ਹਰ ਕੀਮਤ ਤੇ ਮਿਲਣੀ ਸੀ। ਫਿਰ ਵੀ ਇਹਦੇ 'ਚ ਮੈਂ ਆਪਣੇ ਸਾਹਿਬ ਦਾ ਨਜ਼ਰੀਆ ਨਾ ਸਮਝਿਆ ਹੋਵੇ, ਅਜਿਹਾ ਨਹੀਂ ਹੈ। ਅਗਲੇ ਦਿਨ ਜੋ ਬੀਤਿਆ ਸੀ ਉਹਨੇ ਸੱਚਮੁੱਚ ਮੈਨੂੰ ਅੰਦਰੋਂ ਇੰਨਾ ਤੋੜ ਦਿੱਤਾ ਕਿ ਮੁੜ ਜੁੜਨਾ ਔਖਾ ਲੱਗਦਾ ਸੀ। ਹਜਾਮਤ ਕਰਾਉਂਦੇ ਸੋਚਣ ਲੱਗਾ ਕਿ ਅੱਜ ਸਾਰਾ ਦਿਨ ਕਿਵੇਂ ਲੰਘਾਇਆ ਜਾਏ। ਫੈਸਲਾ ਕੀਤਾ ਕਿ ਤੈਰਨ ਨਾਲ ਸਿਹਤ ਨੂੰ ਕੁਝ ਨਾ ਕੁਝ ਰਾਹਤ ਮਿਲੇਗੀ। ਇਸ ਲਈ ਸਿੱਧੀ ਬੰਦਰਗਾਹ ਜਾਣ ਵਾਲੀ ਟ੍ਰਾਮ ਫੜ ਲਈ। ਉਹੀ ਪੁਰਾਣੀ ਰਫ਼ਤਾਰ ਸੀ। ਸਵਿਮਿੰਗ ਪੂਲ 'ਚ ਕੁੜੀਆਂ ਮੁੰਡਿਆਂ ਦੀ ਕਾਫੀ ਭੀੜ ਸੀ। ਉਹਨਾਂ 'ਚ ਮੈਨੂੰ ਆਪਣੇ ਦਫ਼ਤਰ ਦੀ ਸਾਬਕਾ ਟਾਈਪਿਸਟ ਮੈਰੀ ਕਾਰਡਨਾ ਵੀ ਨਜ਼ਰ ਪਈ। ਮੇਰਾ ਦਿਲ ਵੀ ਉਹਨੇ ਦਿਨੀ ਉਸ 'ਤੇ ਲੱਟੂ ਸੀ ਤੇ ਮੈਂ ਸਮਝਦਾ ਸੀ ਕਿ ਉਹ ਵੀ ਮੈਨੂੰ ਪਸੰਦ ਕਰਦੀ ਸੀ। ਪਰ ਸਾਡੇ ਦਫ਼ਤਰ ਉਹ ਇੰਨਾ ਘੱਟ ਸਮਾਂ ਰਹੀ ਕਿ ਕੋਈ ਗੱਲ ਸਿਰੇ ਨਹੀਂ ਚੜ੍ਹੀ। ਤੈਰਨ ਵਾਲੇ ਤਖ਼ਤੇ ਉੱਪਰ ਚੜ੍ਹਨ ਸਮੇਂ ਸਹਾਰਾ ਦੇਣ ਵੇਲੇ ਮੈਂ ਉਹਦੇ ਉਭਾਰਾਂ ਨੂੰ ਹਲਕਾ ਛੋਹ ਲਿਆ। ਉਹ ਤਖ਼ਤੇ ਉੱਪਰ ਸ਼ਾਂਤ ਲੰਮੀ ਪਈ ਰਹੀ। ਮੈਂ ਪਾਣੀ ਵੱਲ ਤੈਰਨ ਚਲਾ ਗਿਆ। ਕੁਝ ਸਮੇਂ ਬਾਅਦ ਉਹ ਪਾਸਾ ਪਲਟ ਕੇ ਮੈਨੂੰ ਤੱਕਣ ਲੱਗੀ। ਮੈਂ ਵੀ ਉਹਦੇ ਨਾਲ ਜਾ ਲੇਟਿਆ। ਹਵਾ ਬੜੀ ਸੁਹਾਵਣੀ ਸੀ। ਹਾਸੇ ਮਜ਼ਾਕ 'ਚ ਮੈਂ ਆਪਣਾ ਸਿਰ ਉਹਦੀ ਗੋਦੀ 'ਚ ਟਿਕਾ ਦਿੱਤਾ। ਲੱਗਿਆ ਉਹਨੇ ਬੁਰਾ ਨਹੀਂ ਮੰਨਿਆ ਤੇ ਸਿਰ ਟਿਕਿਆ ਰਹਿਣ ਦਿੱਤਾ। ਸਾਰੇ ਦਾ ਸਾਰਾ ਚਮਕਦਾਰ ਨੀਲਾ ਆਕਾਸ਼ ਮੇਰੇ ਨੈਣਾਂ 'ਚ ਆ ਉਤਰਿਆ ਸੀ ਤੇ ਮੈਰੀ ਦੇ ਦਿਲ ਦਾ ਮੇਰੇ ਸਿਰ ਥੱਲੇ ਹਲਕਾ ਹਲਕਾ ਧੜਕਣਾ ਮੇਰੇ ਮਨ ਤਨ ਨੂੰ ਸਰਸ਼ਾਰ ਕਰ ਰਿਹਾ ਸੀ। ਅਸੀਂ ਦੋਨੇ ਉਸ ਆਨੰਦਤ ਅਵਸਥਾ 'ਚ ਘੱਟੋ ਘੱਟ ਅੱਧਾ ਘੰਟਾ ਤਾਂ ਉਸ ਤਖ਼ਤੇ ਉੱਪਰ ਤੈਰੇ ਹੀ ਹੋਵਾਂਗੇ। ਜਦੋਂ ਧੁੱਪ ਕਾਫੀ ਤੇਜ਼ ਹੋ ਗਈ ਤਾਂ ਉਹਨੇ ਛਾਲ ਮਾਰ ਕੇ ਪਾਣੀ 'ਚ ਚੁੱਭੀ ਲਾਈ। ਮੈਂ ਵੀ ਉਹਦੇ ਪਿੱਛੇ ਹੀ ਕੁੱਦ ਪਿਆ ਤੇ ਆਪਣੀਆਂ ਬਾਹਾਂ ਉਹਦੇ ਲੱਕ ਦੁਆਲੇ ਜਕੜ ਦਿੱਤੀਆਂ। ਅਸੀਂ ਮਸਤੀ 'ਚ ਉੱਪਰ ਹੇਠਾਂ ਹੁੰਦੇ ਤੈਰਨ ਲੱਗੇ। ਉਹ ਇੱਕੋ ਸਾਹ ਹੱਸਦੀ ਜਾ ਰਹੀ ਸੀ। ਸਵਿਮਿੰਗ ਪੂਲ ਦੇ ਕੰਢੇ ਖੜੇ ਅਸੀਂ ਆਪਣਾ ਸਰੀਰ ਸੁਕਾ ਰਹੀ ਸੀ ਤਾਂ ਬੋਲੀ, ਤੇਰਾ ਰੰਗ ਮੇਰੇ ਨਾਲੋਂ ਸਾਫ਼ ਹੈ। ਮੈਂ ਪੁੱਛਿਆ, ਸ਼ਾਮ ਨੂੰ ਮੇਰੇ ਨਾਲ ਸਿਨੇਮਾ ਦੇਖਣ ਚੱਲੇਂਗੀ? ਉਹ ਫਿਰ ਹੱਸਣ ਲੱਗੀ, ਬੋਲੀ, ਹਾਂ। ਪਰ ਉਹਨੇ ਸ਼ਰਤ ਇਹ ਰੱਖੀ ਕਿ ਉਹ ਦੋਵੇਂ ਉਹ ਕਾਮੇਡੀ ਫਿਲਮ ਦੇਖਣ ਜਾਣਗੇ ਜਿਸ 'ਚ ਫਰਨਾਂਡੇਲ ਨੇ ਕੰਮ ਕੀਤਾ। ਅੱਜ ਕੱਲ੍ਹ ਬੱਚੇ ਦੀ ਜ਼ਬਾਨ ਉੱਪਰ ਉਹਦੀ ਚਰਚਾ ਹੈ। ਅਸੀਂ ਕੱਪੜੇ ਪਾ ਲਏ। ਉਹ ਅੱਖਾਂ ਪਾੜ ਮੇਰੀ ਕਾਲੀ ਟਾਈ ਨੂੰ ਦੇਖਦੀ ਪੁੱਛਣ ਲੱਗੀ, ਕੀ ਗੱਲ ਹੈ? ਕੋਈ ਦੁੱਖ ਆ ਗਿਆ ਕੀ? ਮੈਂ ਮਾਂ ਦੇ ਗੁਜ਼ਰ ਜਾਣ ਦੀ ਗੱਲ ਸੁਣਾਈ। ਪੁੱਛਿਆ, ਕਦੋਂ? ਕੱਲ, ਮੈਂ ਕਿਹਾ। ਉਹ ਮੂੰਹੋਂ ਕੁਛ ਨਾ ਬੋਲੀ, ਪਰ ਲੱਗਿਆ ਜਿਵੇਂ ਸੰਕੋਚ ਕਰਦੀ ਪਰੇ ਹੋ ਗਈ। ਬੁੱਲਾਂ ਤੱਕ ਆਈ ਗੱਲ ਮੈਂ ਦੱਬ ਲਈ ਕਿ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ ਹੈ। ਯਾਦ ਆਇਆ, ਇਹੀ ਗੱਲ ਮੈਂ ਸਾਹਿਬ ਨੂੰ ਵੀ ਕਹੀ ਸੀ। ਬੇਸ਼ੱਕ ਮੈਨੂੰ ਬਾਅਦ 'ਚ ਆਪਣੀ ਮੂਰਖਤਾ ਦਾ ਅਹਿਸਾਸ ਵੀ ਹੋਇਆ ਸੀ। ਫਿਰ ਵੀ ਇਹ ਮੂਰਖਤਾ ਪੂਰਨ ਲੱਗੇ ਜਾਂ ਨਾ ਲੱਗੇ, ਪਰ ਮੈਨੂੰ ਜਾਪਦਾ ਸੀ ਮੇਰੇ ਮਨ 'ਚ ਕੋਈ ਚੋਟ ਛੁਪਿਆ ਸੀ ਜਿਸ ਕਰਕੇ ਮੈਂ ਆਪਣੀ ਸਫਾਈ ਪੇਸ਼ ਕਰਨ ਲੱਗ ਜਾਂਦਾ ਸੀ। ਖੈਰ, ਉਹ ਸ਼ਾਮ ਤੱਕ ਮੇਰੀਆਂ ਸਭ ਗੱਲਾਂ ਭੁੱਲ ਗਈ। ਕਿਤੇ ਫਿਲਮ ਮਜ਼ਾਕੀਆ ਜ਼ਰੂਰ ਸੀ, ਪਰ ਕੁੱਲ ਮਿਲਾ ਕੇ ਨਿਰੀ ਬਕਵਾਸ ਸੀ। ਉਹ ਮੇਰੇ ਪੈਰ ਨਾਲ ਪੈਰ ਰਗੜਦੀ ਰਹੀ ਤੇ ਮੈਂ ਉਹਦੇ ਨਾਲ ਛੇੜਖਾਨੀ ਕਰਦਾ ਰਿਹਾ। ਫਿਲਮ ਜਦੋਂ ਖਤਮ ਹੋਣ ਵਾਲੀ ਸੀ ਤੇ ਮੈਂ ਉਹਨੂੰ ਚੁੰਮ ਲਿਆ, ਪਰ ਇਹ ਚੁੰਮਾ ਚੱਟੀ ਬੜੇ ਭੱਦੇ ਤਰੀਕੇ ਨਾਲ ਹੋਈ। ਉਹ ਮੇਰੇ ਨਾਲ ਘਰ ਆ ਗਈ। ਮੇਰੀ ਅੱਖ ਖੁੱਲਣ ਤੋਂ ਪਹਿਲਾਂ ਹੀ ਉਹ ਚਲੀ ਗਈ ਸੀ। ਉਹ ਦੱਸਦੀ ਸੀ ਕਿ ਉਹਦੀ ਮਾਸੀ ਘਰ 'ਚ ਸਭ ਤੋਂ ਪਹਿਲਾਂ ਉਸੇ ਨੂੰ ਲੱਭਦੀ ਹੈ। ਯਾਦ ਆਇਆ, ਅੱਜ ਤਾਂ ਐਤਵਾਰ ਹੈ। ਦਿਲ ਖਰਾਬ ਹੋ ਗਿਆ। ਇਸ ਨਾਮੁਰਾਦ ਐਤਵਾਰ ਦਾ ਮੈਨੂੰ ਕਦੇ ਖਿਆਲ ਹੀ ਨਹੀਂ ਰਹਿੰਦਾ। ਮੈਂ ਸਰਾਣੀ ਹੇਠ ਸਿਰ ਦੇ ਕੇ ਮੈਰੀ ਦੇ ਵਾਲਾਂ ਨਾਲ ਲੱਗੀ ਰਸ ਭਿੰਨੀ ਖੁਸ਼ਬੂ ਨੂੰ ਸਾਹਾਂ ਅੰਦਰ ਉਤਾਰਨ ਲੱਗਾ। 10 ਵਜੇ ਤੱਕ ਲੱਤਾਂ ਪਸਾਰ ਕੇ ਸੁੱਤਾ ਰਿਹਾ। ਸਿਗਰਟਾਂ ਫੂਕਦਾ ਦੁਪਹਿਰ ਤੱਕ ਪਲਸੇਟੇ ਮਾਰਦਾ ਰਿਹਾ। ਫੈਸਲਾ ਕੀਤਾ ਕਿ ਅੱਜ ਅੱਗੇ ਵਾਂਗ ਸੇਲੇ ਸਤੇ ਦੇ ਰੈਸਟੋਰੈਂਟ ਖਾਣਾ ਖਾਣ ਨਹੀਂ ਜਾਣਾ। ਉੱਥੇ ਲੋਕ ਦੁਨੀਆ ਭਰ ਦੇ ਸਵਾਲ ਕਰਕੇ ਨੱਕ 'ਚ ਦਮ ਕਰ ਦਿੰਦੇ ਹਨ। ਮੈਨੂੰ ਇਹ ਬਹਿਸਬਾਜ਼ੀ ਪਸੰਦ ਨਹੀਂ, ਇਸ ਲਈ ਕੁਝ ਆਂਡੇ ਉਬਾਲੇ, ਘਰ 'ਚ ਕੋਈ ਡਬਲ ਰੋਟੀ ਵੀ ਨਹੀਂ ਸੀ
ਤੇ ਹੇਠਾਂ ਜਾ ਕੇ ਖਰੀਦਣ ਦਾ ਕੌਣ ਝੰਜਟ ਕਰੇ। ਇਸ ਲਈ ਬਿਨਾਂ ਡਬਲ ਰੋਟੀ ਹੀ ਅੰਡੇ ਖਾਧੇ। ਨਾਸ਼ਤਾ ਕਰਨ ਤੋਂ ਬਾਅਦ ਸਮਝ 'ਚ ਨਹੀਂ ਸੀ ਆ ਰਿਹਾ ਕਿ ਕੀ ਕਰਾਂ ਕੀ ਨਾ ਕਰਾਂ। ਬਸ ਆਪਣੇ ਛੋਟੇ ਜਿਹੇ ਫਲੈਟ 'ਚ ਇੱਧਰ ਉੱਧਰ ਟਹਿਲਦਾ ਰਿਹਾ। ਮਾਂ ਜਦੋਂ ਨਾਲ ਸੀ ਤਾਂ ਇਹ ਫਲੈਟ ਸਾਡੇ ਰਹਿਣ ਲਈ ਕਾਫੀ ਸੀ। ਹੁਣ ਮੇਰੇ ਇਕੱਲੇ ਲਈ ਬਹੁਤ ਵੱਡਾ ਹੈ, ਇਸ ਲਈ ਮੈਂ ਖਾਣਾ ਖਾਣ ਵਾਲੇ ਮੇਜ਼ ਨੂੰ ਸੌਣ ਵਾਲੇ ਕਮਰੇ 'ਚ ਹੀ ਢਾਹ ਲਿਆ। ਹੁਣ ਇਹੀ ਕਮਰਾ ਮੇਰੀ ਵਰਤੋਂ 'ਚ ਜ਼ਿਆਦਾ ਆਉਂਦਾ ਸੀ। ਸਾਰੀਆਂ ਲੋੜਾਂ ਦਾ ਫਰਨੀਚਰ ਇੱਥੇ ਸੀ। ਪਿੱਤਲ ਜੜਿਆ ਪਲੰਗ, ਸ਼ਿੰਗਾਰ ਮੇਜ਼, ਬੈਂਤ ਦੀਆਂ ਕੁਝ ਕੁਰਸੀਆਂ ਜਿਨ੍ਹਾਂ 'ਚ ਬੈਠਣ ਦੀ ਜਗ੍ਹਾ ਡੂੰਘ ਪੈ ਗਏ ਸਨ, ਤੇ ਇੱਕ ਮੈਲੇ ਕੁਚੈਲੇ ਸ਼ੀਸ਼ਿਆਂ ਵਾਲੀ ਕੱਪੜੇ ਟੰਗਣ ਦੀ ਅਲਮਾਰੀ। ਬਾਕੀ ਦੇ ਫਲੈਟ ਦੀ ਜ਼ਿਆਦਾ ਜ਼ਰੂਰਤ ਹੀ ਨਹੀਂ ਸੀ ਪੈਂਦੀ, ਇਸ ਲਈ ਮੈਂ ਇਹਦੀ ਸਾਫ਼ ਸਫਾਈ ਦੀ ਸਿਰਦਰਦੀ ਵੀ ਨਹੀਂ ਸੀ ਲੈਂਦਾ। ਜਦੋਂ ਦੇਖਦਾ ਕੋਈ ਖਾਸ ਕੰਮ ਕਰਨ ਨੂੰ ਨਹੀਂ ਹੈ ਤਾਂ ਫਰਸ਼ ਉੱਤੇ ਲੇਟਿਆ ਲੇਟਿਆ ਕੋਈ ਪੁਰਾਣਾ ਅਖਬਾਰ ਚੁੱਕ ਕੇ ਪੜ੍ਹਨ ਲੱਗ ਜਾਂਦਾ। ਉਹਦੇ ਅੰਦਰ ਕ੍ਰਿਸਚਨ ਸਾਲਟ ਦਾ ਇਸ਼ਤਿਹਾਰ ਸੀ, ਜਿਹਨੂੰ ਮੈਂ ਕੱਟ ਕੇ ਆਪਣੀ ਐਲਬਮ 'ਚ ਚਿਪਕਾ ਲਿਆ। ਅਖਬਾਰ 'ਚੋਂ ਜੋ ਵੀ ਚੰਗਾ ਲੱਗਦਾ ਉਹਦੀ ਖਾਤਰ ਮੈਂ ਇੱਥੇ ਚਿਪਕਾ ਲੈਂਦਾ। ਮੈਂ ਚੰਗੀ ਤਰ੍ਹਾਂ ਹੱਥ ਧੋਤੇ ਤੇ ਬੇਵਸੀ ਜਿਹੀ 'ਚ ਬਾਹਰ ਬੈਲਕਨੀ 'ਚ ਆ ਗਿਆ। ਜਦੋਂ ਕਿਤੇ ਦਿਲ ਨਾ ਲੱਗਦਾ ਤਾਂ ਮੈਂ ਇੱਥੇ ਆ ਜਾਂਦਾ। ਸੌਣ ਵਾਲਾ ਕਮਰਾ ਮੁਹੱਲੇ ਦੀ ਸੜਕ ਨਾਲ ਲੱਗਵਾਂ ਸੀ। ਬੇਸ਼ੱਕ ਮੌਸਮ ਬੜਾ ਖੁੱਲ੍ਹਾ ਤੇ ਸੁਹਾਵਣਾ ਸੀ, ਪਰ ਸੜਕ ਦੇ ਪੱਥਰ ਅਜੇ ਵੀ ਚਮਕਾ ਮਾਰ ਰਹੇ ਸਨ। ਸੜਕ ਤੇ ਭੀੜ ਨਹੀਂ ਸੀ ਤੇ ਜੋ ਵੀ 2-4 ਆਦਮੀ ਸਨ, ਬਿਨਾਂ ਕਿਸੇ ਉਦੇਸ਼ ਤੋਂ ਬੇਵਜ੍ਹਾ ਇੱਧਰ ਉੱਧਰ ਨੱਠੇ ਫਿਰਦੇ ਸਨ। ਸਭ ਤੋਂ ਪਹਿਲਾਂ ਛੁੱਟੀ ਵਾਲੇ ਦਿਨ ਸ਼ਾਮ ਵੇਲੇ ਸੈਰ ਕਰਨ ਜਾਂਦਾ ਇੱਕ ਪਰਿਵਾਰ ਦਿਸਿਆ। ਅੱਗੇ ਅੱਗੇ 2 ਛੋਟੇ-ਛੋਟੇ ਮੁੰਡੇ ਸਨ। ਉਹਨਾਂ ਦੀਆਂ ਪਤਲੂਨਾਂ ਬੜੀ ਮੁਸ਼ਕਲ ਨਾਲ ਗਿੱਟਿਆਂ ਤੱਕ ਕੱਪੜਦੀਆਂ ਸਨ। ਇਹਨਾਂ ਤੋਂ ਪਿੱਛੋਂ ਇੱਕ ਛੋਟੀ ਜਿਹੀ ਕੁੜੀ ਸੀ, ਜਿਹਨੇ ਗੁਲਾਬੀ ਰੰਗ ਦੇ ਰਿਬਨ ਸਿਰ ਉੱਤੇ ਬੰਨੇ ਸਨ। ਪੈਰੀਂ ਚਮੜੇ ਦੇ ਬੂਟ ਪਾਏ ਹੋਏ ਸਨ। ਇਹਨਾਂ ਦੇ ਪਿੱਛੇ ਬਦਾਮੀ ਰੰਗ ਦੇ ਰੇਸ਼ਮੀ ਲਿਬਾਸ 'ਚ ਇਹਨਾਂ ਦੀ ਮਾਂ, ਜੋ ਚੰਗੀ ਮੋਟੀ ਤਾਜ਼ੀ ਸੀ, ਤੇ ਫਿਰ ਚੁਸਤ ਦਰੁਸਤ ਕੱਪੜਿਆਂ 'ਚ ਇਹਨਾਂ ਦਾ ਪਿਓ, ਜੋ ਮਧਰੇ ਕੱਦ ਦਾ ਸੀ। ਇਸ ਆਦਮੀ ਦਾ ਮੈਂ ਸ਼ਕਲ ਤੋਂ ਵਾਕਫ ਸੀ। ਉਹਦੇ ਸਿਰ ਉੱਤੇ ਤੀਲਿਆਂ ਦਾ ਬਣਿਆ ਟੋਪ, ਹੱਥ 'ਚ ਸੋਟੀ ਫੜੀ ਹੋਈ ਸੀ, ਕਮੀਜ਼ ਉੱਪਰ ਸ਼ੋਖ ਰੰਗ ਦੀ ਟਾਈ ਲਾਈ। ਜਦੋਂ ਮੈਂ ਉਹਨੂੰ ਆਪਣੀ ਪਤਨੀ ਨਾਲ ਤੁਰਦਾ ਆਉਂਦਾ ਵੇਖਿਆ ਤਾਂ ਮੈਨੂੰ ਲੋਕਾਂ ਦੀ ਉਸ ਬਾਰੇ ਕੀਤੀ ਜਾਂਦੀ ਉਹ ਟਿੱਪਣੀ ਯਾਦ ਆ ਗਈ। ਅਖੇ, ਇਹ ਆਦਮੀ ਆਪ ਤਾਂ ਕਿਸੇ ਉੱਚੇ ਖਾਨਦਾਨ ਵਿੱਚੋਂ ਹੈ, ਪਰ ਵਿਆਹ ਕਿਸੇ ਨੀਵੇਂ ਘਰਾਣੇ 'ਚ ਕੀਤਾ ਹੈ। ਇਸ ਤੋਂ ਪਿੱਛੋਂ ਮੁੰਡਿਆਂ ਘੁੰਡਿਆਂ ਦਾ ਟੋਲਾ ਲੰਘਿਆ। ਇਹ ਮੁਹੱਲੇ ਦੇ ਮੁੱਚ ਫੁੱਟ ਗੱਭਰੂ ਸਨ। ਤੇਲ ਨਾਲ ਚੋਪੜੀਆਂ ਜ਼ੁਲਫਾਂ, ਲਾਲ ਲਾਲ ਟਾਈਆਂ, ਭੇੜੇ ਲੱਕ ਵਾਲੀਆਂ ਪੈਂਟਾਂ, ਵੇਲ ਬੂਟਿਆਂ ਦੀ ਕਢਾਈ ਵਾਲੀਆਂ ਜੇਬਾਂ। ਅੰਦਾਜ਼ਾ ਲਾਇਆ ਕਿ ਜ਼ਰੂਰ ਹੀ ਇਹ ਟੋਲਾ ਸ਼ਹਿਰ ਦੇ ਕਿਸੇ ਸਿਨੇਮਾ ਘਰ ਵੱਲ ਧੂੜਾਂ ਪੱਟੀ ਜਾ ਰਿਹਾ। ਤਾਂ ਹੀ ਤਾਂ ਘਰੋਂ ਇੰਨੀ ਛੇਤੀ ਨਿਕਲ ਪਏ ਤੇ ਸੰਗਾ ਪਾੜ ਕੇ ਹੱਸਦੇ ਖੇਡਦੇ ਟਰਾਮ ਸਟਾਪ ਉੱਪਰ ਭੜਥੂ ਪਾ ਰਹੇ। ਉਹਨਾਂ ਦੇ ਜਾਣ ਤੋਂ ਬਾਅਦ ਸੜਕ ਸੁੰਨੀ ਹੋ ਗਈ। ਹੁਣ ਤੱਕ ਸਾਰੇ ਮੈਟਨੀ ਸ਼ੋਅ ਚਾਲੂ ਹੋ ਗਏ ਹੋਣਗੇ। ਟਾਵਾਂ ਦੁਕਾਨਦਾਰ ਤੇ ਕਿਤੇ ਕੋਈ ਬਿੱਲੀ ਹੀ ਸੜਕ ਤੇ ਨਜ਼ਰ ਆਉਂਦੀ ਸੀ। ਸੜਕ ਦੇ ਕੰਢੇ ਲੱਗੇ ਅੰਜੀਰ ਦੇ ਦਰਖਤਾਂ ਦੀ ਕਤਾਰ ਦੇ ਉੱਪਰ ਅਸਮਾਨ ਬਿਲਕੁਲ ਸਾਫ਼ ਸੀ, ਪਰ ਧੁੱਪ ਜ਼ਿਆਦਾ ਤਿੱਖੀ ਨਹੀਂ ਸੀ। ਸਾਹਮਣੇ ਦੀ ਪਟੜੀ ਦਾ ਤੰਬਾਕੂ ਵਾਲਾ ਅੰਦਰੋਂ ਕੁਰਸੀ ਕੱਢ ਲੈ ਆਇਆ ਤੇ ਆਪਣੇ ਬੂਹੇ ਦੇ ਸਾਹਮਣੇ ਫੁੱਟਪਾਥ ਉੱਪਰ ਦੋਨੋਂ ਲੱਤਾਂ ਇੱਧਰ ਉੱਧਰ ਫੈਲਾ ਕੇ ਕੁਰਸੀ ਦੀ ਪਿੱਠ ਉੱਪਰ ਬਾਹਾਂ ਟਿਕਾ ਕੇ ਬੈਠ ਗਿਆ। ਕੁਝ ਦੇਰ ਪਹਿਲਾਂ ਟਰਾਮਾਂ ਭਰ ਕੇ ਜਾ ਰਹੀਆਂ ਸਨ, ਹੁਣ ਇੱਕਦਮ ਖਾਲੀ ਹੋ ਗਈਆਂ। ਤੰਬਾਕੂ ਵਾਲੇ ਦੇ ਇੱਕ ਪਾਸੇ ਛੋਟੇ ਜਿਹੇ ਖਾਲੀ ਰੈਸਟੋਰੈਂਟ ਸ਼ਪੀਰੋ ਵਿੱਚ ਨੌਕਰ ਕੱਪੜੇ ਝਾੜਦਾ ਬਾਹਰ ਨਿਕਲ ਰਿਹਾ ਸੀ। ਪੂਰੀ ਦੀ ਪੂਰੀ ਐਤਵਾਰ ਦੀ ਇਹ ਸ਼ਾਮ ਵਿਲੱਖਣ ਸੀ। ਮੈਂ ਵੀ ਆਪਣੀ ਕੁਰਸੀ ਘੁਮਾਈ ਤੇ ਸਾਹਮਣੇ ਵਾਲੇ ਤੰਬਾਕੂ ਵਾਲੇ ਵਾਂਗ ਲੱਤਾਂ ਇੱਧਰ ਉੱਧਰ ਕਰਕੇ ਬੈਠ ਗਿਆ। ਉਹ ਜ਼ਿਆਦਾ ਆਰਾਮਦਾਇਕ ਲੱਗਦਾ ਸੀ। 2 ਸਿਗਰਟਾਂ ਪੀਣ ਤੋਂ ਬਾਅਦ ਉੱਠਿਆ, ਅੰਦਰ ਜਾ ਕੇ ਚਾਕਲੇਟ ਦੀ ਟਿੱਕੀ ਚੁੱਕ ਲਿਆਇਆ। ਸੋਚਿਆ ਖਿੜਕੀ ਤੇ ਖਲੋ ਕੇ ਖਾਵਾਂਗਾ। ਦੇਖਦਿਆਂ ਅਸਮਾਨ 'ਚ ਬੱਦਲ ਘੁਲ ਗਏ। ਇੰਝ ਲੱਗਣ ਲੱਗਾ ਤੇਜ਼ ਝੱਖੜ ਆਉਣ ਵਾਲਾ ਹੈ। ਖੈਰ, ਬੱਦਲ ਤਾਂ ਹੌਲੀ ਤਿੱਤਰ ਬਿੱਤਰ ਹੋ ਗਏ, ਪਰ ਜਾਂਦੇ ਬਾਰਿਸ਼ ਦਾ ਖਤਰਾ ਜ਼ਰੂਰ ਪੈਦਾ ਕਰ ਗਏ। ਮਤਲਬ ਸੰਘਣਾ ਹਨੇਰਾ ਤੇ ਨਮੀ ਵਿੱਚ ਗਈ। ਕਾਫੀ ਦੇਰ ਤੱਕ ਮੈਂ ਖੜਾ ਅਸਮਾਨ ਨੂੰ ਤੱਕਦਾ ਰਿਹਾ। 5 ਵਜੇ ਫਿਰ ਟਰਾਮਾਂ ਦੀ ਟੁਣਕਾਰ ਗੂੰਜਣ ਲੱਗੀ। ਸਾਡੇ ਸ਼ਹਿਰ ਤੋਂ ਬਾਹਰ ਦੀ ਬਸਤੀ 'ਚ ਫੁੱਟਬਾਲ ਦਾ ਮੈਚ ਸੀ। ਟਰਾਮਾਂ ਉੱਥੋਂ ਖਚ ਭਰੀਆਂ ਮੁੜ ਰਹੀਆਂ ਸਨ। ਪਿੱਛੇ ਲੱਗੇ ਫੱਟਿਆਂ ਉੱਪਰ ਲੋਕ ਚੜੇ ਹੋਏ ਸਨ ਤੇ ਕੁਝ ਪੌੜੀਆਂ ਤੇ ਲਮਕ ਰਹੇ ਸਨ। ਫਿਰ ਇੱਕ ਟਰਾਮ ਖਿਡਾਰੀਆਂ ਦੇ ਗਰੁੱਪ ਨੂੰ ਲੈ ਕੇ ਆਈ। ਜਿਨ੍ਹਾਂ ਦੇ ਹੱਥਾਂ 'ਚ ਅਟੈਚੀ ਸਨ, ਉਹਨਾਂ ਨੂੰ ਦੇਖਦਿਆਂ ਹੀ ਮੈਂ ਸਮਝ ਗਿਆ ਕਿ ਇਹ ਖਿਡਾਰੀ ਹਨ। ਇਹ ਲੋਕ ਸੰਗਾ ਪਾੜ ਕੇ ਆਪਣੇ ਗਰੁੱਪ ਦਾ ਗੀਤ ਗਾ ਰਹੇ ਸਨ। ਯਾਰੋ ਗੇਂਦ ਵਧਾਓ ਜਾਓ। ਇੱਕ ਮੇਰੇ ਵੱਲ ਦੇਖ ਕੇ ਚੀਕਿਆ, ਛੱਕੇ ਛੁਡਾ ਦਿੱਤੇ ਸਾਲਿਆਂ ਦੇ। ਮੈਂ ਵੀ ਜਵਾਬ 'ਚ ਹੱਥ ਹਿਲਾ ਕੇ ਉੱਚੀ ਕਰਕੇ ਬੋਲਿਆ, ਅਸ਼ਕੇ ਤੁਹਾਡੇ। ਇਸ ਤੋਂ ਬਾਅਦ ਨਿੱਜੀ ਕਾਰਾਂ ਦੀ ਟੁੱਟ ਕਤਾਰ ਤੁਰਨੀ ਸ਼ੁਰੂ ਹੋ ਗਈ। ਅਸਮਾਨ ਦਾ ਮਿਜਾਜ਼ ਫਿਰ ਬਦਲਿਆ।
ਛੱਤਾਂ ਦੇ ਪਾਰ ਸਿੰਧੂਰ ਰੰਗੀ ਭਾਅ ਫੈਲਣ ਲੱਗੀ। ਜਿਵੇਂ ਜਿਵੇਂ ਆਥਣ ਵੇਲਾ ਹੋ ਰਿਹਾ ਸੀ, ਸੜਕ ਦੀ ਭੀੜ ਵੀ ਵੱਧਦੀ ਜਾ ਰਹੀ ਸੀ। ਲੋਕ ਸੈਰ ਸਪਾਟੇ ਕਰਕੇ ਵਾਪਸ ਮੁੜ ਰਹੇ ਸਨ। ਆਉਣ ਵਾਲਿਆਂ 'ਚ ਉਹੀ ਚੁਸਤ ਦਰੁਸਤ ਮਧਰਾ ਜਿਹਾ ਬੰਦਾ ਤੇ ਉਹਦੀ ਮੋਟੀ ਤਾਜੀ ਘਰਵਾਲੀ ਦਿਖਾਈ ਦਿੱਤੇ। ਉਹਨਾਂ ਦੇ ਪਿੱਛੇ ਥੱਕੇ ਟੁੱਟੇ ਨਿਆਣੇ ਇਸ ਗੱਲੋਂ ਰੁੱਸ ਕੇ ਡੁਸਕਦੇ ਤੁਰੇ ਆ ਰਹੇ ਸਨ। ਕੁਝ ਦੇਰ ਬਾਅਦ ਮੁਹੱਲੇ ਦੇ ਸਿਨੇਮੇ ਘਰਾਂ ਦੀ ਭੀੜ ਬਾਹਰ ਨਿਕਲੀ। ਮੈਂ ਦੇਖਿਆ ਸਿਨੇਮਾ ਦੇਖ ਕੇ ਆਉਣ ਵਾਲੇ ਲੋਕ ਬੜੇ ਜੋਸ਼ ਉਤਸ਼ਾਹ ਨਾਲ ਹੱਥ ਪੈਰ ਹਿਲਾਉਂਦੇ, ਲੰਬੇ ਲੰਬੇ ਕਦਮ ਪੁੱਟਦੇ ਤੁਰੇ ਆ ਰਹੇ ਹਨ। ਆਮ ਕਰਕੇ ਲੋਕ ਇੰਜ ਨਹੀਂ ਤੁਰਦੇ। ਜਿਸ ਸਿਨੇਮਾ ਘਰ ਤੋਂ ਆ ਰਹੇ ਹਨ ਉੱਥੇ ਜ਼ਰੂਰ ਪੱਛਮ ਦੀ ਮਾਰ ਧਾੜ ਵਾਲੀ ਫਿਲਮ ਦੇਖ ਕੇ ਆਏ ਹੋਣਗੇ। ਸ਼ਹਿਰ ਦੇ ਵਿਚਕਾਰਲੇ ਸਿਨੇਮਾ ਘਰਾਂ ਤੋਂ ਆਉਣ ਵਾਲੇ ਲੋਕ ਕੁਝ ਦੇਰ ਬਾਅਦ ਆਏ। ਉਹ ਜ਼ਿਆਦਾ ਸ਼ਾਂਤ ਚਿੱਤ ਦਿਸਦੇ ਸਨ। ਉਂਝ ਕੁਝ ਹੱਸ ਵੀ ਰਹੇ ਸਨ, ਪਰ ਕੁੱਲ ਮਿਲਾ ਕੇ ਬੜੇ ਗੰਭੀਰ ਤੇ ਥੱਕੇ ਹਾਰੇ ਦਿਸਦੇ ਸਨ। ਕੁਝ ਅਜੇ ਵੀ ਮੇਰੀ ਖਿੜਕੀ ਤੇ ਪਿੱਛੇ ਮਟਰ ਗਸ਼ਤੀ ਕਰਦੇ ਆ ਰਹੇ ਸਨ। ਫਿਰ ਬਾਹਾਂ 'ਚ ਬਾਹਾਂ ਪਾਈ ਕੁੜੀਆਂ ਦਾ ਝੁੰਡ ਆਇਆ। ਖਿੜਕੀ ਦੇ ਹੇਠਾਂ ਵਾਲੇ ਨੌਜਵਾਨ ਇੱਕ ਪਾਸੇ ਨੂੰ ਜਾਣ-ਬੁੱਝ ਕੇ ਝੁੱਕ ਕੇ ਚੱਲਣ ਲੱਗੇ ਤਾਂ ਜੋ ਉਹਨਾਂ ਨਾਲ ਖਹਿ ਕੇ ਲੰਘ ਸਕਣ। ਉਹਨਾਂ ਕੁਝ ਫਿਕਰੇ ਵੀ ਕੱਸੇ ਜਿਨ੍ਹਾਂ ਨੂੰ ਸੁਣ ਕੁੜੀਆਂ ਸਿਰ ਘੁਮਾ ਕੇ ਹਿੜ-ਹਿੜ ਕਰਨ ਲੱਗੀਆਂ। ਇਹਨਾਂ ਕੁੜੀਆਂ ਨੂੰ ਮੈਂ ਪਹਿਚਾਣਦਾ ਸੀ, ਇਸੇ ਪਾਸੇ ਦੀਆਂ ਰਹਿਣ ਵਾਲੀਆਂ ਸਨ। 2-3 ਜਾਣ ਪਛਾਣ ਵਾਲੀਆਂ ਕੁੜੀਆਂ ਨੇ ਉੱਪਰ ਦੇਖ ਕੇ ਮੇਰੇ ਵੱਲ ਹੱਥ ਵੀ ਹਿਲਾਏ। ਉਸੇ ਸਮੇਂ ਸੜਕ ਦੀਆਂ ਬੱਤੀਆਂ ਇੱਕਦਮ ਜਗ ਉੱਠੀਆਂ ਤੇ ਹਨੇਰੇ ਭਰੇ ਅਸਮਾਨ 'ਚ ਜੋ ਤਾਰੇ ਟਿਮਟਿਮਾਉਣ ਲੱਗੇ ਸਨ ਉਹ ਸਾਰੇ ਇੱਕਦਮ ਮੱਧਮ ਹੋ ਗਏ। ਫਿਰ ਸੜਕ ਦੀ ਹਲਚਲ ਤੇ ਵੱਖ-ਵੱਖ ਤਰ੍ਹਾਂ ਦੀਆਂ ਬਦਲਦੀਆਂ ਰੌਸ਼ਨੀਆਂ ਨੂੰ ਦੇਖਦਿਆਂ ਮੇਰੀਆਂ ਅੱਖਾਂ ਦੁਖਣ ਲੱਗ ਪਈਆਂ ਸਨ। ਬੱਤੀਆਂ ਦੇ ਹੇਠਾਂ ਲੋ ਡੁੱਲ ਪੈਂਦੀ ਸੀ। ਕਿਤੇ ਕੋਈ ਟਰਾਮ ਲੰਘ ਜਾਂਦੀ ਤਾਂ ਉਸ ਦੀ ਰੌਸ਼ਨੀ 'ਚ ਕਿਸੇ ਕੁੜੀ ਦੇ ਵਾਲ, ਮੁਸਕਰਾਹਟ ਜਾਂ ਚਾਂਦੀ ਦੀਆਂ ਵੰਗਾਂ ਛਣਕ ਉੱਠਦੀਆਂ। ਫਿਰ ਹੌਲੀ-ਹੌਲੀ ਟਰਾਮਾਂ ਘੱਟ ਹੁੰਦੀਆਂ ਗਈਆਂ। ਦਰਖਤਾਂ ਤੇ ਬੱਤੀਆਂ ਦੇ ਉੱਪਰਲੇ ਅਸਮਾਨ ਦਾ ਹਨੇਰਾ ਸੰਘਣਾ, ਗਾੜਾ ਤੇ ਮਖਮਲੀ ਹੁੰਦਾ ਗਿਆ। ਹੌਲੀ-ਹੌਲੀ ਸੜਕ ਆਪਣੇ ਆਪ ਵੀਰਾਨ ਹੁੰਦੀ ਗਈ। ਆਖਿਰ ਚਾਰੇ ਪਾਸੇ ਇੱਕਦਮ ਚੁੱਪ ਛਾ ਗਈ। ਦੇਖਿਆ ਸ਼ਾਮ ਵਾਲੀ ਉਹੀ ਬਿੱਲੀ ਸੁੰਨਸਾਨ ਸੜਕ ਨੂੰ ਪੂਰੀ ਸਾਵਧਾਨੀ ਨਾਲ ਹੌਲੀ-ਹੌਲੀ ਪਾਰ ਕਰ ਰਹੀ ਸੀ। ਹੁਣ ਮੈਨੂੰ ਖਿਆਲ ਆਇਆ ਕਿ ਖਾਣ ਪੀਣ ਦਾ ਕੋਈ ਜੁਗਾੜ ਕਰਨਾ ਚਾਹੀਦਾ ਹੈ। ਸਿਰ ਝੁਕਾ ਕੇ ਹੇਠਾਂ ਦੇਖਦੇ ਮੈਂ ਆਪਣੀ ਕੁਰਸੀ ਦੀ ਪਿੱਠ ਉੱਪਰ ਇੰਨੀ ਦੇਰ ਤੋਂ ਬੈਠਾ ਸੀ ਕਿ ਅੰਗੜਾਈ ਭਰਨ ਨਾਲ ਗਰਦਨ ਦੁਖਣ ਲੱਗੀ। ਹੇਠਾਂ ਜਾ ਕੇ ਕੁਝ ਡਬਲ ਰੋਟੀ ਤੇ ਸੇਵੀਆਂ ਖਰੀਦੀਆਂ, ਖਾਣਾ ਬਣਾਇਆ, ਖੜੇ ਛਕ ਲਿਆ। ਦਿਲ ਕਰਦਾ ਸੀ ਖਿੜਕੀ ਉੱਪਰ ਖੜਾ ਇੱਕ ਹੋਰ ਸਿਗਰਟ ਝੁਲਸ ਲਵਾਂ, ਪਰ ਰਾਤ ਕਰਕੇ ਕਾਫੀ ਠੰਡ ਹੋ ਗਈ ਸੀ, ਇਸ ਲਈ ਇਹ ਵਿਚਾਰ ਤਿਆਗ ਦਿੱਤਾ। ਖਿੜਕੀ ਬੰਦ ਕਰਕੇ ਹੇਠਾਂ ਆਇਆ ਤਾਂ ਨਿਗਾਹ ਸ਼ੀਸ਼ੇ ਤੇ ਪੈ ਗਈ। ਦੇਖਿਆ ਉਸ ਵਿੱਚ ਮੇਜ਼ ਦਾ ਇੱਕ ਖੂੰਜਾ ਦਿਸ ਰਿਹਾ ਸੀ। ਉਸ ਉੱਪਰ ਸਪਿਰਿਟ ਦਾ ਲੈਂਪ ਤੇ ਕੋਲ ਹੀ ਡਬਲ ਰੋਟੀ ਦੇ ਕੁਝ ਟੁਕੜੇ ਪਏ ਸਨ। ਫਿਰ ਮੈਨੂੰ ਇੱਕਦਮ ਲੱਗਿਆ ਕਿ ਚਲੋ ਇੱਕ ਐਤਵਾਰ ਤਾਂ ਜਿਵੇਂ ਤਿਵੇਂ ਲੰਘਿਆ। ਮਾਂ ਦਾ ਅੰਤਿਮ ਸੰਸਕਾਰ ਹੋਇਆ। ਹੁਣ ਕੱਲ ਤੋਂ ਫਿਰ ਉਹੀ ਦਫ਼ਤਰ ਦਾ ਰਾਗ ਸ਼ੁਰੂ ਹੋ ਜਾਏਗਾ। ਸੱਚਮੁੱਚ ਮੇਰੀ ਜ਼ਿੰਦਗੀ 'ਚ ਕੁਝ ਵੀ ਤਾਂ ਨਹੀਂ ਬਦਲਿਆ, ਸਭ ਕੁਝ ਉਵੇਂ ਹੀ ਤਾਂ ਹੈ। ਅੰਗ ਤੀਸਰਾ। ਸਵੇਰੇ ਦਫ਼ਤਰ 'ਚ ਬਹੁਤ ਕੰਮ ਸੀ। ਸਭ ਦਾ ਮੂਡ ਵਧੀਆ ਸੀ। ਉਹਨਾਂ ਪੁੱਛਿਆ ਜ਼ਿਆਦਾ ਥੱਕ ਤਾਂ ਨਹੀਂ ਗਿਆ। ਇਸ ਤੋਂ ਬਾਅਦ ਉਹਨਾਂ ਮਾਂ ਦੀ ਉਮਰ ਬਾਰੇ ਪੁੱਛਿਆ। ਮੈਂ ਕੁਝ ਦੇਰ ਸੋਚਦਾ ਰਿਹਾ, ਗਲਤੀ ਨਾ ਕਰ ਜਾਵਾਂ, ਇਸ ਲਈ ਦੱਸਿਆ ਹੋਣੀ ਹੈ ਕੋਈ 60 ਕੁ ਸਾਲਾਂ ਦੇ ਨੇੜੇ ਤੇੜੇ। ਇਸ ਨਾਲ ਪਤਾ ਨਹੀਂ ਕਿਉਂ ਉਹਦੇ ਚਿਹਰੇ ਉੱਪਰ ਬੇਫਿਕਰੀ ਜੀ ਆ ਗਈ ਤੇ ਉਹ ਵਿਚਾਰਾਂ 'ਚ ਡੁੱਬ ਗਏ। ਗੱਲ ਮੁੱਕ ਗਈ। ਮੇਰੇ ਮੇਜ਼ ਉੱਪਰ ਸਮਾਨ ਦੇ ਬਿੱਲ ਤੇ ਹੋਰ ਕਾਗਜ਼ਾਂ ਦਾ ਥੱਬਾ ਰੱਖਿਆ ਹੋਇਆ ਸੀ। ਸਾਰਾ ਕੁਝ ਖਤਮ ਕਰਨਾ ਪਿਆ। ਦੁਪਹਿਰ ਨੂੰ ਖਾਣਾ ਖਾਣ ਤੋਂ ਪਹਿਲਾਂ ਮੈਂ ਹੱਥ ਧੋਤੇ। ਦੁਪਹਿਰ ਨੂੰ ਹੱਥ ਧੋ ਕੇ ਮੈਨੂੰ ਬੜਾ ਆਨੰਦ ਮਿਲਦਾ ਹੈ। ਅਨੇਕਾਂ ਲੋਕਾਂ ਵੱਲੋਂ ਵਰਤਨ ਕਰਕੇ ਵਾਸ਼ ਬੇਸਨ ਦੇ ਉੱਪਰ ਡੰਡੇ ਨਾਲ ਲਟਕਦਾ ਤੌਲੀਆ ਪਾਣੀ ਨਾਲ ਪੂਰਾ ਤਰ ਹੋ ਜਾਂਦਾ, ਇਸ ਲਈ ਸ਼ਾਮ ਨੂੰ ਇੰਨਾ ਚੰਗਾ ਨਹੀਂ ਲੱਗਦਾ। ਇੱਕ ਵਾਰ ਮੈਂ ਸਾਹਿਬ ਨੂੰ ਇਸ ਗੱਲ ਦੀ ਸ਼ਿਕਾਇਤ ਵੀ ਕੀਤੀ ਸੀ, ਪਰ ਉਹਦੇ ਲਈ ਇਹ ਕੋਈ ਅਹਿਮ ਗੱਲ ਨਹੀਂ ਸੀ। ਹਾਂ, ਬਸ ਇੰਨਾ ਕਹਿ ਦਿੱਤਾ ਕਿ ਬੜੇ ਅਫਸੋਸ ਦੀ ਗੱਲ ਹੈ। ਬਾਕੀ ਦਿਨਾਂ ਦੇ ਮੁਕਾਬਲੇ ਅੱਜ ਥੋੜ੍ਹੀ ਦੇਰ ਬਾਅਦ ਭਾਵ 12:30 ਵਜੇ ਦਫ਼ਤਰੋਂ ਬਾਹਰ ਨਿਕਲਿਆ। ਚਲਾਨ ਵਿਭਾਗ 'ਚ ਕੰਮ ਕਰਨ ਵਾਲਾ ਇਮਾਨੂਏਲ ਵੀ ਨਾਲ ਸੀ। ਦਫ਼ਤਰ ਦੀ ਬਿਲਡਿੰਗ ਦਾ ਮੂੰਹ ਸਮੁੰਦਰ ਵੱਲ ਸੀ। ਅਸੀਂ ਕੁਝ ਦੇਰ ਪੌੜੀਆਂ ਉੱਪਰ ਖੜੇ ਜਹਾਜ਼ਾਂ ਦੀ ਢੋਹ-ਢੁਆਈ ਦੇਖਦੇ ਰਹੇ। ਧੁੱਪ ਡਾਢੀ ਤਿੱਖੀ ਸੀ। ਉਸੇ ਵੇਲੇ ਲੋਹੇ ਦੀਆਂ ਜ਼ੰਜੀਰਾਂ ਦੀ ਟਨ ਕਰਦਾ ਇੰਜਨ ਦੀ ਭਿਆਨਕ ਆਵਾਜ਼ ਕੱਢਦਾ ਇੱਕ ਵੱਡਾ ਸਾਰਾ ਟਰੱਕ ਸਾਹਮਣੇ ਆਉਂਦਾ ਦਿਸਿਆ। ਇਮਾਨੂਏਲ ਨੇ ਸੁਲਾ ਮਾਰੀ ਕਿ ਆਓ ਪਲਾਕੀ ਮਾਰ ਇਸ ਤੇ ਚੜੀਏ। ਮੈਂ ਪੂਰੀ ਦੌੜ ਲਾਈ। ਟਰੱਕ ਖਾਸਾ ਅੱਗੇ ਨਿਕਲ ਗਿਆ ਤਾਂ ਸਾਨੂੰ ਕਾਫੀ ਦੂਰ ਤੱਕ ਪਿੱਛੇ ਦੌੜਨਾ ਪਿਆ। ਇੰਜਨ ਦੇ ਰੌਲੇ ਰੱਪੇ ਤੇ ਗਰਮੀ ਕਰਕੇ ਮੇਰੀਆਂ ਅੱਖਾਂ ਅੱਗੇ ਹਨੇਰਾ ਵਿੱਚ ਗਿਆ।
ਸਾਨੂੰ ਸੁਰਤ ਹੀ ਨਹੀਂ ਸੀ ਕਿ ਅਸੀਂ ਸਮੁੰਦਰ ਦੇ ਕੰਢੇ ਭਾਰ ਢੋਣ ਵਾਲੀ ਮਸ਼ੀਨ ਤੇ ਕਰੇਨਾਂ ਦੇ ਨਾਲ ਅੰਨ੍ਹੇਵਾਹ ਭੱਜੇ ਜਾ ਰਹੇ ਸੀ। ਮੈਂ ਟਰੱਕ ਨੂੰ ਪਹਿਲਾਂ ਹੱਥ ਪਾਇਆ। ਜਦੋਂ ਛਲਾਂਗ ਮਾਰ ਕੇ ਸਹੀ ਸਲਾਮਤ ਉੱਪਰ ਪਹੁੰਚ ਗਿਆ ਤਾਂ ਇਮਾਨੂਏਲ ਨੂੰ ਵੀ ਉੱਪਰ ਖਿੱਚ ਲਿਆ। ਇੱਕ ਤਾਂ ਦੋਹਾਂ ਦੇ ਸਾਹ ਫੁੱਲੇ ਹੋਏ ਸੀ, ਫਿਰ ਉੱਪਰੋਂ ਸੜਕ ਉੱਪਰ ਖਿਲਰੇ ਰੋੜਿਆਂ ਪੱਥਰਾਂ ਕਰਕੇ ਟਰੱਕ ਦੀ ਉੱਬੜ ਖਾਬੜ ਚਾਲ ਨੇ ਹਾਲਤ ਹੋਰ ਵੀ ਖਸਤਾ ਕਰ ਦਿੱਤੀ। ਇਮਾਨੂਏਲ ਦੰਦੀਆਂ ਕੱਢਦਾ ਖੁਸ਼ ਹੋ ਰਿਹਾ ਸੀ। ਹੌਂਕਦਾ ਮੇਰੇ ਕੰਨ 'ਚ ਬੋਲਿਆ, ਆਖਰ ਜੰਗ ਜਿੱਤ ਹੀ ਲਈ। ਸੇਲੇ ਸਤੇ ਦੇ ਹੋਟਲ ਤੱਕ ਪਹੁੰਚਦੇ ਅਸੀਂ ਪਸੀਨੇ ਨਾਲ ਗੁੜਚ ਹੋਏ ਪਏ ਸੀ। ਸੇਲੇ ਸਤੇ ਰੋਜ਼ ਵਾਂਗ ਦਰਵਾਜ਼ੇ ਕੋਲ ਬੈਠਾ ਸੀ। ਉਹਦੀਆਂ ਅੱਗੇ ਨੂੰ ਵਧੀਆਂ ਵੱਡੀਆਂ ਮੁੱਛਾਂ ਤੇ ਗੋਗੜ ਸਾਡਾ ਧਿਆਨ ਖਿੱਚ ਰਹੀ ਸੀ। ਮੈਨੂੰ ਦੇਖ ਉਹਨੇ ਹਮਦਰਦੀ 'ਚ ਪੁੱਛਿਆ, ਮਾਂ ਦੀ ਮੌਤ ਦਾ ਡਾਢਾ ਦੁੱਖ ਪਹੁੰਚਿਆ ਨਾ? ਮੈਂ ਰਸਮੀ ਤੌਰ ਤੇ ਕਿਹਾ, ਨਹੀਂ, ਅਜਿਹੀ ਕੋਈ ਗੱਲ ਨਹੀਂ, ਪਰ ਭੁੱਖ ਕਰਕੇ ਮੇਰੇ ਢਿੱਡ 'ਚ ਚੂਹੇ ਦੌੜ ਰਹੇ ਸਨ। ਖਾਣਾ ਆਉਂਦਿਆਂ ਹੀ ਇੱਕਦਮ ਚੱਟ ਕਰ ਦਿੱਤਾ ਤੇ ਉੱਪਰੋਂ ਕੌਫੀ ਦਾ ਪਿਆਲਾ ਪੀਤਾ। ਫਿਰ ਸਿੱਧਾ ਘਰ ਨੂੰ ਹੋ ਤੁਰਿਆ। ਘਰ ਪੁੱਜਦੇ ਹਨੇਰਾ ਹੋ ਗਿਆ। ਹਾਲ 'ਚੋਂ ਲੰਘ ਕੇ ਜਿਉਂ ਹੀ ਪੌੜੀਆਂ ਚੜ੍ਹਨ ਲੱਗਾ ਤਾਂ ਬੁੱਢਾ ਸਲਮਾਨ ਆ ਟੱਕਰਿਆ। ਸਲਮਾਨ ਇਸੇ ਇਮਾਰਤ ਦੇ ਉੱਪਰਲੇ ਫਲੈਟ 'ਚ ਰਹਿੰਦਾ ਹੈ। ਉਹਦੇ ਨਾਲ ਉਹਦਾ ਮਰੀਅਲ ਜਿਹਾ ਸਪੇਨੀ ਕੁੱਤਾ ਵੀ 8 ਸਾਲ ਤੋਂ ਰਹਿ ਰਿਹਾ ਹੈ। ਇਸ ਕੁੱਤੇ ਨੂੰ ਖੁਰਕ ਦੀ ਬਿਮਾਰੀ ਹੈ, ਤਾਂ ਹੀ ਉਹਦੇ ਵਾਲ ਝੜ ਗਏ ਹਨ ਤੇ ਸਾਰਾ ਸਰੀਰ ਚਿੱਟੇ ਚਟਾਖਾਂ ਨਾਲ ਭਰਿਆ ਪਿਆ। ਸਲਮਾਨੋਂ ਕਈ ਵਰ੍ਹਿਆਂ ਤੋਂ ਇਸ ਕੁੱਤੇ ਨਾਲ ਛੋਟੇ ਜਿਹੇ ਕਮਰੇ 'ਚ ਰਹਿ ਰਿਹਾ ਹੈ, ਜਿਸ ਕਰਕੇ ਜਾਪਦਾ ਕਿ ਕੁੱਤੇ ਦੇ ਬਹੁਤ ਸਾਰੇ ਲੱਛਣ ਸਲਮਾਨੋਂ ਨੇ ਅਪਣਾ ਲਏ ਹਨ। ਜਿਵੇਂ ਸਲਮਾਨੋਂ ਦੇ ਵਾਲ ਝੜਨ ਕਰਕੇ ਟਿੰਡ ਨਿਕਲ ਆਈ ਹੈ, ਚਿਹਰੇ ਉੱਪਰ ਲਾਲ ਰੰਗ ਦੇ ਚਟਾਕ ਪੈ ਗਏ ਹਨ। ਦੂਜੇ ਪਾਸੇ ਕੁੱਤੇ ਨੇ ਵੀ ਆਪਣੇ ਮਾਲਕ ਦੀ ਮੋਢੇ ਝਟਕਣ ਦੀ, ਸਿਰ ਸੁੱਟ ਕੇ ਚੱਲਣ ਦੀ ਆਦਤ ਅਪਣਾ ਲਈ ਹੈ। ਉਹ ਹਮੇਸ਼ਾ ਬੂਥੀ ਨੂੰ ਸਾਹਮਣੇ ਕੱਢੀ ਜ਼ਮੀਨ ਨਾਲ ਘਸਾ ਕੇ ਤੁਰਦਾ ਹੈ। ਪਰ ਇੱਕ ਗੱਲ ਬੜੀ ਦਿਲਚਸਪ ਹੈ, ਦੋਨੋਂ ਬੇਸ਼ੱਕ ਇਕੱਠੇ ਰਹਿੰਦੇ ਹਨ, ਪਰ ਇੱਕ ਕੁੱਤੇ ਦੇ ਵੈਰ ਵਾਲੀ ਨੌਬਤ ਅਕਸਰ ਆਈ ਰਹਿੰਦੀ ਹੈ। ਰੋਜ਼ਾਨਾ 2 ਵਾਰੀ, ਸਵੇਰੇ 11 ਵਜੇ ਤੇ ਸ਼ਾਮੀ 6 ਵਜੇ ਬੁੱਢਾ ਆਪਣੇ ਕੁੱਤੇ ਨੂੰ ਸੈਰ ਕਰਾਉਂਦਾ ਹੈ। ਪਿਛਲੇ 8 ਸਾਲਾਂ ਤੋਂ ਇਸ ਸੈਰ 'ਚ ਕੋਈ ਨਾਗਾ ਨਹੀਂ ਪਿਆ। ਜਦੋਂ ਵੀ ਚਾਹੋ ਇਹਨਾਂ ਨੂੰ ਦੇਖ ਲਓ। ਸਾਰਾ ਜ਼ੋਰ ਲਾ ਕੇ ਕੁੱਤਾ ਮਾਲਕ ਨੂੰ ਬੁਰੀ ਤਰ੍ਹਾਂ ਘੜੀਸਦਾ ਲੈ ਜਾ ਰਿਹਾ ਹੁੰਦਾ ਹੈ। ਇੰਜ ਜਾਪਦਾ ਬੁੱਢਾ ਹੁਣ ਡਿੱਗਿਆ। ਫਿਰ ਸਲਮਾਨੋਂ ਕੁੱਤੇ ਨੂੰ ਝੰਬਦਾ ਤੇ ਮੋਟੀਆਂ ਗਾਲਾਂ ਕੱਢਦਾ ਹੈ। ਫਿਰ ਮਾਲਕ ਕੁੱਤੇ ਨੂੰ ਘੜੀਸਦਾ ਲਿਜਾਂਦਾ ਹੈ। ਕੁੱਤਾ ਪਿਛਲਖੋਰੀ ਹੁੰਦਾ ਜਾਂਦਾ ਹੈ। ਫਿਰ ਕੁਛ ਦੇਰ ਬਾਅਦ ਕੁੱਤਾ ਮਾਲਕ ਨੂੰ ਧੂੰਦਾ ਅੱਗੇ ਨੂੰ ਲਿਜਾ ਰਿਹਾ ਹੁੰਦਾ ਹੈ। ਬਦਲੇ 'ਚ ਕੁੱਤੇ ਨੂੰ ਗਾਲਾਂ ਦਾ ਇਨਾਮ ਮਿਲਦਾ ਹੈ। ਫਿਰ ਦੋਨੋਂ ਪਟੜੀ ਉੱਤੇ ਖੜੇ ਇੱਕ ਦੂਜੇ ਨੂੰ ਅੱਖਾਂ ਪਾੜ ਘੂਰਦੇ ਦਿਸਣਗੇ। ਕੁੱਤੇ ਦੀਆਂ ਅੱਖਾਂ 'ਚ ਭੈ ਦਿਸਦਾ ਹੈ ਤੇ ਮਾਲਕ ਦੀਆਂ ਅੱਖਾਂ 'ਚ ਨਫ਼ਰਤ। ਜਦੋਂ ਵੀ ਦੋਵੇਂ ਘਰੋਂ ਨਿਕਲਦੇ ਇੰਜ ਹੀ ਵਾਪਰਦਾ ਹੈ। ਕੁੱਤਾ ਪਿਸ਼ਾਬ ਕਰਨ ਲਈ ਬਿਜਲੀ ਦੇ ਖੰਭੇ ਕੋਲ ਜਾ ਲੱਤ ਚੁੱਕਦਾ ਤਾਂ ਬੁੱਢਾ ਉਹਨੂੰ ਖਿੱਚ ਲੈਂਦਾ ਹੈ। ਫਿਰ ਇਹ ਨਾਮੁਰਾਦ ਤੁਰਦਾ ਹੀ ਬੂੰਦਾਂ ਜ਼ਮੀਨ ਤੇ ਸੁੱਟਦਾ ਜਾਂਦਾ ਹੈ। ਪਰ ਜੇਕਰ ਕੁੱਤਾ ਕਮਰੇ ਦੇ ਕਿਸੇ ਕੋਨੇ ਪਿਸ਼ਾਬ ਕਰ ਦਿੰਦਾ ਤਾਂ ਉਹਦੀ ਝੰਬ ਹੁੰਦੀ। 8 ਸਾਲਾਂ ਤੋਂ ਇਹੀ ਹੁੰਦਾ ਆ ਰਿਹਾ ਹੈ। ਸਲਮਾਨੋਂ ਖਿਝ ਕੇ ਅਕਸਰ ਕਹਿ ਦਿੰਦਾ ਹੈ, ਮੇਰੇ ਲਈ ਤਾਂ ਸ਼ਰਮ ਨਾਲ ਡੁੱਬ ਮਰਨ ਵਾਲੀ ਗੱਲ ਹੈ। ਇਸ ਕੁੱਤੇ ਦਾ ਕੁਝ ਨਾ ਕੁਝ ਇਲਾਜ ਤਾਂ ਕਰਨਾ ਪਏਗਾ, ਪਰ ਇਲਾਜ ਕੀ ਹੋਵੇ? ਅੱਜ ਵੀ ਜਦੋਂ ਮੇਰੀ ਸਲਮਾਨੋਂ ਨਾਲ ਅਚਾਨਕ ਮੁਲਾਕਾਤ ਹੋਈ ਤਾਂ ਆਪਣੇ ਕੁੱਤੇ ਉੱਪਰ ਕੜਕ ਰਿਹਾ ਸੀ, ਲੀਚੜ ਹਰਾਮੀ। ਮੈਂ ਸਲਮਾਨੋਂ ਨੂੰ ਫਤਿਹ ਬੁਲਾਈ, ਪਰ ਉਹਦਾ ਮੇਰੇ ਵੱਲ ਕੋਈ ਧਿਆਨ ਨਹੀਂ ਗਿਆ। ਉਹ ਤਾਂ ਕੁੱਤੇ ਨੂੰ ਤਾਬੜ ਤੋੜ ਗਾਲਾਂ ਕੱਢਦਾ ਜਾ ਰਿਹਾ ਸੀ। ਮੈਂ ਫਿਰ ਪੁੱਛਿਆ, ਆਖਿਰ ਕੁੱਤੇ ਨੇ ਹੁਣ ਕਿਹੜਾ ਜੁਰਮ ਕਰ ਦਿੱਤਾ? ਸਲਮਾਨੋਂ ਨੇ ਫਿਰ ਮੇਰੀ ਗੱਲ ਨੂੰ ਅਣਸੁਣਿਆ ਕਰ ਦਿੱਤਾ। ਹੁਣ ਮੈਂ ਜ਼ਰਾ ਜ਼ੋਰ ਨਾਲ ਪੁੱਛਿਆ। ਉਹ ਬਿਨਾਂ ਮੇਰੇ ਵੱਲ ਮੁੜੇ ਹੀ ਸੜਿਆ ਬਲਿਆ ਬੋਲਿਆ, ਸਾਲੇ ਕੁੱਤੀੜ ਨੇ ਮੇਰੇ ਨਾਸੀ ਧੂੰ ਦਿੱਤਾ ਹੋਇਆ। ਫਿਰ ਉਹ ਕੁੱਤੇ ਨੂੰ ਸੰਗਲੀ ਤੋਂ ਫੜ ਪੌੜੀਆਂ ਚੜਾਉਣ ਲਈ ਉੱਪਰ ਖਿੱਚਣ ਲੱਗਾ। ਕੁੱਤਾ ਪਿਛਲਖੋਰੀ ਹੋਈ ਜਾਵੇ, ਪਰ ਬੁੱਢੇ ਸਲਮਾਨੋਂ ਨੇ ਪੂਰੇ ਜ਼ੋਰ ਨਾਲ ਉਹਨੂੰ ਪੌੜੀ ਦਰ ਪੌੜੀ ਉੱਪਰ ਧੂ ਲਿਆ। ਉਸੇ ਵੇਲੇ ਮੇਰੇ ਫਲੈਟ ਵਾਲੀ ਮੰਜ਼ਿਲ ਉੱਪਰ ਰਹਿਣ ਵਾਲਾ ਇੱਕ ਹੋਰ ਆਦਮੀ ਉੱਧਰ ਆ ਟਪਕਿਆ। ਆਮ ਲੋਕਾਂ ਦਾ ਇਹਦੇ ਬਾਰੇ ਖਿਆਲ ਹੈ ਕਿ ਔਰਤਾਂ ਦਾ ਦਲਾਲ ਹੈ, ਪਰ ਇਹਨੂੰ ਪੁੱਛੋ ਕਿ ਕੀ ਕੰਮਕਾਰ ਕਰਦੇ ਹੋ ਤਾਂ ਇਹ ਆਪਣੇ ਆਪ ਨੂੰ ਕਿਸੇ ਮਾਲ ਗੋਦਾਮ ਦਾ ਨੌਕਰ ਦੱਸਦਾ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਇੱਧਰ ਇਹਦੇ ਜਾਣੂ ਬਹੁਤ ਘੱਟ ਹਨ। ਮੇਰੇ ਨਾਲ ਅਕਸਰ ਇਹੀ ਗੱਲਬਾਤ ਹੋ ਜਾਂਦੀ ਹੈ। ਮੈਂ ਇਹਦੀ ਗੱਲ ਗੌਰ ਨਾਲ ਸੁਣ ਲੈਣਾ, ਇਸ ਕਰਕੇ ਕਦੀ-ਕਦਾਈ ਇਹ ਗੱਲਾਂ ਬਾਤਾਂ ਲਈ ਮੇਰੇ ਕਮਰੇ 'ਚ ਵੀ ਆ ਜਾਂਦਾ ਹੈ। ਸੱਚ ਜਾਣਿਓ, ਮੈਨੂੰ ਇਹਦੀ ਗੱਲਾਂ ਬੜੀਆਂ ਦਿਲਚਸਪ ਲੱਗਦੀਆਂ ਹਨ। ਸ਼ਾਇਦ ਇਸੇ ਕਰਕੇ ਮੈਂ ਇਹ ਤੋਂ ਕੰਨੀ ਨਹੀਂ ਕਤਰਾਉਂਦਾ। ਇਹਦਾ ਨਾਮ ਰੇਮੰਡ ਹੈ। ਰੇਮੰਡ ਦਾ ਕੱਦ ਛੋਟਾ, ਸਰੀਰ ਗਠਿਆ ਹੋਇਆ, ਨੱਕ ਪਕੌੜੇ ਵਰਗਾ। ਉਹ ਹਰ ਸਮੇਂ ਸੋਹਣੇ ਚੁਸਤ ਕੱਪੜਿਆਂ 'ਚ ਫੱਬਿਆ ਰਹਿੰਦਾ ਹੈ। ਇੱਕ ਵਾਰ ਸਲਮਾਨੋਂ ਬਾਰੇ ਰੇਮੰਡ ਨੇ ਕਿਹਾ ਸੀ, ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ। ਫਿਰ ਮੈਨੂੰ ਪੁੱਛਣ ਲੱਗਾ, ਜਿਸ ਢੰਗ ਨਾਲ ਇਹ ਬੁੱਢਾ ਕੁੱਤੇ ਨਾਲ ਵਿਹਾਰ ਕਰਦਾ, ਤੁਹਾਨੂੰ ਇਹਦੇ ਨਾਲ ਨਫ਼ਰਤ ਜਾਂ ਘਿਰਨਾ ਨਹੀਂ ਹੁੰਦੀ? ਮੈਂ ਜਵਾਬ ਦਿੱਤਾ, ਬਿਲਕੁਲ ਵੀ ਨਹੀਂ। ਮੈਂ ਤੇ ਰੇਮੰਡ ਨਾਲ ਪੌੜੀਆਂ ਚੜ੍ਹਨ ਲੱਗੇ।
ਜਦੋਂ ਮੈਂ ਆਪਣੇ ਕਮਰੇ ਵੱਲ ਮੁੜਨ ਲੱਗਾ ਤਾਂ ਉਹ ਬੋਲਿਆ, ਤੁਸੀਂ ਅੱਜ ਦਾ ਖਾਣਾ ਮੇਰੇ ਨਾਲ ਖਾਓ। ਮੈਂ ਅੱਜ ਮੀਟ ਤੇ ਸ਼ਰਾਬ ਦਾ ਪ੍ਰਬੰਧ ਕੀਤਾ ਹੋਇਆ। ਮੈਂ ਸੋਚਿਆ ਚਲੋ ਜਾ ਕੇ ਕਿੱਥੇ ਰੋਟੀਆਂ ਥੱਪਦਾ ਫਿਰਾਂਗਾ। ਮੈਂ ਬੋਲਿਆ, ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ। ਮੈਂ ਰੇਮੰਡ ਨਾਲ ਉਹਦੇ ਕਮਰੇ 'ਚ ਚਲਾ ਗਿਆ। ਇੱਕ ਕਮਰਾ ਤੇ ਇੱਕ ਛੋਟੀ ਜਿਹੀ ਰਸੋਈ ਉਹਦੇ ਕੋਲ ਕਿਰਾਏ ਤੇ ਸਨ। ਬਿਸਤਰ ਦੇ ਸਿਰਹਾਣੇ ਵੱਲ ਚਿੱਟੇ ਤੇ ਗੁਲਾਬੀ ਰੰਗ ਦਾ ਗਾਰੇ ਚੂਨੇ ਦਾ ਬਣਿਆ ਬੁੱਤ ਪਿਆ ਸੀ ਜੋ ਕਿਸੇ ਦੇਵਤੇ ਦਾ ਜਾਪਦਾ ਸੀ। ਕਮਰੇ ਦੀਆਂ ਕੰਧਾਂ ਉੱਤੇ ਚਰਚਿਤ ਖਿਡਾਰੀਆਂ ਤੇ ਅੱਧ ਨੰਗੀਆਂ ਔਰਤਾਂ ਦੀਆਂ ਤਸਵੀਰਾਂ ਚਿਪਕਾਈਆਂ ਸਨ। ਬਿਸਤਰਾ ਖਿਲ ਰਿਹਾ ਪਿਆ ਸੀ। ਕਮਰੇ ਅੰਦਰ ਚਾਰੇ ਪਾਸੇ ਗੰਦਗੀ ਸੀ। ਅੰਦਰ ਵੜਦੇ ਹੀ ਉਹਨੇ ਲਾਲਟਨ ਜਗਾਈ ਤੇ ਜੇਬ 'ਚੋਂ ਕੱਪੜੇ ਦੀ ਪੱਟੀ ਜੀ ਕੱਢੀ, ਸੱਜੇ ਹੱਥ ਤੇ ਲਪੇਟਣ ਲੱਗਾ। ਮੈਂ ਪੁੱਛਿਆ, ਕਿ ਬਾਂਹ ਨੂੰ ਕੋਈ ਤਕਲੀਫ ਹੈ? ਉਹ ਬੋਲਿਆ, ਇੱਕ ਆਦਮੀ ਨੇ ਨੱਕ 'ਚ ਦਮ ਕੀਤਾ ਹੋਇਆ ਸੀ ਤਾਂ ਅੱਜ ਉਸੇ ਨਾਲ ਜ਼ਰਾ ਹੱਥੋਂ ਪਾਈ ਹੋ ਗਈ। ਫਿਰ ਦੱਸਣ ਲੱਗਾ, ਮੈਂ ਆਪ ਕਦੇ ਕਿਸੇ ਨਾਲ ਪੰਗਾ ਨਹੀਂ ਲਿਆ। ਹਾਂ, ਇਹ ਵੱਖਰੀ ਗੱਲ ਹੈ ਕਿ ਮੈਨੂੰ ਗੁੱਸਾ ਜਲਦੀ ਆ ਜਾਂਦਾ ਹੈ। ਜਿਸ ਬਦਮਾਸ਼ ਨਾਲ ਇਹ ਲੜਾਈ ਹੋਈ ਉਹਨੇ ਮੇਰੀ ਗੈਰਤ ਨੂੰ ਵੰਗਾਰ ਕੇ ਕਿਹਾ ਕਿ ਜੇ ਮੈਂ ਮਰਦ ਦਾ ਬੱਚਾ ਤਾਂ ਟਰਾਮ ਤੋਂ ਹੇਠਾਂ ਉਤਰਾਂ। ਮੈਂ ਉਹਨੂੰ ਸਮਝਾਇਆ ਕਿ ਬਕਵਾਸ ਨਾ ਕਰ, ਮੈਂ ਤੇਰਾ ਕੁਝ ਵੀ ਨਹੀਂ ਵਿਗਾੜਿਆ, ਪਰ ਉਹ ਮੁੜ ਆਕੜ ਕੇ ਕਹਿਣ ਲੱਗਾ, ਸਾਲਿਆ ਤੇਰੇ 'ਚ ਮਰਦਾਨਗੀ ਕਿੱਥੇ? ਮੈਂ ਫਿਰ ਕਿਹਾ, ਜ਼ਬਾਨ ਬੰਦ ਕਰਦਾ ਹੈ ਕਿ ਆ ਕੇ ਕਰਾਂ? ਉਹ ਤੇ ਇਹਦਾ ਵੀ ਕੋਈ ਅਸਰ ਨਾ ਹੋਇਆ। ਬਸ ਫਿਰ ਮੈਂ ਟਰਾਮ ਤੋਂ ਉਤਰ ਕੇ ਇੱਕ ਦੋ ਮੁੱਕੇ ਉਹਦੇ ਮੂੰਹ ਤੇ ਟਕਾਏ। ਉਹ ਲੁੜਕਦਾ ਪਰਾਂ ਜਾ ਡਿੱਗਿਆ। ਮੈਂ ਤਰਸ ਖਾ ਕੇ ਉਹਨੂੰ ਸਹਾਰਾ ਦੇ ਕੇ ਖੜਾ ਕਰਨ ਲੱਗਾ। ਉਹਦੀ ਹੋਰ ਪੇਸ਼ ਨਹੀਂ ਗਈ ਤਾਂ ਮੇਰੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਮੈਂ ਖਿੱਚ ਕੇ ਦੋ ਥੱਪੜ ਕੱਸ ਕੇ ਕੰਨਾਂ ਤੇ ਟਕਾਏ ਤਾਂ ਉਹਦੇ ਮੂੰਹ 'ਚੋਂ ਲਹੂ ਵਗਣ ਲੱਗਾ। ਮੈਂ ਪੁੱਛਿਆ, ਹੋ ਗਿਆ ਤੇਰਾ ਰਾਂਝਾ ਰਾਜੀ? ਤਾਂ ਉਹ ਬੋਲਿਆ, ਹਾਂ। ਗੱਲਾਂ ਕਰਦਾ ਕਰਦਾ ਰੇਮੰਡ ਆਪਣੀ ਪੱਟੀ ਵੀ ਕੱਸਦਾ ਰਿਹਾ। ਮੈਂ ਹੁਣ ਬੈੱਡ ਤੇ ਬੈਠ ਗਿਆ ਸੀ। ਫਿਰ ਰੇਮੰਡ ਬੋਲਿਆ, ਤਾਂ ਹੁਣ ਤੁਸੀਂ ਦੱਸੋ ਭਾਈ ਸਾਹਿਬ, ਇਸ 'ਚ ਭਲਾ ਮੇਰਾ ਕੀ ਕਸੂਰ? ਉਹ ਤਾਂ ਖੁਦ ਲੜਾਈ ਮੁੱਲ ਲੈਣਾ ਹੀ ਚਾਹੁੰਦਾ ਸੀ। ਮੈਂ ਸਿਰ ਹਿਲਾ ਕੇ ਉਹਦੀ ਹਾਮੀ ਭਰ ਦਿੱਤੀ। ਫਿਰ ਉਹ ਕਹਿਣ ਲੱਗਾ, ਅੱਛਾ, ਤਾਂ ਗੱਲ ਇਹ ਹੈ ਕਿ ਇੱਕ ਮਾਮਲੇ 'ਚ ਮੈਨੂੰ ਤੁਹਾਡੀ ਸਲਾਹ ਦੀ ਲੋੜ ਹੈ। ਤੁਸੀਂ ਮੇਰੇ ਨਾਲੋਂ ਜ਼ਿਆਦਾ ਘੁੰਮੇ ਫਿਰੇ ਹੋ। ਮੈਨੂੰ ਯਕੀਨ ਵੀ ਹੈ ਕਿ ਤੁਸੀਂ ਮੇਰੀ ਮਦਦ ਜ਼ਰੂਰ ਕਰੋਗੇ। ਮੈਂ ਵੀ ਇਸ ਬਦਲੇ ਸਦਾ ਆਪ ਦਾ ਅਹਿਸਾਨਮੰਦ ਰਹਾਂਗਾ। ਮੈਂ ਕਦੇ ਕਿਸੇ ਦਾ ਅਹਿਸਾਨ ਨਹੀਂ ਭੁੱਲਦਾ। ਮੈਨੂੰ ਚੁੱਪਚਾਪ ਬੈਠਾ ਦੇਖੋ। ਦੁਬਾਰਾ ਬੋਲਿਆ, ਤੁਸੀਂ ਚਾਹੋ ਤਾਂ ਅਸੀਂ ਪੱਕੇ ਦੋਸਤ ਬਣ ਸਕਦੇ ਹਾਂ। ਮੇਰੇ ਇਹ ਆਖਣ ਤੇ ਕਿ ਠੀਕ ਹੈ, ਅਸੀਂ ਪੱਕੇ ਦੋਸਤ ਬਣੇ ਰਹਾਂਗੇ, ਉਹਨੂੰ ਡਾਢੀ ਤਸੱਲੀ ਹੋ ਗਈ। ਫਿਰ ਉਹਨੇ ਰਸੋਈ 'ਚ ਜਾ ਕੇ ਮੀਟ ਦੇ ਟੁਕੜੇ ਤਲੇ ਤੇ ਸ਼ਰਾਬ ਦੀਆਂ 2 ਬੋਤਲਾਂ ਮੇਜ਼ ਤੇ ਸਜਾ ਦਿੱਤੀਆਂ। ਖਾਣਾ ਪਰੋਸਦਿਆਂ ਬਿਲਕੁਲ ਚੁੱਪਚਾਪ ਰਿਹਾ। ਜਦੋਂ ਰੋਟੀ ਖਾਣ ਲੱਗੇ ਤਾਂ ਰੇਮੰਡ ਨੇ ਫਿਰ ਉਹੀ ਰਾਮ ਕਹਾਣੀ ਚਾਲੂ ਕਰਤੀ। ਫਿਰ ਸਾਰਾ ਕਲੇਸ਼ ਵੀ ਇੱਕ ਕੁੜੀ ਕਰਕੇ ਹੋਇਆ। ਗੱਲ ਇਹ ਹੈ ਕਿ ਮੇਰੇ ਕਿਸੇ ਕੁੜੀ ਨਾਲ ਕਈ ਚਿਰਾਂ ਤੋਂ ਨਜਾਇਜ਼ ਸੰਬੰਧ ਹਨ, ਜਾਂ ਕਹਿ ਲਓ ਕਿ ਮੈਂ ਉਹਨੂੰ ਕਿਸੇ ਰਖੈਲ ਵਾਂਗ ਰੱਖਿਆ। ਉਸ ਉੱਪਰ ਪੈਸਾ ਵੀ ਅੰਨ੍ਹੇਵਾਹ ਬਰਬਾਦ ਕੀਤਾ। ਅੱਜ ਜਿਸ ਆਦਮੀ ਨਾਲ ਮੇਰੀ ਲੜਾਈ ਹੋਈ ਉਸ ਕੁੜੀ ਦਾ ਭਰਾ ਹੈ। ਮੈਂ ਚੁੱਪਚਾਪ ਸਭ ਕੁਝ ਸੁਣਦਾ ਰਿਹਾ। ਇਸ ਤੇ ਉਹਨੇ ਆਪਣੀ ਕਹਾਣੀ ਨੂੰ ਨਵਾਂ ਮੋੜ ਦਿੰਦਿਆਂ ਕਿਹਾ, ਮੈਨੂੰ ਪਤਾ ਹੈ ਮੁਹੱਲੇ ਵਾਲੇ ਲੋਕ ਮੇਰੇ ਬਾਰੇ ਕੀ ਬਕਵਾਸ ਕਰਦੇ ਹਨ, ਪਰ ਇਹ ਸਭ ਝੂਠੀਆਂ ਅਫਵਾਹਾਂ ਹਨ। ਬਾਕੀਆਂ ਵਾਂਗ ਵੀ ਕੋਈ ਇੱਜ਼ਤ ਹੈ, ਅਸੂਲ ਹਨ। ਮੈਂ ਵੀ ਗੋਦਾਮ 'ਚ ਨੌਕਰੀ ਕਰਦਾ ਇੱਕ ਮੁਲਾਜ਼ਮ ਹਾਂ। ਖੈਰ ਛੱਡੋ। ਹਾਂ, ਤੇ ਮੈਂ ਦੱਸ ਰਿਹਾ ਹਾਂ ਕਿ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਉਹ ਕੁੜੀ ਮੈਨੂੰ ਧੋਖੇ 'ਚ ਰੱਖ ਰਹੀ ਹੈ ਤੇ ਹੋਰ ਲੋਕਾਂ ਨਾਲ ਵੀ ਉਹਦੇ ਸਬੰਧ ਹਨ। ਹਾਲਾਂਕਿ ਮੈਂ ਉਹਨੂੰ ਇੰਨੀ ਰਕਮ ਦੇ ਦਿੰਦਾ ਸੀ ਕਿ ਜੇਕਰ ਉਹ ਫਜ਼ੂਲ ਖਰਚੀ ਨਾ ਵੀ ਕਰੇ ਤਾਂ ਆਸਾਨੀ ਨਾਲ ਆਪਣਾ ਗੁਜ਼ਾਰਾ ਚਲਾ ਸਕਦੀ ਸੀ। ਮੈਂ 300 ਫਰਾਂਕ ਕਮਰੇ ਦਾ ਕਿਰਾਇਆ ਦਿੰਦਾ ਸੀ। 600 ਫਰਾਂਕ ਉਹਦੇ ਖਾਣ ਪੀਣ ਲਈ ਦੇ ਛੱਡਦਾ ਸੀ। ਫਿਰ ਚੜੇ ਮਹੀਨੇ ਕੋਈ ਨਾ ਕੋਈ ਤੋਹਫਾ ਦੇ ਦੇਣਾ, ਕਦੇ ਸੂਟ, ਕਦੇ ਜੁੱਤੀਆਂ, ਕਦੇ ਚੂੜੀਆਂ, ਕਦੇ ਵਾਲੀਆਂ। ਇਸ ਤਰ੍ਹਾਂ ਤਕਰੀਬਨ 1000 ਫਰਾਂਕ ਹਰ ਮਹੀਨੇ ਉੱਤੇ ਉਡਾ ਦਿੰਦਾ ਸੀ। ਪਰ ਮਹਾਰਾਣੀ ਦਾ ਇਸ ਸਭ ਕੁਝ ਨਾਲ ਸਰਦਾ ਹੀ ਨਹੀਂ ਸੀ। ਹਮੇਸ਼ਾ ਇਹੀ ਰੰਡੀ ਰੋਣਾ ਰਹਿਣਾ, ਆਖੇ ਖਰਚ ਹੀ ਪੂਰਾ ਨਹੀਂ ਹੁੰਦਾ। ਸੋ ਸੁਣ ਮੇਰੇ ਕੰਨ ਪੱਕ ਗਏ ਤਾਂ ਮੈਂ ਕਹਿ ਤਾ ਕਿ ਕਿਤੇ ਛੋਟੀ ਮੋਟੀ ਨੌਕਰੀ ਕਰ ਲਵੇ, ਮੈਨੂੰ ਵੀ ਜ਼ਰਾ ਰਾਹਤ ਮਿਲ ਜਾਏਗੀ। ਮੈਂ ਤੇਰਾ ਕਿਰਾਇਆ, ਖਾਣ ਪੀਣ, ਜੇਬ ਖਰਚ, ਸਭ ਦਾ ਖਰਚਾ ਚੁੱਕੀ ਫਿਰਦਾ, ਪਰ ਤੂੰ ਤਾਂ ਕਾਫੀ ਹਾਊਸਾਂ ਜਾਂ ਰੈਸਟੋਰੈਂਟਾਂ 'ਚ ਜਾ ਕੇ ਸਹੇਲੀਆਂ ਨਾਲ ਸਭ ਉਡਾ ਦਿੰਦੀ ਹੈ। ਪੈਸਾ ਜਾਂਦਾ ਤਾਂ ਮੇਰੀ ਜੇਬ 'ਚੋਂ ਹੀ ਹੈ ਨਾ। ਇਹਨਾਂ ਗੱਲਾਂ ਤੋਂ ਬੇਖਬਰ ਸੀ। ਕੰਮ ਕਰਨ ਵਾਲੀ ਗੱਲ ਉਹਦੇ ਕੰਨਾਂ ਦੇ ਉੱਪਰੋਂ ਲੰਘ ਗਈ। ਬਸ ਆਪਣਾ ਹੀ ਰਾਗ ਲਾਪੀ ਜਾ ਰਹੀ ਸੀ। ਆਖੇ ਜੋ ਵੀ ਤੂੰ ਖਰਚਾ ਮੈਨੂੰ ਦਿੰਦਾ ਹੈ ਇਹ ਬਹੁਤ ਘੱਟ ਹੈ। ਫਿਰ ਇੱਕ ਦਿਨ ਮੈਨੂੰ ਪਤਾ ਚੱਲਿਆ ਕਿ ਮੇਰੇ ਨਾਲ ਧੋਖੇ ਭਰੀ ਖੇਡ ਖੇਡੀ ਜਾ ਰਹੀ ਹੈ। ਅੱਗੇ ਰੇਮੰਡ ਨੇ ਸਾਰੀਆਂ ਗੱਲਾਂ ਦੀ ਪਟਾਰੀ ਖੋਲ ਦਿੱਤੀ। ਉਹਨੇ ਦੱਸਿਆ ਕਿ ਇੱਕ ਦਿਨ ਮੈਂ ਉਹਦਾ ਪਰਸ ਖੋਲ੍ਹਿਆ ਤਾਂ ਉਸ ਵਿੱਚੋਂ ਲਾਟਰੀ ਦੀ ਟਿਕਟ ਨਿਕਲੀ। ਮੈਂ ਉਹਨੂੰ ਪੁੱਛਿਆ ਕਿ ਟਿਕਟ ਖਰੀਦਣ ਲਈ ਤੂੰ ਪੈਸੇ ਕਿੱਥੋਂ ਲਿਆਂਦੇ? ਤੇਰੇ ਕੋਲ ਤਾਂ ਕਾਣੀ ਕੌਡੀ ਵੀ ਨਹੀਂ ਸੀ। ਇਸ ਤੇ ਉਹ ਕੋਈ ਜਵਾਬ ਨਾ ਦੇ ਸਕੀ। ਮੈਨੂੰ ਸ਼ੱਕ ਪੈ ਗਿਆ ਕਿ ਦਾਲ 'ਚ ਕੁਝ ਕਾਲਾ ਹੈ। ਫਿਰ ਇੱਕ ਦਿਨ ਮੈਨੂੰ ਉਹਦੇ ਪਰਸ 'ਚੋਂ ਇੱਕ ਰਸੀਦ ਮਿਲੀ ਜੋ ਸੁਨਿਆਰੇ ਕੋਲ ਉਹਦੇ ਕੰਗਣ ਗਿਰਵੀ ਰੱਖਣ ਦੀ ਸੀ।
ਮੈਂ ਇਹ ਕੰਗਣ ਕਦੇ ਦੇਖੇ ਵੀ ਨਹੀਂ ਸੀ। ਫਿਰ ਮੈਨੂੰ ਯਕੀਨ ਹੋ ਗਿਆ ਕਿ ਮੇਰੇ ਨਾਲ ਚਾਲ ਖੇਡੀ ਜਾ ਰਹੀ ਹੈ। ਪਹਿਲਾਂ ਤਾਂ ਮੈਂ ਉਹਦੀ ਖੂਬ ਕੁਟਾਈ ਕੀਤੀ, ਚੌਂਦੀਆਂ ਸੁਣਾਈਆਂ, ਸਾਫ਼ ਕਹਿਤਾ ਕਿ ਤੈਨੂੰ ਤਾਂ ਮੌਕਾ ਚਾਹੀਦਾ ਕਿਸੇ ਨਾਲ ਮੂੰਹ ਕਾਲਾ ਕਰਨ ਦਾ, ਬਸ ਮੇਰੇ ਨਾਲ ਤੇਰਾ ਕੋਈ ਵਾਸਤਾ ਨਹੀਂ। ਨਾਲ ਹੀ ਕਹਿਤਾ ਕਿ ਚੇਤੇ ਰੱਖੀ, ਇੱਕ ਦਿਨ ਆਪਣੇ ਕੀਤੇ ਤੇ ਪਛਤਾਏਂਗੀ ਤੇ ਰੋਂਦੀ ਵਿਲਕਦੀ ਮੇਰੇ ਕੋਲ ਹੀ ਆਏਂਗੀ। ਇੱਕ ਗੱਲ ਹੋਰ ਚੇਤੇ ਰੱਖੀ, ਇਸ ਗਲੀ ਦੀਆਂ ਸਾਰੀਆਂ ਕੁੜੀਆਂ ਤੇਰੀ ਕਿਸਮਤ ਨਾਲ ਈਰਖਾ ਕਰਦੀਆਂ ਹਨ ਕਿ ਮੇਰਾ ਤੇਰਾ ਇਸ਼ਕ ਪ੍ਰਵਾਨ ਚੜ੍ਹਦਾ ਰਿਹਾ। ਇਸ ਤੋਂ ਪਹਿਲਾਂ ਮੈਂ ਉਸ ਉੱਤੇ ਕਦੇ ਹੱਥ ਨਹੀਂ ਸੀ ਚੁੱਕਿਆ। ਕਿਤੇ ਹਾਸੇ ਮਜ਼ਾਕ 'ਚ ਇੱਕ ਅੱਧਾ ਧੱਫਾ ਮਾਰ ਦੇਣਾ ਆਮ ਗੱਲ ਸੀ। ਜੇ ਉਹ ਨਾਰਾਜ਼ਗੀ ਦਿਖਾਉਂਦੀ ਜਾਂ ਰੋਂਦੀ ਚੀਕਦੀ ਤਾਂ ਮੈਂ ਉੱਠ ਕੇ ਤੱਕ ਹੀ ਬੰਦ ਕਰ ਦਿੰਦਾ। ਬਾਅਦ 'ਚ ਸਾਰਾ ਰੌਲਾ ਰੱਪਾ ਠੰਡਾ ਪੈ ਜਾਂਦਾ। ਪਰ ਐਤਕੀ ਦਾ ਸੁਲ੍ਹਾ ਸਫਾਈ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਉਹਨੂੰ ਕੁੱਟ ਕੇ ਵੀ ਮੈਨੂੰ ਲੱਗਦਾ ਕਿ ਕੋਈ ਨਾ ਕੋਈ ਕਸਰ ਅਜੇ ਬਾਕੀ ਹੈ। ਹੁਣ ਮੈਂ ਇਸ ਮਾਮਲੇ 'ਚ ਤੁਹਾਡੀ ਸਲਾਹ ਵੀ ਲੈਣੀ ਹੈ ਤੇ ਮਦਦ ਵੀ। ਲੈਂਪ 'ਚੋਂ ਲਗਾਤਾਰ ਧੂੰਆਂ ਨਿਕਲ ਰਿਹਾ ਸੀ। ਰੇਮੰਡ ਕਮਰੇ 'ਚ ਇੱਧਰ ਉੱਧਰ ਟਹਿਲਦਾ ਰਿਹਾ। ਫਿਰ ਉਹਨੇ ਲਾਲਟਨ ਦੀ ਬੱਤੀ ਨੀਵੀਂ ਕਰ ਦਿੱਤੀ। ਮੈਂ ਚੁੱਪਚਾਪ ਉਹਦੀ ਕਹਾਣੀ ਸੁਣਦਾ ਰਿਹਾ। ਮੈਂ ਪੂਰੀ ਦੀ ਪੂਰੀ ਬੋਤਲ ਡਕਾਰ ਗਿਆ ਸੀ ਤੇ ਮੇਰਾ ਸਿਰ ਚਕਰਾ ਰਿਹਾ ਸੀ। ਆਪਣੀਆਂ ਸਾਰੀਆਂ ਸਿਗਰਟਾਂ ਝੁਲਸਣ ਤੋਂ ਬਾਅਦ ਹੁਣ ਮੈਂ ਰੇਮੰਡ ਦੀਆਂ ਸਿਗਰਟਾਂ ਪੀ ਰਿਹਾ ਸੀ। ਹੇਠਾਂ ਸੜਕ ਤੇ ਦੇਰ ਰਾਤ ਨੂੰ ਚੱਲਣ ਵਾਲੀ ਆਖਰੀ ਟ੍ਰਾਮ ਲੰਘੀ ਤੇ ਨਾਲ ਹੀ ਸੜਕ ਦੀ ਰਹਿੰਦੀ ਖੁੰਦੀ ਰੌਣਕ ਵੀ ਖਤਮ ਹੋ ਗਈ। ਰੇਮੰਡ ਲਗਾਤਾਰ ਬੋਲੀ ਜਾ ਰਿਹਾ ਸੀ। ਉਹਨੂੰ ਸਭ ਤੋਂ ਜ਼ਿਆਦਾ ਗੁੱਸਾ ਇਸ ਗੱਲ ਦਾ ਸੀ ਕਿ ਦਿਲ ਦੇ ਕਿਸੇ ਨਾ ਕਿਸੇ ਕੋਨੇ 'ਚ ਉਸ ਕੁੜੀ ਲਈ ਪਿਆਰ ਝਲਕ ਪੈਂਦਾ ਸੀ, ਪਰ ਨਾਲ ਹੀ ਕਹਿ ਰਿਹਾ ਸੀ ਐਤਕੀ ਉਸ ਕੁੜੀ ਨੂੰ ਸਬਕ ਸਿਖਾ ਕੇ ਹੀ ਸਾਹ ਲਵੇਗਾ। ਫਿਰ ਰੇਮੰਡ ਸਬਕ ਸਿਖਾਉਣ ਦੀ ਯੋਜਨਾ ਬਾਰੇ ਬੋਲਿਆ। ਪਹਿਲਾਂ ਤਾਂ ਮੈਂ ਸੋਚਿਆ ਕਿ ਉਹਨੂੰ ਕਿਸੇ ਹੋਟਲ 'ਚ ਲੈ ਜਾਵਾਂ ਤੇ ਚੁੱਪ ਕਰਕੇ ਪੁਲਿਸ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦੇਵਾਂ ਤੇ ਕਹਿ ਦੇਵਾਂ ਕਿ ਪੇਸ਼ਾ ਕਰਦੀ ਹੈ, ਬਸ ਆਪੇ ਹੀ ਅਕਲ ਟਿਕਾਣੇ ਆ ਜਾਓ। ਫਿਰ ਮੈਂ ਆਪਣੇ ਉਹਨਾਂ ਦੋਸਤਾਂ ਤੋਂ ਸਲਾਹ ਲਈ ਜੋ ਵੇਸਵਾਵਾਂ ਦੀ ਦਲਾਲੀ, ਗੁੰਡਾਗਰਦੀ ਸਭ ਕੁਝ ਕਰਦੇ ਸਨ, ਪਰ ਉਹ ਵੀ ਕੋਈ ਢੁਕਵੀਂ ਸਲਾਹ ਨਾ ਦੇ ਸਕੇ। ਮੈਂ ਉਹਨਾਂ ਨੂੰ ਉਲਾਂਭਾ ਦਿੰਦਿਆਂ ਕਿਹਾ, ਯਾਰ ਤੁਸੀਂ ਮੈਨੂੰ ਇਹ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਦੱਸ ਸਕਦੇ? ਇੱਕ ਲੜਕੀ ਨੇ ਸ਼ਰੇਆਮ ਮੇਰੇ ਨਾਲ ਦਗਾ ਕੀਤਾ, ਤੁਸੀਂ ਉਹਨੂੰ ਦਰੁਸਤ ਕਰਨ ਦਾ ਕੋਈ ਤਰੀਕਾ ਨਹੀਂ ਦੱਸ ਸਕਦੇ। ਲੱਖ ਲਾਹਨਤ ਤੁਹਾਡੇ ਤੇ, ਕੀ ਫਾਇਦਾ ਤੁਹਾਡੇ ਇਸ ਧੰਦੇ ਨਾਲ ਜੁੜੇ ਹੋਣ ਦਾ। ਤੇ ਜਦੋਂ ਰੇਮੰਡ ਨੇ ਉਹਨਾਂ ਨੂੰ ਇਹ ਸਾਰੀ ਵਾਰਤਾ ਸੁਣਾਈ ਤੇ ਉਹਨਾਂ ਨੇ ਇਹੀ ਸਲਾਹ ਦਿੱਤੀ ਕਿ ਉਸ ਲੜਕੀ ਉੱਪਰ ਬਾਜ਼ਾਰੀ ਔਰਤ ਹੋਣ ਦਾ ਪੱਕਾ ਠੱਪਾ ਲਾ ਦਿਓ, ਪਰ ਇਹ ਸਭ ਰੇਮੰਡ ਨੂੰ ਮਨਜ਼ੂਰ ਨਹੀਂ ਸੀ। ਹੁਣ ਸਮੱਸਿਆ ਇਹ ਸੀ ਕਿ ਅਜਿਹਾ ਕੁਝ ਸੋਚਣ ਲਈ ਕਾਫੀ ਸਮਾਂ ਚਾਹੀਦਾ ਸੀ। ਇਸ ਤੋਂ ਪਹਿਲਾਂ ਕਿ ਮੇਰੇ ਕੋਲੋਂ ਵੀ ਕੋਈ ਸਲਾਹ ਲੈਂਦਾ, ਉਹਨੇ ਮੈਥੋਂ ਪੁੱਛਿਆ, ਮੇਰੀ ਇਸ ਕਹਾਣੀ ਬਾਰੇ ਤੁਹਾਡੀ ਕੀ ਰਾਏ? ਮੈਂ ਕਿਹਾ, ਦੇਖ, ਰਾਏ ਤਾਂ ਕੋਈ ਖਾਸ ਨਹੀਂ ਹੈ, ਪਰ ਹਾਂ, ਤੇਰੀ ਕਹਾਣੀ ਮੈਨੂੰ ਬੜੀ ਰੌਚਕ ਲੱਗੀ। ਉਹਨੇ ਫਿਰ ਸਵਾਲ ਦਾਗ ਦਿੱਤਾ, ਕੀ ਤੁਹਾਡੇ ਮੁਤਾਬਕ ਉਸ ਕੁੜੀ ਨੇ ਮੈਨੂੰ ਸਰਾਸਰ ਧੋਖਾ ਨਹੀਂ ਦਿੱਤਾ? ਮੈਨੂੰ ਮਜਬੂਰਨ ਮੰਨਣਾ ਪਿਆ ਕਿ ਉਹਦੀ ਕਹਾਣੀ ਤੋਂ ਤਾਂ ਇੰਜ ਲੱਗਦਾ ਹੈ। ਉਹਨੇ ਫਿਰ ਪੁੱਛਿਆ, ਫਿਰ ਕੀ ਤੁਹਾਡੇ ਵਿਚਾਰ 'ਚ ਉਸ ਕੁੜੀ ਨੂੰ ਕੋਈ ਸਜ਼ਾ ਨਹੀਂ ਮਿਲਣੀ ਚਾਹੀਦੀ? ਅੱਛਾ, ਜੇ ਤੁਸੀਂ ਮੇਰੀ ਥਾਂ ਹੁੰਦੇ ਤਾਂ ਕੀ ਕਰਦੇ? ਮੈਂ ਉਹਨੂੰ ਸਮਝਾਇਆ, ਦੇਖੋ, ਕੋਈ ਵੀ ਆਦਮੀ ਅਜਿਹੇ ਮਾਮਲੇ 'ਚ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ ਕਿ ਕਿਸੇ ਖਾਸ ਸਥਿਤੀ 'ਚ ਕਿਹੋ ਜਿਹਾ ਵਿਹਾਰ ਕਰਦਾ, ਪਰ ਹਾਂ, ਉਹਨੂੰ ਸਜ਼ਾ ਦਿਵਾਉਣ ਦੀ ਤੇਰੀ ਇੱਛਾ ਨੂੰ ਮੈਂ ਸਮਝ ਸਕਦਾ। ਮੈਂ ਥੋੜੀ ਹੋਰ ਸ਼ਰਾਬ ਗਲਾਸ 'ਚ ਪਾਈ। ਰੇਮੰਡ ਨੇ ਇੱਕ ਹੋਰ ਸਿਗਰਟ ਸੁਲਗਾਈ। ਫਿਰ ਇਸੇ ਸਬੰਧ 'ਚ ਘੜੀ ਇੱਕ ਯੋਜਨਾ ਬਾਰੇ ਦੱਸਣ ਲੱਗਾ। ਪਹਿਲਾਂ ਮੈਂ ਉਹਨੂੰ ਇੱਕ ਚਿੱਠੀ ਲਿਖਾਂਗਾ ਜਿਸ ਵਿਚਲੀਆਂ ਖਰੀਆਂ ਪੜ੍ਹ ਕੇ ਪਹਿਲਾਂ ਤਾਂ ਉਹਦੀ ਛਾਤੀ ਤੇ ਮੂੰਗ ਦਲੇ ਜਾਣਗੇ, ਨਾਲ ਹੀ ਉਹਨੂੰ ਆਪਣੀਆਂ ਕਰਤੂਤਾਂ ਤੇ ਪਛਤਾਵਾ ਵੀ ਹੋਏਗਾ। ਉਹ ਮਾਫੀ ਮੰਗਣ ਮੇਰੇ ਕੋਲ ਆਏਗੀ। ਮੈਂ ਉਹਨੂੰ ਝੂਠਾ ਪਿਆਰ ਕਰਦਾ ਬਿਸਤਰ ਤੱਕ ਲੈ ਜਾਵਾਂਗਾ। ਫਿਰ ਉਹਨੂੰ ਕਾਮ ਵਾਸਨਾ ਲਈ ਇੰਨਾ ਉਤੇਜਿਤ ਕਰਾਂਗਾ ਕਿ ਉਹ ਸੰਭੋਗ ਲਈ ਤੜਫਣ ਲੱਗੇਗੀ। ਉਸ ਵੇਲੇ ਉਹਦੇ ਮੂੰਹ ਤੇ ਥੁੱਕਾਂਗਾ, ਫਿਰ ਲਾਹਨਤਾਂ ਪਾ ਕੇ ਠੁੱਡੇ ਮਾਰ ਕਮਰੇ 'ਚੋਂ ਬਾਹਰ ਕੱਢ ਦਿਆਂਗਾ। ਮੰਨ ਗਏ ਤੇਰੀ ਸਕੀਮ ਨੂੰ? ਮੈਂ ਉਹਨੂੰ ਕਿਹਾ, ਇਸ ਤਰ੍ਹਾਂ ਉਹਨੂੰ ਖੂਬ ਸਜ਼ਾ ਮਿਲੇਗੀ। ਫਿਰ ਉਹ ਕਹਿਣ ਲੱਗਾ, ਪਰ ਮੁਸ਼ਕਿਲ ਇਹ ਹੈ ਕਿ ਅਜੇ ਆਹ ਖਤ ਮੈਨੂੰ ਲਿਖਣਾ ਨਹੀਂ ਆਉਂਦਾ। ਇਸ ਕੰਮ ਲਈ ਤੁਹਾਡੀ ਮਦਦ ਦੀ ਲੋੜ ਹੈ। ਮੈਂ ਕੁਛ ਨਾ ਬੋਲਿਆ। ਉਹਨੇ ਫਿਰ ਪੁੱਛਿਆ, ਜੇ ਬੁਰਾ ਨਾ ਮੰਨੋ ਤਾਂ ਬੇਸ਼ੱਕ ਹੁਣ ਲਿਖ ਮਾਰੋ। ਮੈਂ ਕਿਹਾ, ਬੁਰਾ ਮੰਨਣ ਦੀ ਕਿਹੜੀ ਗੱਲ ਹੈ, ਲਿਆਓ ਹੁਣੇ ਲਿਖ ਦੇਣਾ। ਉਹਨੇ ਇੱਕਦਮ ਬਾਕੀ ਬਚਦੀ ਸ਼ਰਾਬ ਵਾਲਾ ਗਲਾਸ ਗਟਕ ਲਿਆ, ਉੱਠ ਕੇ ਮੇਜ਼ ਉੱਪਰ ਰੱਖੀਆਂ ਹੋਈਆਂ ਪਲੇਟਾਂ ਪਰਾਂ ਸਰਕਾ ਦਿੱਤੀਆਂ, ਮੇਜ਼ ਪੋਸ਼ ਨਾਲ ਮੇਜ਼ ਸਾਫ਼ ਕੀਤਾ। ਇਸ ਤੋਂ ਪਿੱਛੋਂ ਮੇਜ਼ ਦੀ ਦਰਾਰ 'ਚੋਂ ਇੱਕ ਕਾਗਜ਼, ਲਾਲ ਸਿਆਹੀ ਦੀ ਦਵਾਤ, ਕਲਮ ਤੇ ਇੱਕ ਲਿਫਾਫਾ ਕੱਢ ਮੇਰੇ ਸਾਹਮਣੇ ਧਰ ਦਿੱਤਾ। ਜਿਵੇਂ ਹੀ ਰੇਮੰਡ ਨੇ ਕੁੜੀ ਦਾ ਨਾਮ ਦੱਸਿਆ, ਮੈਂ ਤੁਰੰਤ ਸਮਝ ਗਿਆ ਕਿ ਇਹ ਮੂਰ ਹਬਸ਼ੀ ਜਾਤੀ ਦੀ ਹੈ। ਥੋੜੀ ਦੇਰ 'ਚ ਹੀ ਮੈਂ ਖਤ ਲਿਖ ਮਾਰਿਆ, ਪਰ ਖਤ ਉਹਨੂੰ ਦੇਣ ਤੋਂ ਪਹਿਲਾਂ ਮੈਂ ਸੋਚਿਆ ਇਹਨੂੰ ਪੜ੍ਹ ਕੇ ਸੁਣਾ ਦੇਵਾਂ ਤਾਂ ਜੋ ਇਹਦੀ ਤਸੱਲੀ ਹੋ ਜਾਏ। ਮੈਂ ਜੋ ਵੀ ਲਿਖਿਆ ਇੱਕੋ ਸਾਹ ਪੜ੍ਹ ਸੁਣਾਇਆ। ਉਹ ਸਿਗਰਟ ਦੇ ਲੰਮੇ ਕਸ਼ ਖਿੱਚਦਾ ਰਿਹਾ, ਸਿਰ ਹਿਲਾਉਂਦਾ ਆਪਣੀ ਸਹਿਮਤੀ ਦਿੰਦਾ ਰਿਹਾ। ਫਿਰ ਬੋਲਿਆ, ਜ਼ਰਾ ਇੱਕ ਵਾਰ ਫਿਰ ਪੜ੍ਹ ਕੇ ਸੁਣਾ।
ਜਦੋਂ ਮੈਂ ਫਿਰ ਪੂਰਾ ਖੱਤ ਸੁਣਾਤਾ ਤਾਂ ਉਹ ਹਿੜ-ਹਿੜ ਕਰਦਾ ਬੋਲਿਆ, ਤੂੰ ਤਾਂ ਯਾਰ ਗੱਲ ਸਿਰੇ ਹੀ ਲਾਤੀ, ਕਹਿਰ ਕਰ ਦਿੱਤਾ। ਮੈਨੂੰ ਪਹਿਲਾਂ ਹੀ ਪਤਾ ਸੀ ਤੂੰ ਬੜੇ ਕੰਮ ਦਾ ਬੰਦਾ ਹੈ, ਸਭ ਕੁਝ ਦਾ ਜਾਣਕਾਰ ਹੈ। ਇਹ ਯਾਰ ਸ਼ਬਦ ਵੱਲ ਮੈਂ ਧਿਆਨ ਨਹੀਂ ਦਿੱਤਾ, ਪਰ ਜਦੋਂ ਉਹਨੇ ਚੰਬਲ ਕੇ ਮੇਰੀ ਪਿੱਠ ਤੇ ਹੱਥ ਮਾਰ ਕੇ ਕਿਹਾ, ਤਾਂ ਹੁਣ ਆਪਾਂ ਪੱਕੇ ਦੋਸਤ ਬਣ ਗਏ ਨਾ, ਮੈਂ ਮਹਿਸੂਸ ਕੀਤਾ ਕਿ ਉਹ ਮੇਰੇ ਨਾਲ ਜ਼ਿਆਦਾ ਹੀ ਖੁੱਲਦਾ ਜਾ ਰਿਹਾ ਹੈ। ਮੈਂ ਚੁੱਪ ਬੈਠਾ ਰਿਹਾ। ਉਹਨੇ ਮੁੜ ਉਹੀ ਵਾਕ ਦੁਹਰਾਇਆ। ਮੇਰੇ ਲਈ ਉਹਦਾ ਦੋਸਤ ਜਾਂ ਦੁਸ਼ਮਣ ਹੋਣਾ ਕੋਈ ਖਾਸ ਫਰਕ ਨਹੀਂ ਸੀ ਰੱਖਦਾ, ਪਰ ਉਹ ਘੜੀ ਮੁੜੀ ਉਤਾਵਲਾ ਹੋਈ ਇਹੀ ਸਵਾਲ ਪੁੱਛੀ ਜਾ ਰਿਹਾ ਸੀ ਤਾਂ ਮੈਂ ਉਹ ਤੋਂ ਪਿੱਛਾ ਛਡਾਉਣ ਲਈ ਹਾਂ ਕਹਿਤਾ। ਉਹਨੇ ਖੱਤ ਲਿਫਾਫੇ 'ਚ ਬੰਦ ਕੀਤਾ। ਅਸੀਂ ਦੋਹਾਂ ਨੇ ਮਿਲ ਕੇ ਬਾਕੀ ਬਚਦੀ ਸ਼ਰਾਬ ਖਤਮ ਕੀਤੀ। ਫਿਰ ਕੁਝ ਪਲ ਚੁੱਪਚਾਪ ਬੈਠੇ ਸਿਗਰਟਾਂ ਪੀਂਦੇ ਰਹੇ। ਹੇਠਾਂ ਸੜਕ ਇੱਕਦਮ ਸੁੰਨਸਾਨ ਸੀ। ਕਿਤੇ ਕਿਤੇ ਕੋਈ ਕਾਰ ਚੀਕਦੀ ਲੰਘ ਜਾਂਦੀ ਸੀ। ਆਖਿਰ ਮੈਂ ਉਹਨਾਂ ਨੂੰ ਕਿਹਾ, ਕਾਫੀ ਰਾਤ ਹੋ ਗਈ ਹੈ, ਹੁਣ ਮੈਂ ਚੱਲਾਂਗਾ। ਉਹਨੇ ਕਿਹਾ, ਸੱਚਮੁੱਚ ਗੱਲਾਂ 'ਚ ਟਾਈਮ ਇੱਕਦਮ ਨਿਕਲ ਗਿਆ। ਉਹਦੀ ਗੱਲ ਠੀਕ ਸੀ, ਗੱਲਾਂ 'ਚ ਪਤਾ ਹੀ ਨਹੀਂ ਚੱਲਿਆ ਕਿ ਇੰਨੀ ਰਾਤ ਗੁਜ਼ਰ ਚੁੱਕੀ ਹੈ। ਮੇਰਾ ਦਿਲ ਕਰਦਾ ਸੀ ਸਿੱਧਾ ਜਾ ਕੇ ਬਿਸਤਰੇ ਤੇ ਡਿੱਗ ਪਵਾਂ, ਪਰ ਉੱਥੇ ਤੱਕ ਜਾਣਾ ਵੀ ਪਹਾੜ ਲੱਗ ਰਿਹਾ ਸੀ। ਮੇਰੇ ਚਿਹਰੇ ਉੱਪਰਲੀ ਥਕਾਵਟ ਤੇ ਉਦਾਸੀ ਪੜ੍ਹ ਕੇ ਰੇਮਨ ਬੋਲਿਆ, ਮਨੁੱਖ ਨੂੰ ਮੁਸੀਬਤ ਵੇਲੇ ਹਿੰਮਤ ਨਹੀਂ ਹਾਰਨੀ ਚਾਹੀਦੀ। ਮੈਂ ਉਹਦੀ ਗੱਲ ਨੂੰ ਸਮਝ ਨਾ ਸਕਿਆ। ਫਿਰ ਆਪ ਹੀ ਉਹਨੇ ਖੁੱਲ੍ਹ ਕੇ ਕਿਹਾ, ਮੈਨੂੰ ਤੁਹਾਡੀ ਮਾਂ ਦੇ ਸੁਰਗਵਾਸ ਹੋਣ ਦਾ ਪਤਾ ਲੱਗ ਚੁੱਕਾ ਹੈ। ਖੈਰ, ਹਰ ਕਿਸੇ ਨਾਲ ਅਜਿਹਾ ਕਦੇ ਨਾ ਕਦੇ ਤਾਂ ਜ਼ਰੂਰ ਵਾਪਰਦਾ ਹੈ। ਮੈਨੂੰ ਉਹਦੀ ਗੱਲ ਚੰਗੀ ਲੱਗੀ। ਮੈਂ ਉਹਨੂੰ ਕਹਿ ਵੀ ਦਿੱਤਾ ਕਿ ਉਹ 16 ਆਨੇ ਠੀਕ ਕਹਿੰਦਾ ਹੈ। ਜਦੋਂ ਮੈਂ ਤੁਰਨ ਲੱਗਾ ਤਾਂ ਉਹਨੇ ਬੜੀ ਆਪਣਤ ਨਾਲ ਹੱਥ ਮਿਲਾਇਆ ਤੇ ਕਿਹਾ, ਮਰਦ ਹੀ ਦਾਰੂ ਹੁੰਦਾ ਹੈ। ਮੈਂ ਕਮਰੇ 'ਚੋਂ ਬਾਹਰ ਨਿਕਲ ਕੁਝ ਦੇਰ ਪੌੜੀਆਂ ਦੇ ਸਾਹਮਣੇ ਖੜਾ ਰਿਹਾ। ਪੂਰੀ ਇਮਾਰਤ ਕਿਸੇ ਕਬਰ ਵਾਂਗ ਖਾਮੋਸ਼ ਸੀ। ਮੈਨੂੰ ਆਪਣੀਆਂ ਨਸਾਂ 'ਚ ਦੌੜਦੇ ਖੂਨ ਦੀ ਹਰਕਤ ਵੀ ਮਹਿਸੂਸ ਹੋ ਰਹੀ ਸੀ। ਮੈਂ ਕੁਝ ਦੇਰ ਹੋਰ ਖੜਾ ਰਿਹਾ। ਫਿਰ ਸਲਮਾਨੋ ਦੇ ਕਮਰੇ 'ਚ ਕੁੱਤੇ ਦੇ ਰੋਣ ਦੀ ਆਵਾਜ਼ ਆਈ। ਡੂੰਘੀ ਖਾਮੋਸ਼ੀ ਤੇ ਹਨੇਰੇ ਭਰੇ ਸੰਨਾਟੇ ਨੂੰ ਚੀਰਦੀ ਹੋਈ ਇਹ ਆਵਾਜ਼ ਦੂਰ ਦੂਰ ਤੱਕ ਸਾਫ਼ ਸੁਣਾਈ ਦੇ ਰਹੀ ਸੀ। ਧੰਨਵਾਦ।